ਜੇਠ ਨੀ ਜੇਡਾ ਮੋਟਾ ਪੇਟ ਮੈਂ ਇਹਦੇ ਨਾਲ ਨਹੀਂ ਜਾਣਾ, ਨਹੀਂ ਜਾਣਾ, ਨਹੀਂ ਜਾਣਾ ਮੇਰੀ ਮਾਂ, ਮੈਂ ਇਹਦੇ ਨਾਲ ਨਹੀਂ ਜਾਣਾ। ਇਸ ਫਾਸਟ ਟਰੈਕ ਦੇ ਵਿੱਚ ਨਾ ਇੱਕ ਸਲੋਗਨ ਲੈ ਕੇ ਨਿਕਲੀਆਂ, ਬੈਕ ਟੂ ਨੇਚਰ। ਐਲੋਪੈਥੀ ਹੈ, ਮੈਡੀਕਲ ਸਾਇੰਸ ਹੈ, ਇਹ ਤੇ ਬਿਲੀਵ ਕਰਦੇ, ਇਹਨੂੰ ਟੋਟਲ ਡਿਨਾਈ ਕਰਦੇ। ਬੜੀ ਪਿਆਰੀ ਜੰਗ ਚੱਲ ਰਹੀ ਮੇਰੇ ਘਰ। ਮੱਥੇ ਤੇ ਟਾਵਾ ਟਾਵਾ ਵਾਲ ਮੇਰੇ ਬਣੜੇ ਦੇ, ਜਿਹੜੇ ਆਪਣੇ ਲੈਬੋਰੇਟਰੀ ਟੈਸਟ ਕੀਤੇ ਆਪਣੇ ਮੀਆਂ ਦੇ ਹੀ ਕੀਤੇ ਨੇ, ਲੈਬ ਰੈਟ। ਤੁਸੀਂ ਕੋਕੋਨਟ ਖਾਓ, ਬੱਚਾ ਗੋਰਾ ਹੋਏਗਾ। ਹਾਂ 100% ਮਿਸਾਲ ਹੈ ਨਾ, ਕਟੋਰੇ ਤੇ ਕਟੋਰਾ ਬੇਟਾ ਬਾਪ ਤੋਂ ਵੀ ਗੋਰਾ। ਇਹ ਬਿਲਕੁਲ ਸਹੀ ਹੈ। ਇਹ ਜਿਹੜੀ ਅੰਡਰਆਰਮ ਸਮੈਲ, ਆਪਣੀ ਸੋਚ ਮੁਸਬਤ ਰੱਖੋ। ਇਹ ਬਹੁਤ ਔਖੀ ਗੱਲ ਹੈ। ਤੁਸੀਂ ਕੋਈ ਟੋਟਕਾ ਦੱਸ ਦਿਓ। ਨਾ ਮੂੰਹ ਦੁਖਣੇ ਲੱਗਿਆ ਪੰਜਾਬੀ ਬੋਲ ਬੋਲ ਕੇ। ਕੋਈ ਗੱਲ ਨਹੀਂ, ਇਸ ਪਲੇਟਫਾਰਮ ਨੇ ਮੈਨੂੰ ਸਿਖਾਈ ਪੰਜਾਬੀ। ਮੈਂ ਜ਼ਿੰਦਗੀ 'ਚ ਪਹਿਲੀ ਇਹੀ ਤੇ ਸਾਡਾ ਮਕਸਦ ਹੈ। ਪਸੰਦੀਦਾ ਫਲ ਇੱਕ ਹੀ ਸੀ, ਉਹ ਜ਼ਿੰਦਗੀ 'ਚ ਚਲਾ ਗਿਆ। ਇੱਕ ਲਫ਼ਜ਼ 'ਚ ਆਪਣੀ ਜੇ ਸ਼ਖਸੀਅਤ ਨੂੰ ਬਿਆਨ ਕਰਨਾ ਚਾਹੋ। ਆਪਾਂ ਅੱਛਾ, ਹੁਣ ਦਾ ਟੈਸਟ ਲੈਣਾ ਪੰਜਾਬੀ ਮੁਹਾਵਰਿਆਂ ਦਾ। ਲੈ ਬਈ, ਫਸ ਗਏ। ਆਂਦੇ ਨੇ, ਹਰਿਆਣਵੀ ਜ਼ਬਾਨ ਹੈ ਸਾਡੀ। इश्क मुश्क खंग ते खुरक। खंग तो खांसी को कहते, खुरक खुजली को कहते हैं। वंजली वालड़िया, थोड़ी पहुंच गए हो। वंजली दो कैरेक्टर्स के नाम है। हाँ जी, हीर रांझा। हाँ। हो आशका तो सोना मुखड़ा लुकाण लई, सजना ने बूहे अगे चिक ताण लई, चिक ताण लई हो चिक ताण लई, सजना ने बूहे अगे चिक ताण लई। ਦੂਜੀ ਦੂਜੀ ਵਾਰ ਮੈਨੂੰ ਜੇਠ ਲੈਣ ਆ ਗਿਆ, ਦੂਜੀ ਵਾਰ ਮੈਨੂੰ ਜੇਠ ਲੈਣ ਆ ਗਿਆ। ਜੇਠ ਦੇ ਨਾਲ ਮੇਰੀ ਜਾਂਦੀ ਏ ਬਲਾ, ਕੁੰਡ ਚੁੱਕਿਆ ਨਾ ਜਾਏ, ਮੂੰਹ ਬੋਲਿਆ ਨਾ ਜਾਏ, ਕੁੰਡਾ ਖੋਲਿਆ ਨਾ ਜਾਏ। ਜੇਠ ਨੀ ਜੇਡਾ ਮੋਟਾ ਪੇਟ ਮੈਂ ਇਹਦੇ ਨਾਲ ਨਹੀਂ ਜਾਣਾ, ਨਹੀਂ ਜਾਣਾ, ਨਹੀਂ ਜਾਣਾ ਮੇਰੀ ਮਾਂ, ਮੈਂ ਇਹਦੇ ਨਾਲ ਨਹੀਂ ਜਾਣਾ। अस्सलाम वालेकुम एवरीवन, की हाल चाल है? मैं मंज़ारा जाफरी ते तुसी वेख रहे हो समा पंजाबी पॉडकास्ट। ते अज दे पॉडकास्ट दे विच साडे कोल गेस्ट ऐसे मौजूद ने जिन तुसी आए दिन वन सवन्ने पॉडकास्ट च शोज़ च इंटरव्यूज़ करदे, अपने चैनल दे उत्ते भी वन सवन्ने टोट के दसदे होया वेखदे हो। अज साडे पॉडकास्ट दे विच भी उही हस्ती मौजूद है। ए गाना गाने दा मकसद भी यही सी कि मैं अक्सर सोचनी आ कि जेह्ड़े जेठ हुंदे ने इन्हां दे पेट मोटे क्यों हुंदे ने, है ना। सोचने वाली गल है ना कि बई टप्पियां दा भी यही गल हिस्सा बन गई। इस सवाल नूं जानांगे साडे गेस्ट दे नाल। साडे कोल मौजूद ने, प्लीज वेलकम नईमा आपा। अस्सलाम वालेकुम नईमा जी। वालेकुम अस्सलाम जी आए नूं सब तो पहला थैंक यू, बहुत की शुक्रिया। हाल चाल है? ठीक ठाक अल्हम्दुलिल्लाह, तुसी सुनाओ। मैं भी बिल्कुल ठीक ठाक हां। नईमा आपा मैनूं ए दसोगे ਜਿਹੜੇ जेठ ਹੁੰਦੇ ਨੇ, जेठ ਤੇ ਛੱਡੋ, ਹੁਣ ਤੇ ਬੰਦੇ ਵੀ ਹਾਂ, ਵਿਆਹ ਤੋਂ ਕੁਝ ਟਾਈਮ ਬਾਅਦ ਇਹਨਾਂ ਦੇ ਢਿੱਡ ਕਿਉਂ ਵੱਡੇ ਹੁੰਦੇ ਨੇ? ਇਹ ਮਨ ਜੇਠ ਹੋਵੇ, ਮੀਆਂ ਹੋਵੇ ਜਾਂ ਕੋਈ ਵੀ ਹੋਵੇ ਜਿਨ੍ਹਾਂ ਦਾ ਵੱਡਾ ਪੇਟ, ਠੀਕ ਹੈ। ਤੁਸੀਂ ਆਂਦੇ ਕਿ ਸ਼ਾਦੀ ਤੋਂ ਬਾਅਦ ਮੀਆਂ ਦਾ ਵੀ ਪੇਟ ਵੱਡਾ ਕਿਉਂ ਹੋ ਜਾਂਦਾ ਹੈ? ਆਹੋ, ਲੋਕ ਕਹਿੰਦੇ ਨੇ ਹਰੇ ਖੁਸ਼ੀ ਸ਼ਾਦੀ 'ਚ ਬੜਾ ਖੁਸ਼ ਹੈ। ਨਹੀਂ ਜੀ, ਉਹ ਆਰਾਮ ਪ੍ਰਸਤ ਹੋ ਜਾਂਦੇ ਨੇ, ਠੀਕ ਹੈ ਨਾ। ਉਹ ਆਰਾਮ ਪ੍ਰਸਤ, ਅਸਲ ਗੱਲ ਹੈ, ਆਰਾਮ ਪ੍ਰਸਤ ਸੁਸਤ ਹੋ ਜਾਂਦੇ ਨੇ, ਸੁਸਤ ਹੋ ਜਾਂਦੇ ਨੇ, ਆਰਾਮ ਪ੍ਰਸਤ ਹੋ ਜਾਂਦੇ। ਤੇ ਜੇਠ ਦਾ ਵੀ ਜਿਹੜਾ ਅਹੁਦਾ ਹੈ ਉਹ ਵੱਡਾ ਹੈ, ਉਹ ਵੀ ਹੁਕਮ ਚਲਾਉਂਦੇ ਨੇ। ਉਹ ਕਦੋਂ ਦਾ ਆਰਾਮ ਕਰ ਰਹੇ ਹੁੰਦੇ, ਕਦੋਂ ਦਾ ਆਰਾਮ ਕਰ ਰਹੇ ਹੁੰਦੇ ਨੇ। ਬਿਲਕੁਲ ਸਹੀ ਹੈ, ਉਹ ਕਦੋਂ ਦਾ ਆਰਾਮ ਕਰ ਰਹੇ ਹੁੰਦੇ ਨੇ। ਤੇ ਆਰਾਮ ਪ੍ਰਸਤੀ ਖਤਮ ਕਰੋ, ਥੋੜਾ ਜਿਹਾ ਕੰਮ ਵਿੱਚ ਹੱਥ ਵਡਾਇਆ ਕਰੋ, ਤੇ ਥੋੜਾ ਜਿਹਾ ਅੰਦਰ ਬਾਹਰ ਵਾਲਾ ਕੰਮ ਕੀਤੀ ਕਰੋ ਤੁਸੀਂ, ਤਾਂ ਕਿ ਤੁਸੀਂ ਸਮਾਰਟ ਰਹੋ, ਠੀਕ ਹੈ ਨਾ। ਹਿਲ ਜੁਲ ਕਰਦੇ ਰਹੋ। ਪਰ ਇਹ ਹੈ ਕਿ ਵੱਡੇ ਪੇਟ ਦਾ ਨਾ ਅਸੀਂ ਇਲਾਜ, ਵੱਡੇ ਮਟਕੇ ਦਾ ਇਲਾਜ ਜਿਹੜਾ ਛੋਟੇ ਮਟਕੇ ਨਾਲ ਕਰ ਲੈਂਦੇ ਆ। ਕੋਈ ਔਖੀ ਗੱਲ ਨਾ। ਮਟਕੇ ਦੇ ਨਾਲ ਮਤਲਬ ਜਿਹੜਾ ਮਿੱਟੀ ਦਾ ਮਟਕਾ ਹੁੰਦਾ ਹੈ? ਨਹੀਂ, ਮੈਂ ਮਟਕਾ ਆਂਦੀ ਆ ਛੋਟੇ ਟਿੰਡਿਆਂ ਨੂੰ, ਠੀਕ ਹੈ ਨਾ। ਜਿਹੜਾ ਵੱਡਾ ਮਟਕਾ ਹੈ ਨਾ ਜੇਠ ਦਾ ਪੇਟ, ਠੀਕ ਹੈ, ਢਿੱਡ, ਤੇ ਉਹਦਾ ਇਲਾਜ ਕਰਾਂਗੇ ਛੋਟੇ ਮਟਕੇ ਨਾਲ। ਛੋਟਾ ਮਟਕਾ ਮੈਂ ਆਖਿਆ ਟਿੰਡੇ ਨੂੰ। ਇਹ ਬਹੁਤ ਅਜ਼ਮੂਦਾ ਮੇਰਾ ਨੁਸਖਾ ਹੈ। ਅੱਜ ਤੋਂ ਨਹੀਂ, ਮੈਨੂੰ ਲੱਗਦਾ ਜਦੋਂ ਦੀ ਮੈਂ ਆਈ ਹੈ ਨਾ ਮੀਡੀਆ ਤੇ, ਮੈਂ ਉਦੋਂ ਦੱਸ ਰਹੀ ਹਾਂ। ਤੇ ਅਲਹਮਦੁਲਿਲਾ ਲੋਕਾਂ ਨੇ ਇੰਨੇ ਇਹਦੇ ਰਿਜ਼ਲਟ ਦੱਸੇ ਨੇ, ਇੰਨੇ ਫਾਇਦੇ ਦੱਸੇ ਨੇ। ਉਹ ਕਹਿੰਦੇ ਆਪਾਂ ਸਿਰਫ ਪੇਟ ਢਿੱਡ ਦੀ ਚਰਬੀ ਨਹੀਂ, ਸਾਡੀ ਜਿਹੜੀ ਫਾਲਤੂ ਚਰਬੀ ਸੀ ਨਾ ਉਹ ਸਾਰੀ ਘਟ ਗਈ, ਤੇ ਨਾਲੇ ਨਾ ਘੁਟਨੇ ਤੰਦਰੁਸਤ ਹੋ ਗਏ। ਅੱਛਾ, ਹਾਂਜੀ, ਟਿੰਡਿਆਂ ਨਾਲ। ਟਿੰਡੇ ਦੇਸੀ ਹੋਣ, ਠੀਕ ਹੈ ਨਾ। ਦੇਸੀ ਛੋਟੇ ਛੋਟੇ ਟਿੰਡੇ ਜਿਹੜੇ ਨਾ ਵਾਲਾਂ ਵਾਲੇ ਟਿੰਡੇ ਹੁੰਦੇ ਦੇਸੀ, ਠੀਕ ਹੈ ਨਾ। ਤੁਸੀਂ ਨਾ ਤਕਰੀਬਨ ਪਾਓ 1.5 ਪਾਓ ਟਿੰਡੇ ਲੈ ਕੇ ਤੇ 2 ਲੀਟਰ ਪਾਣੀ 'ਚ ਨਾ ਉਹਨੂੰ ਪੱਕਣੇ ਚੜਾ ਦਿਓ, ਠੀਕ ਹੈ। ਪੱਕਣ ਵਾਸਤੇ ਰੱਖ ਦਿਓ। ਕੁਛ ਨਹੀਂ ਪਾਣਾ ਵਿੱਚ? ਨਹੀਂ, ਕੁਛ ਵੀ ਨਹੀਂ ਪਾਣਾ, ਨਮਕ ਮਿਰਚ ਕੋਈ ਸ਼ੈ ਨਹੀਂ, ਬਸ ਸਿਰਫ ਪਾਣੀ।
ਤੇ ਉਹ ਪੱਕ ਕੇ ਤਕਰੀਬਨ 1.5 ਲੀਟਰ ਰਹਿ ਜੇ ਪਾਣੀ ਤੁਹਾਡਾ, ਚੌਥਾ ਹਿੱਸਾ ਜਲ ਜੇ ਪਾਣੀ ਦਾ। ਤੇ ਤੁਸੀਂ ਨਾ 10 ਵਜੇ ਤੋਂ ਲੈ ਕੇ ਨਾ ਮਗਰਿਬ ਦੇ ਟਾਈਮ ਤੱਕ 2 3 4 ਵਾਰ ਕਰਕੇ ਉਹਨੂੰ ਪਾਣੀ ਪੀ ਲਓ, ਉਹ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਤੇ ਆਰਾਮ ਨਾਲ ਹੌਲੇ ਹੌਲੇ ਚਰਬੀ ਤੁਹਾਡੀ ਇਸ ਤਰ੍ਹਾਂ ਜਾਏਗੀ, ਖਾਸ ਤੌਰ ਤੇ ਢਿੱਡ ਦੀ ਚਰਬੀ। ਅੱਛਾ, ਟਿੰਡਾ ਨਹੀਂ ਖਾਣਾ, ਟਿੰਡਾ ਨਹੀਂ ਖਾਣਾ, ਸਿਰਫ ਪਾਣੀ ਪੀਣਾ ਹੈ। ਅੱਲਾਹ ਤਾਲਾ ਨੇ ਨਾ ਇਹ ਜਿਹੜੀ ਸਬਜ਼ੀ ਏ, ਫਰੂਟ ਏ, ਕਾਇਨਾਤ ਵਿੱਚ ਜਿੰਨੀ ਵੀ ਚੀਜ਼ਾਂ ਨੇ, ਠੀਕ ਹੈ ਨਾ, ਜਿੰਨੀਆਂ ਵੀ ਚੀਜ਼ਾਂ ਨੇ ਸਾਡੇ ਫਾਇਦੇ ਵਾਸਤੇ ਬਣਾਈ ਹੈ। ਤੁਹਾਨੂੰ ਪਤਾ ਹੈ ਇਨਸਾਨ ਜਦੋਂ ਆਇਆ ਸੀ ਨਾ, ਕਾਇਨਾਤ ਪਹਿਲੀ ਸਜਾ ਦੀ ਗਈ ਸੀ। ਬਿਲਕੁਲ, ਬੇਸ਼ੱਕ। ਤੇ ਉਦੋਂ ਨਾ ਕੋਈ ਡਾਕਟਰ ਸੀ, ਨਾ ਕੋਈ ਹਕੀਮ ਸੀ, ਨਾ ਕੋਈ ਹਸਪਤਾਲ ਸੀ, ਠੀਕ ਹੈ ਨਾ। ਤੇ ਜ਼ਰੂਰਤ ਕੀ ਸੀ? ਇਜਾਦ ਦੀ ਮਾਂ ਸੀ। ਤੇ ਅਸੀਂ ਜਿਹੜੇ ਸਟਾਰਟ ਵਿੱਚ ਅਜ਼ਲ ਤੋਂ ਗੱਲ ਕਰੋ ਨਾ, ਜਦੋਂ ਇਲਾਜ ਦਰਿਆਫਤ ਕੀਤੇ ਸੀ ਨਾ, ਇਨੀ ਜੜੀ ਬੂਟੀਆਂ ਕੋਲੋਂ, ਇਨੀ ਪੱਥਰ, ਹਾਂ, ਤੇ ਮੈਂ ਇਹ ਹੈ ਕਿ ਮੈਨੂੰ ਅਲਹਮਦੁਲਿਲਾ ਤੁਸੀਂ ਦਿੱਤਾ ਹੋਇਆ ਆਪਾ ਦਾ ਨਾਂ, ਤੇ ਇਸ ਕਰਕੇ ਦਿੱਤਾ ਹੋਇਆ ਕਿ ਮੈਂ ਪੁਰਾਣੀਆਂ ਗੱਲਾਂ ਕਰਦੀ ਹਾਂ ਸਾਰੀ। ਤੇ ਤੁਸੀਂ ਨਾ ਆਪਣੇ ਜੇਠ ਦਾ ਮਟਕੇ, ਵੱਡੇ ਮਟਕੇ ਦਾ ਛੋਟੇ ਮਟਕੇ ਨਾਲ ਇਲਾਜ ਕਰ ਲਓ, ਇਹ ਬਹੁਤ ਕਾਰਾਮਦ ਹੈ। ਸਿਰਫ ਢਿੱਡ ਦੀ ਚਰਬੀ ਨਹੀਂ, ਜਿਹੜੀ ਵੀ ਫालतू ਚਰਬੀ ਤੁਹਾਡੀ ਮਸਲ ਤੇ ਚਰਬੀ ਚੜੀ ਹੋਈ ਹੈ, ਅੱਛਾ ਕਰਨਾ ਕਿੰਨੇ ਦਿਨ? ਹੁਣ ਸਵਾਲ ਇਹ ਆਏਗਾ, ਠੀਕ ਹੈ ਨਾ। 15 ਦਿਨ ਮਤਵਾਤਰ ਕਰਨਾ ਹੈ। 15 ਦਿਨ ਤੋਂ ਬਾਅਦ ਨਾ ਕੋਈ ਵੀ ਤੁਸੀਂ ਟੋਟਕਾ ਕਰ ਰਹੇ ਹੋ ਨਾ, ਕੋਈ ਵੀ ਤੁਸੀਂ ਕਰ ਰਹੇ ਹੋ ਇਲਾਜ ਕਰ ਰਹੇ ਹੋ ਦੇਸੀ, ਤੇ ਨਾ ਹਫਤੇ ਦਾ ਗੈਪ ਜ਼ਰੂਰ ਦਿਆ ਕਰੋ ਵਿੱਚ, ਠੀਕ ਹੈ। 15 ਦਿਨ ਫੇਰ ਕਰ ਲਓ, 3 ਸੈਸ਼ਨ ਕਰਕੇ ਵੇਖੋ, ਇਨਸ਼ਾਅੱਲਾ ਤੁਸੀਂ ਭੁੱਲ ਜਾਓਗੇ। ਅਰੇ ਵਾਹ, ਮਤਲਬ ਵੇਖੋ ਲੋਕੀ ਕਿੱਡੇ ਮਹਿੰਗੇ ਇਲਾਜ ਕਰਾਉਂਦੇ, ਲਾਈਪੋਸਕਸ਼ਨ, ਉਹ ਤੇ ਪਤਾ ਨਹੀਂ, ਹੁਣ ਤੇ ਸਾਰਾ ਹੀ ਸਭ ਕੁਝ ਆਰਟੀਫੀਸ਼ੀਅਲ ਆ ਗਿਆ, ਫ੍ਰੀਜ਼ਿੰਗ ਟ੍ਰੀਟਮੈਂਟਸ, ਸਾਰਾ ਸਭ ਕੁਝ ਹੀ ਹੁਣ ਤੇ ਆਰਟੀਫੀਸ਼ੀਅਲ ਆ ਗਿਆ। ਇਹ ਨਾ ਮੈਂ ਸਟਾਰਟ ਜਦੋਂ ਆਈ ਸੀ ਨਾ, ਮਤਲਬ ਪਹਿਲੇ ਤੋਂ ਜੀ ਦੱਸਦੀ ਸੀ ਨਾ, ਮੀਡੀਆ ਤੇ ਆਏ ਮੈਨੂੰ ਤਕਰੀਬਨ ਹੋ ਗਏ 3-4 ਸਾਲ, ਤੇ ਮੈਂ ਉਦੋਂ ਦੀ ਦੱਸ ਰਹੀ ਹਾਂ ਜਿਨ੍ਹਾਂ ਨੇ ਇਹ ਕੀਤਾ ਹੈ ਪ੍ਰੋਪਰ, ਉਹ ਤੇ ਅਲਹਮਦੁਲਿਲਾ ਬੜਾ ਅੱਛਾ ਫੀਡਬੈਕ ਦਿੱਤਾ ਹੈ। ਇੱਕ ਮਸਲਾ ਇਹ ਹੈ ਕਿ ਜਦੋਂ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਨਾ, ਇਹ ਸਾਡੀ ਫਿਤਰਤ ਹੈ ਇਨਸਾਨਾਂ ਦੀ, ਥੋੜਾ ਜਿਹਾ ਮੂੰਹ ਤੇ ਵੀ ਲਾ ਕੇ ਵੇਖੋ, ਥੋੜਾ ਜਿਹਾ ਆ ਗਿਆ ਨਾ, ਰੰਗ ਸਾਫ਼ ਹੋ ਗਿਆ ਤਾਂ ਛੱਡ ਦੇਣਾ ਉੱਥੇ। ਪਰ ਕੋਈ ਹੈ ਕਿ ਜਿਹੜਾ ਪੂਰਾ ਟੋਟਕਾ ਕਰਦੇ ਨੇ, ਜਿਨ੍ਹਾਂ ਨੇ ਪੂਰਾ ਕੀਤਾ ਅਲਹਮਦੁਲਿਲਾ ਉਹਨਾਂ ਨੂੰ ਬੜਾ ਫਾਇਦਾ ਹੋਇਆ। ਨਾਲੇ ਇਹ ਵੀ ਤਾਂ ਹੁੰਦਾ ਹੈ ਕਿ ਖਾਲੀ ਤੁਸੀਂ ਪਾਣੀ ਤੇ ਪੀ ਲਓ, ਲੇਕਿਨ ਉਸ ਤੋਂ ਇਲਾਵਾ ਆਪਣਾ ਮੂੰਹ ਵੀ ਕੰਟਰੋਲ ਕਰਨਾ ਪਏਗਾ ਨਾ, ਇੱਥੇ ਜ਼ਿਪ ਲਾਣੀ ਪਏਗੀ ਨਾ। ਹਾਂ, ਇੱਥੇ ਜ਼ਿਪ ਲਾਣੀ ਪਏਗੀ, ਬਿਲਕੁਲ। ਹਾਂ, ਪਹਿਲੇ ਪੂਰੀ ਕੜਾਈ ਖਾਦ ਲਈ 2 ਨਾਨ 4 ਨਾਨਾਂ ਨਾਲ, ਤੇ ਫਿਰ ਤੁਸੀਂ ਆਖੋ ਆਪਾਂ ਟਿੰਡੇ ਦਾ ਪਾਣੀ ਪੀਆ ਸੀ ਤਾਂ ਆਰਾਮ ਨਹੀਂ ਆ, ਤੇ ਫਿਰ ਨਹੀਂ ਆਣਾ, ਫਿਰ ਨਹੀਂ ਆਣਾ, ਬਿਲਕੁਲ ਨਹੀਂ। ਪਤਾ ਕੀ ਹੈ, ਮੈਂ ਤੇ ਇੱਕ ਸਪੈਸੀਫਿਕ ਹੀ ਤੁਹਾਨੂੰ ਟੋਟਕਾ ਦੱਸਿਆ, ਪਰ ਇਹ ਹੈ ਮੈਂ ਆਪਣੀ ਗੱਲ ਦਾ ਜਦੋਂ ਆਗਾਜ਼ ਕਰਨੀ ਆ ਨਾ, ਇਸ ਗੱਲ ਤੋਂ ਹੀ ਕਰਨੀ ਆ ਕਿ ਇੱਕ ਆਪਣਾ ਲਾਈਫ ਸਟਾਈਲ ਤੇ ਦੂਜਾ ਖਾਣੇ ਦਾ ਸਟਾਈਲ, ਠੀਕ ਹੈ ਨਾ। ਇੱਕ ਲਾਈਫ ਸਟਾਈਲ ਤੇ ਦੂਜਾ ਖਾਣੇ ਦਾ ਸਟਾਈਲ, ਦੋਵੇਂ ਠੀਕ ਕਰੋ। ਲਾਈਫ ਸਟਾਈਲ ਵਿੱਚ ਕੀ ਹੈਗਾ ਕਿ ਥੋੜਾ ਜਿੰਨਾ ਵੀ ਆਰਗੈਨਿਕ ਤੁਹਾਨੂੰ ਮਿਲ ਰਿਹਾ ਨਾ, ਉਹ ਖਾਓ, ਘੱਟ ਖਾਓ, ਠੀਕ ਹੈ। ਤੇ ਇੱਥੇ ਨਾ ਜ਼ਿਪ ਲਾ ਕੇ ਰੱਖੋ, ਰਿਫਾਈਨਡ ਚੀਜ਼ਾਂ ਛੱਡ ਦਿਓ, ਫਰਾਈ ਚੀਜ਼ਾਂ ਛੱਡ ਦਿਓ, ਜੀਣਾ ਹੈ ਤਾਂ ਚੱਜ ਨਾਲ ਜੀ ਲਓ ਨਾ, ਠੀਕ ਹੈ ਨਾ। ਥੋੜੀ ਜਿਹੀ ਵਾਕ ਸ਼ੌਕ ਕਰੋ। ਤੇ ਦੂਜਾ ਇਹ ਹੈ ਕਿ ਜਿੰਨੇ 32 ਦਾੰਤ ਨੇ ਨਾ ਸਾਡੇ, 19 ਦਫਾ ਤਾਂ ਐਟਲੀਸਟ ਇੱਕ ਜਿਹੜਾ ਤੁਹਾਡਾ ਨਿਵਾਲਾ ਹੈ ਉਹਨੂੰ ਇੰਨੀ ਦਫਾ ਤੇ ਚਬਾਓ ਨਾ, ਜਿਹੜਾ 32 ਵਾਰੀ, ਹਾਂਜੀ 32 ਵਾਰੀ ਤੁਸੀਂ ਚਬਾ ਕੇ ਤੇ ਵੇਖੋ। ਅਸਾਂ ਪਤਾ ਕੀ ਕਰਨੇ ਆ, ਜਿਹੜਾ ਆਂਤਾਂ ਦਾ ਕੰਮ ਹੈ, ਉਹ ਆਂਤਾਂ ਕੋਲ ਲੈ ਰਹੇ ਆ ਕਿ 2 ਇੱਧਰ ਮਾਰੇ ਨੇ ਜਾਨਵਰਾਂ ਤਰ੍ਹਾਂ, ਤੇ ਆਹੋ ਅਕਸਰ ਤਾਂ ਵਿੱਚ ਹੀ ਸੁੱਟੀ ਜਾਂਦੇ, ਵਿੱਚ ਹੀ ਸੁੱਟੀ ਜਾਂਦੇ। ਤੇ ਫਿਰ ਇਹ ਤੁਸੀਂ ਸੋਚ ਕੇ ਵੇਖੋ, ਜਿਹੜਾ ਗ੍ਰਾਈਂਡਰ ਵਾਲਾ ਜੱਗ ਹੁੰਦਾ ਹੈ ਉੱਤੇ ਥੱਲੇ ਭਰਦੀ ਹੈ, ਤੇ ਉਹ ਜੱਗ ਵੀ ਜਿਹੜੀ ਮਸ਼ੀਨਰੀ ਹੈ, ਖਾਦਾ ਵੀ ਥੋੜਾ ਨਹੀਂ, ਹਾਂ ਜਿਹੜਾ ਚੂ ਕਰੋਗੇ ਤਾਂ ਖਾਦਾ ਜ਼ਿਆਦਾ ਚੂ ਕਰਨ ਨਾਲ ਥੋੜਾ ਖਾਦਾ ਜਾਏਗਾ। ਤੇ ਤੁਸੀਂ ਨਾ ਇੰਜ ਕਰੋ ਕਿ 32 ਵਾਰ ਲਾਜ਼ਮੀ ਚਬਾਓ। ਅੱਜ ਕੱਲ 3-4 ਬਸ ਇੱਧਰ ਮੂੰਹ ਮਾਰਿਆ ਤੇ ਅਗਲਾ ਨਵਾਲਾ ਨਹੀਂ, ਇੱਕ ਮੂੰਹ ਵਿੱਚ, ਇੱਕ ਹੱਥ ਵਿੱਚ, ਇੱਕ ਨਜ਼ਰ ਵਿੱਚ। ਐਸੀ ਤਰ੍ਹਾਂ ਹੀ ਹੈ ਨਾ, ਇੱਕ ਹੱਥ ਮੂੰਹ ਵਿੱਚ, ਇੱਕ ਹੱਥ ਵਿੱਚ, ਇੱਕ ਨਜ਼ਰ ਵਿੱਚ, ਅਗਲਾ ਇਹ ਆ ਰਿਹਾ, ਤੇ ਫਿਰ ਹਾਲ ਤੇ ਇਹੀ ਬਣਨਾ ਹੈ। ਗੰਜੇ ਵੀ ਹੋਣੇ, ਢਿੱਡ ਵੱਡੇ ਵੀ ਹੋਣੇ, ਤੇ ਫਿਰ ਲਾਈਫ ਸਟਾਈਲ ਖਰਾਬ ਹੋਣਾ ਤੁਹਾਡਾ। ਬਿਲਕੁਲ। ਅੱਛਾ, ਇਹ ਦੱਸੋ ਕਿ ਇਹ ਟੋਟਕਿਆਂ ਵਾਲੇ ਪਾਸੇ, ਮਤਲਬ ਕਿ ਘਰ ਚ ਕੌਣ ਦੱਸਦਾ ਸੀ ਟੋਟਕੇ? ਅੰਮੀ ਦੱਸਦੇ ਸਨ, ਦਾਦੀ ਨਾਨੀ, ਕੌਣ ਦੱਸਦਾ ਸੀ? ਤੇ ਰੁਝਾਨ ਕਿਵੇਂ ਆਇਆ ਕਿ ਮੈਂ ਟੋਟਕੇ ਦੱਸਣੇ ਹੁਣ ਲੋਕਾਂ ਨੂੰ? ਟੋਟਕੇ ਕੀ ਹੈ, ਇਹ ਨਾ ਹਿਕਮਤ ਹੈਗੀ। ਮੇਰੇ ਕੋਲ ਨਾ ਅਲਹਮਦੁਲਿਲਾ ਕੋਈ 7-8 ਨਸਲਾਂ ਦਾ ਨੌਲੇਜ ਹੈ ਅਲਹਮਦੁਲਿਲਾ। ਇਹ ਹੈ ਕਿ ਨਾ ਪਹਿਲੇ ਤੇ ਜਦੋਂ ਮੈਂ 8 ਸਾਲ, ਮੈਂ ਪਹਿਲੇ ਇੱਥੇ ਵੀ ਦੱਸ ਕੇ ਗਈ ਹਾਂ, ਮੈਂ ਹਰ ਜਗ੍ਹਾ ਹੀ ਦੱਸਣੀ ਆ। ਇੱਕ ਇਹ ਹੈ ਕਿ ਜਿਹੜੇ ਨਵੇਂ ਆਉਣ ਵਾਲੇ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ। ਮੈਂ 8 ਸਾਲ ਦੀ ਸੀ ਉਦੋਂ ਮੇਰੇ ਬਾਲ ਜਿਹੜੇ ਸੀ ਨਾ ਸਫੇਦ ਹੋ ਗਏ ਸੀ। 8 ਸਾਲ ਦੀ ਉਮਰ 8 ਸਾਲ ਦੀ ਉਮਰ ਵਿੱਚ, 8-9 ਸਾਲ ਦੀ ਉਮਰ ਵਿੱਚ ਨਾ ਮੇਰੇ ਨਾ ਇੰਨਾ ਏਰੀਆ ਜਿਹੜਾ ਹੈ ਨਾ, ਮਤਲਬ 80% ਬਾਲ ਸੀ ਨਾ, ਉਹ ਚਿੱਟੇ ਹੋ ਗਏ ਸੀ। ਤੇ ਹਾਂ, ਮੇਰੇ ਉੱਤੇ ਐਕਸਪੈਰੀਮੈਂਟ ਹੋਏ। ਫਿਰ ਐਕਸਪੈਰੀਮੈਂਟ ਕੀ ਹੋਏ, ਆਮਲਾ, ਰੀਠਾ, ਸਿੱਕਾਕਾਈ, ਜਿਹੜੇ ਬੇਸਿਕ ਹਰਬ ਨੇ ਉਹ ਇਸਤੇਮਾਲ ਹੋਏ, ਠੀਕ ਹੈ। ਮੇਰੇ ਬਚਪਨ ਦੀ ਕਹਾਣੀ ਮੈਂ ਤੁਹਾਨੂੰ ਦੱਸ ਰਹੀ ਹਾਂ। ਪਹਿਲਾ ਜਿਹੜਾ ਟੋਟਕਾ ਮੇਰੇ ਤੋਂ ਇਸਤੇਮਾਲ ਹੋਇਆ ਸੀ ਨਾ, ਉਹ ਆਮਲਾ, ਰੀਠਾ, ਸਿੱਕਾਕਾਈ,
ਇਹ ਮੇਰੇ ਸਿਰ ਤੇ ਨਾ ਮਤਲਬ ਇਹ ਉਖਲ ਕੀ ਹੁੰਦਾ ਸੀ, ਮੁਸਲ ਹੁੰਦਾ ਸੀ ਤੇ ਉਹਦੇ ਵਿੱਚ ਲੱਕੜੀ ਦਾ, ਉਹਦੇ ਵਿੱਚ ਕੁੱਟ ਛਾਣ ਕੇ ਉਹਦੀ ਵੀ ਇਫਾਦੀਅਤ ਆਂਦੀ ਹੋਣੀ, ਤੇ ਸਾਰਾ ਮੇਰੀ ਅੰਮੀ ਨਾਲ ਦਹੀਂ ਚ ਮਿਲਾ ਕੇ ਉਹ ਸਿਰ ਉੱਤੇ ਲਾ ਕੇ ਤੇ ਆਪਣਾ ਉਹਨਾਂ ਦਾ ਹੀ ਤੇਲ ਬਣਾਉਣਾ, ਤੇ ਜਿਹੜੀ ਸਰਸੋਂ ਨਹੀਂ ਹੈਗੀ, ਸਰਸੋਂ ਦਾ ਤੇਲ ਕੱਢ ਕੇ ਤੇ ਖਲ ਬਚ ਜਾਂਦੀ ਉਹਨਾਂ ਦੀ, ਠੀਕ ਹੈ ਨਾ। ਖਲ ਦੇ ਉਹ ਖਲ ਨਹੀਂ ਸੀ, ਉਹ ਸ਼ੈਂਪੂ ਅੱਜ ਵੀ ਤੁਸੀਂ ਲਾ ਕੇ ਵੇਖ ਲਓ, ਤੁਹਾਨੂੰ ਸ਼ੈਂਪੂ ਦੀ ਲੋੜ ਨਹੀਂ ਪਏਗੀ। ਇੰਨੀ ਕਾਰਾਮਤ ਅੱਗੇ ਜਾ ਕੇ ਤੁਹਾਨੂੰ ਦੱਸਾਂਗੀ, ਤੁਸੀਂ ਇੰਤਜ਼ਾਰ ਕਰੋ, ਠੀਕ ਹੈ ਨਾ। ਹਾਂ, ਤੁਸੀਂ ਇੰਤਜ਼ਾਰ ਕਰੋ। ਤੇ ਮੇਰੇ ਉੱਤੇ ਨਾ ਤਜਰਬੇ ਹੋਈ ਸੀ ਜਦੋਂ ਮੈਂ ਹੋਈ ਤਕਰੀਬਨ 13 ਸਾਲ ਦੀ, ਤੇ ਮਾਸ਼ਾਅੱਲਾ ਮੇਰੇ ਵਾਲ ਇਹ ਹੈ, ਮੇਰੇ ਵਾਲ ਕੇ ਮੋਟੇ ਲੰਬੇ ਹੈਂਡ ਸੀ ਪਰ ਚਿੱਟੇ ਹੋ ਗਏ ਸੀ, ਤੇ ਉਹ ਕਾਲੇ ਹੋ ਕੇ ਮਾਸ਼ਾਅੱਲਾ ਏਡੀ ਮੋਟੀ ਚੋਟੀ ਮੇਰੀ ਵੀ, ਜਿਸ ਤਰ੍ਹਾਂ ਮੇਰੀ ਹੋਰ ਸਹੇਲੀਆਂ। ਹਾਂ ਹਾਂ, ਐ ਨਹੀਂ ਉਹਨੇ ਕੀਤਾ ਤੁਹਾਨੂੰ ਲੈ ਕੇ ਤੇ ਹਸਪਤਾਲ ਭੱਜ ਗਏ? ਨਹੀਂ 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 ਨਹੀਂ, ਮੈਂ ਕਹਿੰਦੀ ਹਾਂ ਅਲਹਮਦੁਲਿਲਾ। ਮੈਂ ਰੋਂਦੀ ਸੀ, ਅੰਬੀ ਉਹ ਵੇਖਣਾ ਮੇਰੀ ਫਲਾਂ ਸਹੇਲੀ ਦੇ ਵਾਲ ਕਾਲੇ, ਫਲਾਂ ਸਹੇਲੀ ਦੇ ਕਾਲੇ, ਤੁਸੀਂ ਨਹੀਂ ਕਰਨ ਦਿੰਦੇ, ਇੰਜ ਨਹੀਂ ਉਂਝ। ਬੱਚੇ ਨੂੰ ਇੱਕ ਹੁੰਦੀ ਹੈ ਨਾ, ਮੇਰਾ ਰੰਗ ਜਿਹੜਾ ਨਾ ਸਾਂਵਲਾ ਹੁਣ ਵੀ ਪਤਾ ਨਹੀਂ ਥੋੜਾ ਬਹੁਤੀ ਸਾਫ਼ ਹੋ ਗਿਆ, ਕੋਸ਼ਿਸ਼ ਕਰਾ ਕੇ ਨਾ ਟੋਟਕਿਆਂ ਨਾਲ ਚਿੱਟਾ ਹੋ ਗਿਆ, ਆਪਣੇ ਟੋਟਕਿਆਂ ਨਾਲ, ਆਪਣੇ ਟੋਟਕਿਆਂ ਨਾਲ ਹੀ। ਤੇ ਇਹ ਹੈ ਕਿ ਮੈਂ ਉਹ ਵੀ ਦੱਸਾਂਗੀ ਤੁਹਾਨੂੰ, ਪਰ ਇਹ ਹੈ ਕਿ ਮੈਂ ਨਾ ਰੰਗਤ ਜਿਹੜੀ ਸੀ ਨਾ ਥੋੜੀ ਸਾਂਵਲੀ ਸੀ ਤੇ ਬਾਲ ਚਿੱਟੇ ਹੋ ਗਏ, ਤੇ ਸੋਚੋ ਨਾ ਬੱਚਾ ਕੰਪਲੈਕਸ ਚ ਆ ਜਾਂਦਾ ਹੈ। ਫਿਰ ਮੇਰੀ ਅੰਮਾ ਨੇ ਨਾ ਮੈਨੂੰ ਕਲਰ ਨਹੀਂ ਲਾਉਣ ਦਿੱਤਾ, ਕਹਿੰਦੇ ਨਾ। 8 ਸਾਲ ਦੀ ਸੀ ਉਦੋਂ, ਪਤਾ ਹੀ ਕੋਈ ਨਹੀਂ ਸੀ। 10 ਸਾਲ ਦੀ ਜਿਹੜੇ 11 ਸਾਲ ਦੀ ਹੋਈ, ਮੇਰੇ ਨਾ ਸਹੇਲੀਆਂ ਦੇ ਵਾਲ ਇੰਨੇ ਖੂਬਸੂਰਤ ਤੇ ਮੇਰੇ ਵਾਲ ਚਿੱਟੇ ਕਾਲੇ, ਤੇ ਮੈਨੂੰ ਬੜਾ ਹੀ ਕੰਪਲੈਕਸ ਹੁੰਦਾ ਸੀ। ਤੇ ਮੈਂ ਕਹਿੰਦੀ ਸ਼ੁਕਰ ਅਲਹਮਦੁਲਿਲਾ, ਉਸ ਟਾਈਮ ਮੇਰੀ ਮਾਂ ਨੇ ਨੇਚਰ ਦੇ ਕਰੀਬ ਮੈਨੂੰ ਰੱਖਿਆ ਤੇ ਅੱਜ ਮੈਂ ਇੱਥੇ ਬੈਠੀ ਹਾਂ। ਫਿਰ ਇਹ ਹੈ ਕਿ ਅਸੀਂ ਕਜ਼ਨ ਮੈਰਿਜ ਸਾਡੀ ਹੋਈ ਹੈ, ਤੇ ਅਸੀਂ ਦੋਵੇਂ ਮੀਆਂ ਬੀਵੀ ਨਾਨੀ ਕੋਲ ਰਹਿੰਦੇ ਸੀ। ਮੇਰੀ ਨਾਨੀ ਕੋਲ ਸੀ ਅਸਲ 7 ਪੁਸ਼ਤਾਂ ਦਾ ਨੌਲੇਜ। ਮੇਰੀ ਨਾਨੀ ਦੇ ਨਾਨਾ, ਉਹਨਾਂ ਦੇ ਅੱਬਾ, ਇਹ ਨਾ ਖਾਨਦਾਨੀ ਇੰਡੀਆ ਵਿੱਚ ਇਹ ਇਮਾਮ ਸੀ, ਤੇ ਜਿਹੜੇ ਮੁੱਲੇ ਹੁੰਦੇ ਨੇ ਨਾ, ਉਹ ਮਤਲਬ ਤਨਖਾਹ ਨਹੀਂ ਲੈਂਦੇ, ਬਸ ਉਹ ਹਿਕਮਤ ਕਰਦੇ ਸੀ, ਉਹਨਾਂ ਦਾ ਖਾਨਦਾਨ ਕਰਦਾ ਸੀ ਹਿਕਮਤ। ਤੇ ਮੇਰੀ ਨਾਨੀ ਕੋਲ ਬਹੁਤ ਨੌਲੇਜ ਸੀ, ਤੇ ਮੇਰੀ ਖਾਲਾ, ਮੇਰੇ ਹੋਰ ਵੀ ਮਾਸ਼ਾਅੱਲਾ ਕੋਈ ਅਸੀਂ 40-45 ਕਜ਼ਨ ਆ, ਕਿਸੇ ਨੇ ਨਹੀਂ ਲਿਆ। ਗੱਦੀ ਨਸ਼ੀ ਕੋਈ ਹੁੰਦਾ ਹੈ, ਗੱਦੀ ਨਸ਼ੀ ਕੋਈ ਹੁੰਦਾ ਹੈ, ਤੇ ਮੇਰੇ ਅੰਦਰ ਅਲਹਮਦੁਲਿਲਾ ਗਟਸ ਸੀ, ਤੇ ਮੈਂ ਆਪਣੀ ਨਾਨੀ ਕੋਲ ਲਿਆ। ਮੇਰੀ ਨਾਨੀ ਬਿਸ਼ਤੀ ਜ਼ੇਵਰ ਸੁਣਦੀ ਸੀ। ਇੱਕ ਇਹ ਹੈ ਕਿ ਜਿਹੜਾ ਤੁਹਾਡਾ ਇੰਟਰਸਟ ਹੈ ਨਾ, ਤੁਸੀਂ ਨਾ ਚਾਹੁੰਦੇ ਉੱਥੇ ਤਵੱਜੋ ਕਰਦੇ ਹੋ ਕਿ ਇਹ ਕੀ ਹੋ ਰਿਹਾ ਹੈ। ਜਦੋਂ ਮੇਰੀ ਨਾਨੀ ਦੇ ਕੋਲ ਆਉਂਦੇ ਸੀ ਨਾ, ਲਾਗੇ ਜਿੱਡੇ ਵੀ ਪਿੰਡ ਹੁੰਦੇ ਸੀ, ਸਾਰੇ ਮੇਰੇ ਬੱਚੇ ਦੀ ਅੱਖ 'ਚ ਪਾਣੀ ਵਗ ਰਿਹਾ, ਇਹ ਪੇਟ 'ਚ ਦਰਦ ਹੋ ਗਿਆ, ਇਹ ਖਸਰਾ ਨਿਕਲ ਰਿਹਾ, ਇਹ ਖਸਰਾ ਨਹੀਂ ਨਿਕਲ ਰਿਹਾ ਹੈ, ਇਹ ਵੇਖੋ। ਇੰਨਾ ਸੀ ਉਹਨਾਂ ਦਾ ਤਜਰਬਾ ਕਿ ਬਸ ਸਿਰਫ ਚੈਸਟ ਨੂੰ ਵੇਖਦੇ ਸੀ ਦੂਰੋਂ ਤੇ ਦੱਸ ਦਿੰਦੇ ਸੀ ਕਿ ਇਹਨੂੰ ਇਹ ਦੇ ਦਿਓ। ਅਲਹਮਦੁਲਿਲਾ ਅਸੀਂ ਇਹੀ ਵੇਖਿਆ। ਮੇਰਾ ਬੜਾ ਮਤਲਬ ਸ਼ਾਦੀ ਤੋਂ ਪਹਿਲੇ ਇਹ ਨਾ ਛੁੱਟੀਆਂ 'ਚ ਆਉਂਦੇ ਸੀ, ਤੇ ਛੁੱਟੀਆਂ 'ਚ ਆਉਂਦੇ ਸੀ ਤਾਂ ਵੇਖਦੇ ਸੀ ਕਿ ਵਾਹ ਬੰਦੇ ਨਾ ਲਾਗੇ ਪਿੰਡ, ਕਿਉਂਕਿ ਉੱਥੇ ਤਾਂ 2-3 ਪਿੰਡਾਂ 'ਚ ਇੱਕ ਡਿਸਪੈਂਸਰੀ ਹੁੰਦੀ ਸੀ, ਉਹ ਵੀ ਹਫਤੇ 'ਚ ਇੱਕ ਦਿਨ ਡਾਕਟਰ ਨੇ ਆਉਣਾ, ਇੱਕ ਦਿਨ ਡਾਕਟਰ ਨੇ ਆਉਣਾ, ਤੇ ਫਿਰ ਇਹੀ ਸਾਰੇ ਟੋਟਕੇ ਸਾਰੇ ਇਲਾਜ ਚੱਲਦੇ ਸੀ। ਤੇ ਮੈਨੂੰ ਨਾ ਉਧਰੋਂ ਮੇਰੀ ਨਾਨੀ ਕੋਲੋਂ ਮਿਲਿਆ ਜ਼ਿਆਦਾ ਨੌਲੇਜ। ਅੱਛਾ, ਤੁਸੀਂ ਜਿਹੜੀ ਐਲੋਪੈਥੀ ਹੈ, ਮੈਡੀਕਲ ਸਾਇੰਸ ਹੈ, ਇਹ ਤੇ ਬਿਲੀਵ ਕਰਦੇ ਹੋ, ਇਹਨੂੰ ਟੋਟਲ ਡਿਨਾਈ ਕਰਦੇ ਹੋ? ਬੜੀ ਪਿਆਰੀ ਜੰਗ ਚੱਲ ਰਹੀ ਮੇਰੇ ਘਰ। ਅੱਛਾ, ਹਾਂ, ਅੱਜ ਮੈਂ ਤੁਹਾਨੂੰ ਦੱਸ ਦੇਣੀ ਆ ਪਹਿਲੀ ਦਫਾ। ਅੱਛਾ, ਮੇਰੀ ਨਾ ਜਿਹੜੇ ਟੋਟਕੇ ਨੇ ਨਾ, ਉਹ ਸਾਇੰਟੀਫਿਕਲੀ ਪ੍ਰੂਵ ਕਰਦੀ ਮੇਰੀ ਬੇਟੀ ਬਾਇਓਟੈਕਨੋਲੋਜਿਸਟ GC ਵਿੱਚ ਪੜ੍ਹ ਰਹੀ ਹੈ। ਤੇ ਇੱਕ ਦਹੀਂ ਜਮਾਈ ਹੈ, ਠੀਕ ਹੈ ਨਾ, ਦਹੀਂ ਜਮਾਈ ਹੈ ਨਾ, ਮੈਂ ਉਹਨੂੰ ਦੱਸਦੀ ਬੇਟਾ ਇਹ ਨਾ ਪ੍ਰੋਬਾਇਓਟਿਕ ਹੈ, ਇਹ ਆਂਤਾਂ ਦੇ ਜਿਹੜੇ ਹੈ ਨਾ ਆਪਣੇ ਗੁੱਡ ਬੈਕਟੀਰੀਆ, ਉਹਨਾਂ ਦੇ ਉੱਤੇ ਕੰਮ ਕਰਦੀ ਹੈ, ਅੱਛਾ ਹੈ, ਗਟ ਵਾਸਤੇ ਅੱਛਾ ਹੈ, ਇੰਜ ਕਰਦੇ। ਉਹ ਮੈਨੂੰ ਸਮਝਾ ਦਿੰਦੀ ਹੈ ਸਾਇੰਸ ਦੀ ਜ਼ਬਾਨ ਵਿੱਚ, ਮਮਾ ਇਹ ਹੈ ਐਸੇ ਹੈ। ਗੱਲ ਇਹ ਹੈ ਕਿ ਜਿੱਧਰ ਮੇਰੀ ਗੱਲ ਸ਼ੁਰੂ ਹੁੰਦੀ ਹੈ ਨਾ, ਉਹ ਸਾਇੰਸ ਦੀ ਜ਼ਬਾਨ ਵਿੱਚ ਘੁੰਮਾ ਕੇ ਸਾਰੇ ਬਾਇਓਟੈਕਨੋਲੋਜੀ ਵਿੱਚ ਸਾਰੀ ਮੈਡੀਕਲ ਆ ਕੇ ਤਾਂ ਆ ਜਾਂਦੀ ਫਿਰ ਟੋਟਕਿਆਂ ਤੇ। ਗੱਲ ਇਹੀ ਹੈ ਕਿ ਮੈਂ ਬੇਸਿਕ ਕਰਨੀ ਆ, ਮੈਂ ਸਾਰੀ ਬੇਸਿਕ ਗੱਲ ਕਰਨੀ ਆ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਇਹ ਜਿਹੜੇ ਹੈ ਆਪਣਾ ਕੀਮਾਈਕ, ਇਹ ਸੀਨਰੀਆਂ, ਇਹ ਸਾਰਾ ਸਭ ਕੁਛ ਮੇਰੀ ਨਜ਼ਰ ਵਿੱਚ ਸਾਰੇ ਟੋਟਕੇ ਨੇ, ਇਹ ਸਾਰੇ ਜੁਗਾੜ ਨੇ, ਸਾਰੇ ਇਨਸਾਨਾਂ ਨੇ ਬਣਾਏ ਨੇ। ਦਿਮਾਗ ਚੱਲਦਾ ਹੈ, ਮੈਡੀਸਨਸ ਨੇ ਸਾਰੇ। ਜ਼ਾਹਿਰ ਗੱਲ ਹੈ, ਦੇਖੇ ਇੱਕ ਤੇ ਹੈ ਨਾ, ਇੱਕ ਫਾਸਟ ਹੈ, ਠੀਕ ਹੈ ਨਾ। ਇਹ ਤੁਸੀਂ ਇੱਕ ਅਗਰ ਜਿਸ ਤਰ੍ਹਾਂ ਫਸਟ ਟਾਈਮ ਮੇਰਾ ਬਹੁਤ ਜ਼ਿਆਦਾ ਹਾਈ ਹੋ ਗਿਆ ਸੀ ਸ਼ੂਗਰ, ਮੈਨੂੰ ਪਤਾ ਨਹੀਂ ਸੀ। ਮੈਂ ਇੱਕ ਡਾਇਬੀਟਿਕ ਪੇਸ਼ੈਂਟ ਹਾਂ 7 ਸਾਲ ਤੋਂ, ਪਤਾ ਹੀ ਨਹੀਂ ਸੀ ਨਾ ਮੇਰੇ ਨਨਿਆਲ ਵਿੱਚ ਦਦਿਆਲ ਵਿੱਚ ਤੇ ਕੋਈ ਸ਼ੂਗਰ ਦੀ ਕੋਈ ਅਲਾਬਲਾ ਹੈ ਹੀ ਨਹੀਂ ਸੀ। ਤੇ ਅਚਾਨਕ ਡਾਇਗਨੋਜ਼ ਹੋਇਆ ਮੈਨੂੰ। ਹਾਂ, ਤੇ ਵਾਹ ਸਾਰਾ ਹੀ ਮਤਲਬ ਬੇਹੋਸ਼ ਹੋਣ ਵਾਲੀ ਹੋ ਗਈ ਸੀ ਮੈਂ। ਪਤਾ ਨਹੀਂ ਕੀ ਹੋ ਗਿਆ, ਹਾਂ ਪਤਾ ਨਹੀਂ ਸੀ ਕੀ ਹੋ ਗਿਆ। ਹੱਥ ਬਿਲਕੁਲ ਸ਼ੈਲ ਹੋ ਗਿਆ ਸੀ ਨਾ, ਇਹ ਮਤਲਬ ਮੈਂ ਰੋਟੀ ਦਾ ਪੇੜਾ ਬਣਾ ਰਹੀ ਸੀ, ਹੱਥ ਸਾਥ ਨਹੀਂ ਸੀ ਦੇ ਰਿਹਾ। ਜੀ ਬਿਲਕੁਲ ਨਾ, ਇੱਕ ਆਪਕੋ ਤੁਸੀਂ ਇਹ ਆਖ ਸਕਦੇ ਹੋ ਕਿ ਇੱਕ ਮੇਰਾ ਕਹਿਣਾ ਨਹੀਂ ਸੀ ਮੰਨ ਰਿਹਾ, ਠੀਕ ਹੈ ਨਾ, ਮਤਲਬ ਕੰਟਰੋਲ ਵਿੱਚ ਨਹੀਂ ਸੀ ਰਿਹਾ। ਤੇ ਜਦੋਂ ਟੈਸਟ ਕਰਾਏ ਤਾਂ ਸ਼ੂਗਰ ਬਹੁਤ ਜ਼ਿਆਦਾ ਆ ਗਈ, ਤੇ ਉਹ ਤੇ ਮੈਂ ਦਵਾਈ ਖਾਧੀ ਹੈ। ਸਹੀ ਹੈ, ਸਟਾਰਟ ਵਿੱਚ ਤੇ ਜ਼ਾਹਿਰੀ ਗੱਲ ਹੈ, ਬੁਖਾਰ ਹੁੰਦਾ ਹੈ ਤੇ ਉਹਦੀ ਵੀ ਦਵਾਈ ਲੈਣੀ ਪੈਂਦੀ ਹੈ। ਪੇਟ 'ਚ ਦਰਦ ਹੋਵੇ ਇੱਕਦਮ ਤੁਸੀਂ ਜਾ ਸਕਦੇ ਹੋ। ਪਰ ਇਹ ਟੋਟਕੇ ਜਿਹੜੇ ਨੇ ਨਾ, ਇਹ ਫਸਟ ਏਡ ਜਿਹੜੀ ਹੈ, ਇਹ ਘਰਾਂ ਵਿੱਚ ਜਿਹੜੀਆਂ ਜਿਸ ਤਰ੍ਹਾਂ ਮਾਵਾਂ ਪਹਿਲੇ ਕਰਦੀਆਂ ਸੀ ਨਾ, ਕਿੱਥੇ ਹਸਪਤਾਲ ਸੀ,
ਕਿੱਥੇ ਡਾਕਟਰ ਸੀ ਜਾਂ ਕਿੱਥੇ ਮੈਡੀਸਨ ਸੀ। ਹੁਣ ਤੇ ਬਹੁਤ ਹੀ ਫਾਸਟ ਟਰੈਕ ਚੱਲ ਰਹੇ ਆ ਨਾ ਅਸੀਂ, ਤੇ ਮੈਂ ਇਸ ਫਾਸਟ ਟਰੈਕ ਦੇ ਵਿੱਚ ਨਾ ਇੱਕ ਸਲੋਗਨ ਲੈ ਕੇ ਨਿਕਲੀਆਂ, ਬੈਕ ਟੂ ਨੇਚਰ, ਆ ਜਾਓ ਨੇਚਰ ਕੋਲ, ਜੇ ਜ਼ਿੰਦਗੀ ਚਾਹੁੰਦੇ ਹੋ ਤਾਂ ਆ ਤੁਸੀਂ ਜਾਓ। ਆਪਣੀ ਡਾਇਬੀਟੀਜ਼ ਨੂੰ ਹੁਣ ਆਪਣੇ ਤਰੀਕੇ ਨਾਲ ਵੀ ਟ੍ਰੀਟ ਕਰਦੇ ਹੋ? ਆਪਣੇ ਤਰੀਕੇ ਨਾਲ ਹੀ, ਜਿਹੜੀ ਫਿਕਸ ਇੱਕ ਮੈਡੀਸਨ ਹੁੰਦੀ ਹੈ ਸ਼ੂਗਰ ਦੀ ਉਹ ਖਾ ਨਹੀਂ, ਮੈਂ ਆਪਣੇ ਤਰੀਕੇ ਨਾਲ ਇੱਕ ਮੈਂ ਨਹੀਂ ਇੱਕ ਹੀ ਖਾਦੀ ਸੀ ਮੈਂ ਸਟਾਰਟ ਹੀ 'ਚ, ਇੱਕ ਹੀ ਖਾਦੀ ਸੀ ਬਸ, ਇੱਕ ਦਵਾਈ ਦਿੱਤੀ ਸੀ, ਪਤਾ ਨਹੀਂ ਕਿਹੜੀ, ਹੁਣ ਮੈਨੂੰ ਨਾਮ ਵੀ ਨਹੀਂ ਯਾਦ ਉਹਦਾ ਨਾ, ਤੇ ਸ਼ੂਗਰ ਦੀ ਜਿਹੜੀ ਹੁੰਦੀ ਹੈ। ਤੇ ਉਸ ਤੋਂ ਬਾਅਦ ਅਲਹਮਦੁਲਿਲਾ ਹੁਣ 6-7 ਸਾਲ ਹੋ ਗਏ। ਹੁਣ ਪਿਛਲੇ ਦਿਨੋਂ ਮੈਂ ਰਮਜ਼ਾਨ ਟਰਾਂਸਮਿਸ਼ਨ ਕੀਤੀ ਨਾ, ਉਹਦੇ ਵਿੱਚ ਇਹ ਹੋਇਆ ਕਿ ਮੈਂ ਨਾ ਬਹੁਤ ਜ਼ਿਆਦਾ ਮੈਂ ਮਸਰੂਫ ਬਹੁਤ ਜ਼ਿਆਦਾ ਹੋ ਗਈ। ਮੇਰਾ ਆਪਣਾ ਚੈਨਲ ਵੀ ਚੱਲ ਰਿਹਾ ਸੀ, ਪੋਡਕਾਸਟ ਵੀ ਚੱਲ ਰਹੀ ਸੀ, ਮਤਲਬ ਇਹ ਹੈ ਕਿ ਬੋਡੀ ਨੂੰ ਨਾ ਰੈਸਟ ਨਹੀਂ ਮਿਲਿਆ, ਨਾ ਖਾਣ ਦੀ ਇਹਤਿਆਤ ਕੀਤੀ, ਤਾਂ ਉਦੋਂ ਫਿਰ ਮੈਂ 2-3 ਡੋਜ਼ ਲਈ ਬਸ। ਉਸ ਤੋਂ ਇਲਾਵਾ ਅਲਹਮਦੁਲਿਲਾ 7 ਸਾਲ ਹੋ ਗਏ ਮੈਂ ਨਹੀਂ ਲਈ ਦਵਾਈ। ਜ਼ਿਆਦਾ ਤਬੀਅਤ ਖਰਾਬ ਹੋਈ ਸੀ ਨਾ, ਤਾਂ ਜ਼ਾਹਿਰ ਹੀ ਗੱਲ ਹੈ। ਸ਼ੂਗਰ ਵਾਸਤੇ ਨਾ ਮੇਰੇ ਬਹੁਤ ਸਾਰੇ ਟੋਟਕੇ ਨੇ, ਮੈਂ ਇਨਸ਼ਾਅੱਲਾ ਪੂਰੀ ਕਿਤਾਬ ਹੀ ਲਿਖਾਂਗੀ ਇਹਦੇ ਉੱਤੇ, ਮੇਰੇ ਇੰਨੇ ਟੋਟਕੇ ਜ਼ਿੰਦਗੀ ਦੇ। ਮਤਲਬ ਇਸ ਤਰ੍ਹਾਂ ਦੀ ਬਿਮਾਰੀ ਕਿ ਕਿਤਾਬ ਲਿਖੀ ਜਾ ਸਕਦੀ, ਕਿਤਾਬ ਲਿਖੀ ਜਾ ਸਕਦੀ, ਫਿਰ ਆਪਣੇ ਟੋਟਕਿਆਂ ਤੋਂ ਕਿਤਾਬ ਲਿਖੀ ਜਾ ਸਕਦੀ। ਮੈਂ ਇੰਨੇ ਟੋਟਕੇ ਕੀਤੇ ਨੇ ਅਲਹਮਦੁਲਿਲਾ। ਇਹ ਹੈ ਕਿ ਜਦੋਂ ਜਿਸ ਤੋਂ ਮੈਂ ਆ ਕੇ ਠਹਿਰੀ ਸੀ, ਜਿਹਦੇ ਉੱਤੇ ਆ ਕੇ ਮੈਂ ਠਹਿਰੀ ਸੀ ਨਾ, ਉਹ 2 ਹਰਬ ਨੇ। ਇੱਕ ਜ਼ੀਰੀ ਸਿਆਹ ਦੇ ਨਾਮ ਨਾਲ ਮਿਲੇਗੀ ਪੰਸਾਰੀ ਕੋਲੋਂ, ਜ਼ੀਰੀ ਸਿਆਹ, ਠੀਕ ਹੈ ਨਾ। ਇੱਕ ਹੈਗਾ ਚਾਸ਼ਕੂ, 2 ਚੀਜ਼ਾਂ, ਚਾਸ਼ਕੂ, ਠੀਕ ਹੈ। ਚਾਕਸੂ ਵੀ ਉਹਨੇ ਆਉਂਦੇ ਨੇ ਕਿਸੇ ਜ਼ਬਾਨ ਵਿੱਚ, ਕਿਸੇ ਜ਼ਬਾਨ ਵਿੱਚ ਚਾਸਕੂ ਵੀ, ਪਰ ਇਹ ਹੈ ਕਿ ਚਾਸ਼ਕੂ ਦੇ ਨਾਂ ਨਾਲ ਮਿਲ ਜਾਏ। ਸਲਿਪਰੀ ਜੇ ਬੀ ਹੁੰਦੇ ਨੇ, ਠੀਕ ਹੈ ਨਾ। ਉਹ ਦੋਵੇਂ ਸ਼ੈਵਾਂ ਨਾ ਤੁਸੀਂ ਬਰਾਬਰ ਲੈ ਕੇ ਰੱਖ ਲਓ, ਠੀਕ ਹੈ। ਸਾਫ਼ ਕਰਕੇ ਪੀਣ ਦੀ ਵੀ ਜ਼ਰੂਰਤ ਨਹੀਂ ਹੈਗੀ, ਥੋੜੇ ਕੋੜੇ ਹੁੰਦੇ ਨੇ, ਜਿਗਰ ਦੀ ਸਲਾਹ ਵੀ ਕਰਦੇ, ਖੂਨ ਵੀ ਸਾਫ਼ ਕਰਦੇ ਨੇ, ਬੜੇ ਮਸਾਇਲ ਹੱਲ ਕਰਦੇ ਨੇ। ਤੇ ਇਹ ਹੈ ਕਿ ਤੁਸੀਂ ਨਾ ਖਾਣ ਤੋਂ ਬਾਅਦ ਜਦੋਂ ਨਾਸ਼ਤਾ ਕੀਤਾ ਹੈ ਨਾ, 2 ਫਿੰਗਰ ਵਾਲੀ ਨੇ 1 ਚੁਟਕੀ, ਮੀਨਸ ਕਿ 1 ਚੁਟਕੀ ਤੇ ਥੋੜੀ ਹੋ ਜਾਏਗੀ ਨਾ, ਜਾਂ 2 ਚੁਟਕੀਆਂ ਕਰ ਲਓ, ਜਾਂ 2 ਫਿੰਗਰ ਵਾਲੀ 1 ਚੁਟਕੀ ਥੈਲੀ ਤੇ ਰੱਖ ਕੇ ਨਾ, ਸ਼ਿਫਾ ਮਿਲ ਜਾਣੇ ਬੱਲਾ, ਪਾਣੀ ਨਾਲ ਲੈ ਲਓ, ਠੀਕ ਹੈ। ਤੇ ਇਸੇ ਤਰ੍ਹਾਂ ਸ਼ਾਮ ਨੂੰ ਫਿਰ ਹਰ ਖਾਣੇ ਤੋਂ ਬਾਅਦ ਸੁਬਾਹ ਸ਼ਾਮ 2 ਟਾਈਮ, ਸੁਬਾਹ ਸ਼ਾਮ। ਬਸ ਇਹਦਾ ਨਾ ਹਦੀਆ ਹੈ। ਹਦੀਆ ਸਿਰਫ ਇਹ ਹੈ ਕਿ 2 ਬੰਦਿਆਂ ਨੂੰ ਤੁਸੀਂ ਅੱਗੇ ਦੇਣੀ ਹੈ, ਇੱਕ ਚੇਨ ਚਲਾਈ ਹੋਈ ਹੈ, ਠੀਕ ਹੈ ਨਾ। ਉਹ ਤੁਹਾਡੀ ਆਪਣੀ ਸਤਾਤ ਹੈ, ਤੁਸੀਂ ਭਾਵੇਂ ਜਿੰਨਾ ਮਰਜ਼ੀ ਦੇ ਦਿਓ, ਪਰ 2 ਬੰਦੇ ਜ਼ਰੂਰੀ ਨੇ। ਇਹ ਓਲੀਆ ਦਾ ਨੁਸਖਾ ਹੈ, ਜਦੋਂ ਤੁਸੀਂ ਸਰਚ ਕਰਨ ਨਿਕਲੋ ਨਾ, ਤੁਹਾਨੂੰ ਮਿਲ ਹੀ ਜਾਂਦਾ ਹੈ। ਅੱਛਾ, ਇਹ ਵੀ ਹੁੰਦਾ ਨਾਲ? ਹਾਂਜੀ, ਜੇ ਟੋਟਕਿਆਂ ਤੀਕਰ ਗੱਲ ਮੁੱਕ ਜਾਂਦੀ, ਮਤਲਬ ਕਿ ਤੁਸੀਂ ਅੱਗੇ ਵੀ ਬਿਲਕੁਲ ਤੁਸੀਂ ਨਾ ਅੱਗੇ ਜਿਹੜੀ ਤੁਹਾਨੂੰ ਤਲਬ ਹੁੰਦੀ ਹੈ ਨਾ, ਮੈਂ ਤੁਹਾਨੂੰ ਵਾਕਿਆ ਸੁਣਾਵਾਂਗੀ ਕਿ, ਤੇ ਅੱਲਾਹ ਤਾਲਾ ਨੂੰ ਤੁਹਾਨੂੰ ਅਤਾ ਕਰ ਦਿੰਦਾ ਹੈ। ਤੇ ਇਹ ਹੈ ਮੈਂ ਨਾ ਫਿਰ ਇਹ ਹਰਬ ਜਿਹੜੀ ਹੈ ਮੇਰੀ ਜ਼ਿੰਦਗੀ ਵਿੱਚ ਸ਼ੁਰੂ ਤੋਂ ਲੈ ਕੇ ਨਾ, ਮਤਲਬ ਕੋਈ ਪਿਛਲੇ 4 ਸਾਲਾਂ ਤੋਂ ਲੈ ਕੇ ਅੱਜ ਤੀਕਰ ਹੁਣ ਵੀ ਮੈਂ ਲੈ ਕੇ ਆਈ ਹਾਂ ਆਂਦੇ ਟਾਈਮ। ਤੇ ਇਹ ਹੈ ਕਿ ਤੁਸੀਂ ਜਦੋਂ ਸ਼ੂਗਰ ਜ਼ਿਆਦਾ ਗੜਬੜ ਕਰੇ, ਮੀਨਸ ਕਿ ਮੈਂ ਆਪਣੀ ਇਹਤਿਆਤ ਨਾ ਕਰਾਂ, ਇਨਸਾਨ ਆ ਨਾ, ਕੋਈ ਬੱਚਿਆਂ ਦੇ ਸਾਹਮਣੇ ਕੋਈ ਬਦਪਰਹੇਜ਼ੀ, ਕਿਸੇ ਦੇ ਮਾਸੀ ਦੇ ਘਰ, ਕਿਸੇ ਖਾਲਾ ਦੇ ਘਰ ਚਲੀ ਗਈ, ਕੁਛ ਨਹੀਂ ਹੁੰਦਾ ਬੇਟਾ, ਕੁਛ ਨਹੀਂ ਹੁੰਦਾ ਬੇਟਾ। ਤੇ 1-2 ਸ਼ੈਵਾਂ ਨੇ ਜਿਹੜੀ ਮੈਂ ਆਪਣੀ ਜ਼ਿੰਦਗੀ ਵਿੱਚ ਨਾ ਮਾਈਨਸ ਲਾਇਆ ਹੋਇਆ, ਪਰ ਇਹ ਕਿ ਕਿਸੇ ਟਾਈਮ ਕੋਈ ਇਸਰਾਰ ਜ਼ਿਆਦਾ ਕਰੇ ਤਾਂ ਕੁੱਟ ਲੈਣੀ ਪੈ ਜਾਂਦੀ ਹੈ, ਸੌਫਟ ਡਰਿੰਕ। ਹਾਂਜੀ, ਇਹ ਨਾ ਇਸ ਤਰ੍ਹਾਂ ਜਾਂਦੀ, ਸਿਰਫ ਪਾਰਾ ਨਹੀਂ ਚੜ ਜਾਂਦਾ। ਮੇਰੀ ਸ਼ੂਗਰ ਨਾ ਇਹਦੇ ਨਾਲ ਬਹੁਤ ਅਲਰਜਿਕ ਹੈ, ਸਪਾਈਕ ਕਰ ਜਾਂਦੀ ਹੈ। ਉਦੋਂ ਫਿਰ ਕੋਈ 1-ਅੱਧੀ ਦਫਾ ਫਿਰ ਮੈਂ ਕੋਈ ਦਰਮਿਆਨ ਵਿੱਚ ਨਾ ਡੋਜ਼ ਲਈ ਹੈ ਐਲੋਪੈਥਿਕ ਦੀ, ਕਿ ਚਲੋ ਇੱਕ ਬਹੁਤ ਪਾਰਾ ਚੜ ਗਿਆ ਤੇ ਉਹਨੂੰ ਜ਼ਰਾ ਨਾਰਮਲ ਕਰੀਏ। ਬਾਕੀ ਮੈਂ ਸਾਰਾ ਆਯੁਰਵੈਦਿਕ ਕੰਮ ਕਰਨੀ ਆ ਅਲਹਮਦੁਲਿਲਾ। ਆਪਣੀ ਦਵਾਈ ਯੂਰਿਕ ਐਸਿਡ ਦੀ ਹੋਵੇ, ਕੋਲੇਸਟ੍ਰੋਲ ਦੀ ਹੋਵੇ, ਬਲੱਡ ਪ੍ਰੈਸ਼ਰ ਦੀ ਹੋਵੇ, ਜੋ ਵੀ ਹੋਵੇ ਅਲਹਮਦੁਲਿਲਾ, ਬਾਲਾਂ ਦੀ ਹੋਵੇ, ਸਕਿਨ ਦੀ ਹੋਵੇ, ਪੇਟ ਦੀ ਹੋਵੇ, ਪੇਟ ਦੇ ਕੀੜਿਆਂ ਦੀ ਹੋਵੇ, ਜੋ ਵੀ ਹੋਵੇ, ਮੈਂ ਅਲਹਮਦੁਲਿਲਾ ਸਾਰੇ ਤਜਰਬਾਤ ਮੇਰੇ ਆਪਣੇ ਨੇ। ਠੀਕ, ਮੇਰਾ ਇੰਟਰਸਟ ਹੈ ਹੁਕਮਾਂ ਨੂੰ ਹੁਣ ਤੇ ਸੁਣਨੀ ਵੀ ਆ, ਪੜ੍ਹਨੀ ਵੀ ਆ। ਹੁਣ ਤੇ ਟਾਈਮ ਦੇ ਨਾਲ ਮੈਂ ਹੁਣ ਕੋਰਸ ਵੀ ਕੀਤੇ ਨੇ, ਤੇ ਹੁਣ ਤੇ ਮਤਲਬ ਇਹ ਹੈ ਕਿ ਲੋਕਾਂ ਨੇ ਬੜਾ ਕਿ ਆਪ ਕਿਆ ਪੜ੍ਹ ਰਹੀ ਹੈ ਭਈ ਵੀ ਮੈਂ ਕਿਤਾਬਾਂ ਪੜ੍ਹਨੀ ਹੈ, ਦਿਮਾਗ ਹੋਣਾ ਚਾਹੀਦਾ। ਨਹੀਂ, ਮੈਂ ਆਪਾਂ ਇੱਕ ਹੋਰ ਗੱਲ, ਬੰਦੇ ਦੀ ਅਸੀਂ ਗੱਲ ਕੀਤੀ ਨਾ, ਤੋਂਦ ਦੀ, ਪੈਰਾਂ ਢਿੱਡ ਦੀ ਗੱਲ ਕੀਤੀ। ਇੱਕ ਹੋਰ ਬੜਾ ਮਸਲਾ, ਕਹਿੰਦੇ ਨਾ, ਮੱਥੇ ਤੇ ਟਾਵਾਂ ਵਾਲ ਮੇਰੇ ਬਣੜੇ ਦੇ। ਹੁਣ ਤੇ ਇਹ ਵੀ ਨਹੀਂ ਕਹਿ ਸਕਦੇ ਕਿ ਵੋਟੀ ਨੇ ਪੁੱਟ ਕੇ ਬੰਦਾ ਗੰਜਾ ਕਰਤਾ। ਹੁਣ ਤੇ ਅੱਜ ਕੱਲ ਜਵਾਨ ਮੁੰਡੇ ਹੀ ਗੰਜੇ ਹੋਏ ਫਿਰਦੇ ਨੇ। ਇਹਦਾ ਕੀ ਵਜ੍ਹਾ ਕਿ ਮਤਲਬ ਮੱਥਾ ਚਮਕਣ ਲੱਗ ਜਾਂਦਾ ਵਕਤ ਤੋਂ ਪਹਿਲਾਂ ਹੀ, ਗੰਜਪਨ ਸ਼ੁਰੂ ਹੋ ਜਾਂਦਾ ਯੰਗ 20s ਤੋਂ ਬਾਅਦ ਹੀ, ਈਵਨ ਬੱਚਿਆਂ ਨੂੰ 20s ਤੋਂ ਬਾਅਦ। ਬਿਲਕੁਲ ਸਹੀ ਫਿਕਰਾ ਤੁਸੀਂ ਇਸਤੇਮਾਲ ਕੀਤਾ ਹੈ। ਗੱਲ ਪਤਾ ਕਿ ਤੁਹਾਡੇ ਸਾਹਮਣੇ ਨਈ ਮਾਂ ਆਪਾ ਬੈਠੀ ਹੈ, ਅਲਹਮਦੁਲਿਲਾ ਮੈਂ ਦਰਿਆਫਤ ਕੀਤਾ ਹੈ ਆਇਲ ਜਿਹੜੇ ਵਾਲ ਉਗਾਉਂਦਾ ਹੈ, ਠੀਕ ਹੈ ਨਾ, ਜਿਹੜੇ ਵਾਲ ਕਾਲੇ ਕਰਦਾ ਹੈ, ਜਿਹੜੇ ਤੁਹਾਡੇ ਹਰ ਮਸਾਇਲ ਦਾ ਹੱਲ ਹੈ, ਤੁਹਾਡੀ ਪਲਕਾਂ, ਬੋਵਾਂ, ਸਾਰਾ ਸਭ ਕੁਛ, ਆਈਲੈਸ਼ਿਸ ਵੀ ਸਾਰੇ, ਮੈਂ ਸਾਰੇ ਟੋਟਕੇ ਇਜਾਦ ਕਰ ਲਏ। ਪਰ ਇਹ ਹੈ ਕਿ ਜੇ ਮੈਂ ਵੀ ਅਮਲ ਨਹੀਂ ਕਰਾਂਗੀ ਨਾ, ਤੇ ਸਿਰਫ ਇਜਾਦ ਕਰਨ ਨਾਲੋਂ ਇਹ ਨਹੀਂ ਹੈਗਾ ਕਿ ਮੇਰੇ ਵਾਲ ਉਗਾਣਗੇ। ਮੈਂ ਮਿਹਨਤ ਨਹੀਂ ਕਰਾਂਗੀ ਨਾ। ਐਕਸਪੈਰੀਮੈਂਟ ਆਪਣੇ ਤੇ ਕਰਦੇ ਹੋ? ਜਿਹੜੇ ਆਪਣੇ ਲੈਬੋਰਟਰੀ ਟੈਸਟ ਕੀਤੇ ਆਪਣੇ ਮੀਆਂ ਤੇ ਹੀ ਕੀਤੇ ਨੇ। ਲੈਬਰੇਟ ਸਿੱਧੀ ਮੈਂ ਦੱਸ ਦਿੱਤੀ ਹੈ। ਕਦੇ ਉਹਦੇ ਵਾਲ ਹੀ ਮੈਂ ਨਹੀਂ ਉਹ ਖੁਸ਼ ਹੋ ਕੇ, ਉਹ ਇਸ ਗੱਲੋਂ ਨਾ ਬਹੁਤ ਖੁਸ਼ ਸੀ ਤੁਸੀਂ ਕੁਝ ਕਰ ਰਹੇ ਹੋ,
ਕੁਝ ਕਰ ਰਹੇ ਹੋ, ਕਿਸੇ ਤੇ ਕੀ ਤਜਰਬੇ ਕਰਨੇ ਸੀ ਵੀ ਉਹਦੇ ਤੇ ਕੀਤੇ ਤਜਰਬੇ, ਕਦੇ ਸਾਰੇ ਵਾਲ ਲੱਥ ਗਏ ਤੇ ਕਦੇ ਉੱਗ ਗਏ, ਕਦੇ ਲੱਥ ਗਏ ਕਦੇ ਉੱਗ ਗਏ। ਅਲਹਮਦੁਲਿਲਾ ਅੱਜ ਕੱਲ ਵਾਲ ਨੇ ਮੇਰੇ ਮੀਆਂ ਦੇ ਸਿਰ ਤੇ ਅਲਹਮਦੁਲਿਲਾ। ਮਤਲਬ ਫਾਈਨਲ ਜਿਹੜਾ ਫਾਈਨਲ ਨੁਸਖੇ ਹੋ ਗਏ, ਮਤਲਬ 3-4 ਸਾਲ ਹੋ ਗਏ ਅਲਹਮਦੁਲਿਲਾ। ਹੁਣ ਤੇ ਜਿਹੜੇ ਸ਼ੂਗਰ ਦੇ ਹੈ ਨਾ ਸਾਰੇ ਤਜਰਬੇ ਉਹ ਮੈਂ ਆਪਣੇ ਤੇ ਕੀਤੇ, ਸ਼ੂਗਰ ਦੇ ਸਾਰੇ ਮੈਂ ਆਪਣੇ ਤੇ ਕੀਤੇ, ਪਰ ਲੈਬ ਟੈਸਟ ਜਿਹੜੇ ਮੇਰੇ ਪ੍ਰੋਡਕਟਸ ਦੇ ਹੋਏ ਉਹ ਸਾਰੇ ਉਹਦੇ ਉੱਤੇ ਕੀਤੇ। ਉਹਨੇ ਖੁਸ਼ੀ ਨਾਲ ਕਬੂਲ ਕੀਤੇ। ਕਿੰਨੇ ਵਾਰੀ ਲੱਥੇ? 3-4-5 ਵਾਰੀ ਲੱਥ ਗਏ ਸਾਰੇ। ਇਹ ਹੈ ਕਿ ਜਿਸ ਤਰ੍ਹਾਂ ਨਾ ਕਈ ਦਫਾ ਮੇਰਾ ਬੜਾ ਨੁਕਸਾਨ ਹੋਇਆ, ਮੈਂ ਡਰਮ ਦੇ ਡਰਮ ਬਣਾ ਲਏ ਨੇ ਆਪਣੇ ਸ਼ੈਂਪੂ ਦੇ, ਆਇਲ ਦੇ, ਸ਼ੈਂਪੂ ਦੇ ਖਾਸ ਤੌਰ ਤੇ। ਸ਼ੈਂਪੂ ਦੇ ਇੱਕ ਬਸ ਜਿਸ ਤਰ੍ਹਾਂ ਕਹਿੰਦੇ ਨੇ ਨਾ ਭਰੇ ਦੁੱਧ ਦੇ ਕੀ ਦੇਗਚੇ ਵਿੱਚ ਇੱਕ ਤੁਸੀਂ ਦਹੀਂ ਜਾਂ ਨਿੰਬੂ ਪਾ ਦਿਓ ਤਾਂ ਸਾਰਾ ਉਹ ਫਟ ਗਿਆ ਸਾਰਾ। ਇੰਜ ਕੋਈ ਐਸੀ ਕੋਈ ਚੀਜ਼ ਬਸ ਮੈਂ ਆਖਰੀ ਜਿਹੜਾ ਡ੍ਰੌਪ ਪਾਇਆ ਨਾ ਉਹ ਸਾਰਾ ਪੀਐਚ ਖਰਾਬ ਹੋ ਗਿਆ। ਪੀਐਚ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ। ਪੀਐਚ ਤੁਸੀਂ ਹੁਣ ਆਮ ਸ਼ੈਂਪੂ ਵੀ ਲੈਂਦੇ ਹੋ ਨਾ, ਪੀਐਚ ਸਟ੍ਰਿਪ ਮਿਲਦੀ ਨੇ, ਠੀਕ ਹੈ ਨਾ, ਪੀਐਚ ਜ਼ਰੂਰ ਚੈੱਕ ਇਹਦਾ ਨਾ ਸ਼ੈਂਪੂ ਦਾ ਕਰਿਆ ਕਰੋ ਤੁਸੀਂ। 5.5 ਤੱਕ ਹੈ ਤੇ ਸਹੀ ਹੈ, ਠੀਕ ਹੈ ਨਾ। ਜੇ ਤੁਹਾਡਾ ਚਲਾ ਗਿਆ ਨਾ 6 ਤੋਂ ਉੱਤੇ ਜਾਂ 5 ਤੋਂ ਉੱਤੇ, ਉਹ ਐਸਿਡਿਕ ਹੁੰਦਾ ਹੈ, ਉਹ ਵਾਲ ਖਰਾਬ ਕਰ ਦਿੰਦਾ ਹੈ। ਤੇ ਬੇਸ਼ੱਕ ਮੈਂ ਹਰਬਲ ਸ਼ੈਂਪੂ ਬਣਾਈ, ਪਰ ਇੱਕ ਕਤਰਾ ਪਾ ਕੇ ਉਹਨੂੰ ਐਸਾ ਜਾਗ ਲਾਇਆ ਤੇ ਡਰਮ ਰੋਡ ਛੱਡੇ ਮੈਂ, ਤੇ ਉਹ ਵਿਚਾਰੇ ਨੇ ਤਜਰਬੇ ਵਾਸਤੇ ਲਾਇਆ ਤਾਂ ਸਾਰੇ ਹੀ ਵਾਲ ਲੱਥ ਗਏ। ਇੱਕ ਦਫਾ ਨਹੀਂ 4-5 ਦਫਾ ਹੋਇਆ ਇਸ ਤਰ੍ਹਾਂ, ਬਿਲਕੁਲ ਨਾ ਇਧਰੋਂ ਗੰਜੇ ਹੋ ਗਏ ਸੀ। ਹੁਣ ਮਾਸ਼ਾਅੱਲਾ ਨਾ ਬਿਲਕੁਲ ਵੀ ਨਹੀਂ। ਇਹੀ ਤੇ ਫਿਰ ਹੌਸਲਾ ਹੈ, ਇਸ ਕਰਕੇ ਤੇ ਮੈਂ ਇੱਥੇ ਬੈਠੀ ਹਾਂ। ਹੁਣ ਗਾਣੇ ਵੀ ਤੂੰ ਹੀ ਨੇ ਤੇ ਮੈਂ ਕੀ ਬੋਲਣਾ। ਤਾਂ ਹੁਣ ਨਾ ਇੱਕ ਮੈਂ ਵਾਲ ਕਾਲੇ ਕਰਨ ਵਾਸਤੇ ਹਰ ਤਰ੍ਹਾਂ ਦਾ ਟੋਟਕਾ ਅਲਹਮਦੁਲਿਲਾ ਮੇਰੇ ਪਾਸ ਹੈ ਹੁਣ, ਹਰ ਤਰ੍ਹਾਂ ਦੇ ਅਲਹਮਦੁਲਿਲਾ। ਤੁਸੀਂ ਛੇਤੀ ਹੁਣ ਮੇਰੀ ਕਿਤਾਬ ਵਿੱਚ ਵੀ ਵੇਖੋਗੇ ਇਨਸ਼ਾਅੱਲਾ। ਪਰ ਇਹ ਮੈਂ ਇੱਥੇ ਦੱਸਿਆ ਜਦੋਂ ਤੁਸੀਂ ਆਖਿਆ ਨਾ ਟੈਵੇਂ ਬਾਲ, ਇਹ ਟੈਵੇਂ ਬਾਲਾਂ ਨੂੰ ਨਾ ਇਹਨਾਂ ਦਾ ਇਲਾਜ ਕਰਨੇ ਅੱਜ। ਕਾਲੇ ਤੇ ਬਾਅਦ ਵਿੱਚ ਹੋ ਜਾਣਗੇ, ਪਹਿਲੇ ਬਾਲ ਹੋਣੇ ਸ਼ਰਤ ਨੇ। ਹੁਣ ਵਾਲ ਤੇ ਹੁਣ ਬਾਲ ਹੋਣਾ ਸ਼ਰਤ ਨੇ। ਤੁਸੀਂ ਇੰਝ ਕਰਨਾ ਹੈ ਕਿ ਨਾ ਇੱਕ ਲੈ ਲੈਣਾ ਕੁੱਜਾ, ਮਿੱਟੀ ਦੀ ਹਾਂਡੀ, ਠੀਕ ਹੈ। ਮਿੱਟੀ ਦੀ ਹਾਂਡੀ ਵਿੱਚ ਨਾ ਤੁਸੀਂ ਪਾਣੇ ਜਿਹੜੇ ਬੋਰਡ ਨਹੀਂ ਹੈਗਾ, ਬੋਰਡ ਦਾ ਦਰਖਤ, ਤੇ ਉਹਦੀ ਨਾ ਦਾੜੀ ਲਮਕਦੀ ਜਿਹੜੀ ਅੱਜ ਕੱਲ ਨਾ ਨਵੀਂ ਦਾੜੀ ਜਿਹੜੀ ਹੈ ਨਾ ਆਈ ਏ, ਉਹ ਬਿਲਕੁਲ ਨਾ ਰੈੱਡ ਕਲਰ ਦੇ ਫੁੱਲਾਂ ਤਰ੍ਹਾਂ ਹੁੰਦੀ ਏ, ਜਿਸ ਤਰ੍ਹਾਂ ਹੁੰਦੀ ਹੈ ਤੇ ਬਿਲਕੁਲ ਬਰੀਕ ਧਾਗਿਆਂ ਤਰ੍ਹਾਂ, ਲੇਕਿਨ ਬਿਲਕੁਲ ਫਰੈਸ਼ ਲੈਣੀ ਹੋਈ ਏ, ਕੱਚੀ, ਠੀਕ ਹੈ ਨਾ। ਤਕਰੀਬਨ 1 ਮੁੱਠ ਭਰ ਕੇ ਉਹ ਲੈ ਲਓ। 1 ਮੁੱਠ ਨਹੀਂ, ਜਿੰਨੀ ਵੀ ਲੱਭੇ ਨਾ ਉਹ ਲੈ ਲਓ, ਕਿਉਂਕਿ ਫਿਰ ਇਹ ਬਾਰ-ਬਾਰ ਮਿਲਣੀ ਮੁਸ਼ਕਿਲ ਹੁੰਦੀ ਹੈ ਇਸ ਹਾਲਤ ਵਿੱਚ। ਤੁਸੀਂ ਇੰਝ ਕਰਨਾ ਹੈ, ਅੱਧਾ ਕਿਲੋ ਲੈ ਲਓ ਸਰੋਂ ਦਾ ਤੇਲ, ਖਾਲਿਸ ਹੋਵੇ, ਠੀਕ ਹੈ। ਤੇ ਉਹਦੇ ਵਿੱਚ 1 ਮੁੱਠ ਭਰ ਕੇ ਉਹ ਪਾ ਲਓ। ਕਲਵੰਜੀ ਮੇਥੀ ਦਾਣਾ, ਠੀਕ ਹੈ, ਕਲਵੰਜੀ ਮੇਥੀ ਦਾਣਾ ਤੇ ਰਾਈ ਦਾਣਾ, ਠੀਕ ਹੈ। ਇਹਨਾਂ ਥੋੜਾ ਜਿਹਾ ਦਰਦਰਾ ਕਰਕੇ ਤੇ ਇਹ ਦਾੜੀ ਉਹਦੇ ਵਿੱਚ ਪਾ ਕੇ ਤੇ ਆਪਣਾ ਕੀ ਹੈ ਆਟਾ ਹੀ ਲਾ ਲਓ। ਆਟਾ ਲਾ ਕੇ ਤੇ ਉੱਤੇ ਢੱਕਣ ਦੇ ਕੇ ਉਹਨੂੰ ਰੱਖ ਕੇ ਭੁੱਲ ਜਾਓ 40 ਦਿਨ। ਜਿਸ ਤਰ੍ਹਾਂ ਤੁਹਾਡਾ ਇੱਕ ਘੜਾ ਨਹੀਂ ਰੱਖਿਆ ਹੋਇਆ ਇਸ ਤਰ੍ਹਾਂ ਦਾ ਲੈ ਕੇ, ਹਾਂ, ਤੇ ਆਟੇ ਨਾਲ ਨਾ ਚਿਪਕਾ ਦਿਓ ਉਹਨੂੰ, ਬਿਲਕੁਲ ਉਹਦਾ ਸਾਹ ਬੰਦ ਹੋ ਜਾਏ, ਠੀਕ ਹੋ ਗਿਆ। 40 ਦਿਨ ਰੱਖ ਕੇ ਭੁੱਲ ਜਾਓ, ਭਾਵੇਂ ਤੁਸੀਂ 3-4 ਘੜੇ ਬਣਾ ਕੇ ਰੱਖ ਲਓ ਸਾਲ ਦੇ, ਠੀਕ ਹੈ ਨਾ। ਤੇ ਜਦੋਂ 40 ਦਿਨ ਹੋ ਜਾਣ ਨਾ, ਤੇ ਉਦੋਂ ਇਹ ਕਰਨਾ, ਮੈਂ ਤਾਂ ਕੱਢਦੀ ਕੋਈ ਨਹੀਂ, ਮੈਂ ਤੇ ਇਹ ਹੈ ਕਿ ਤੁਸੀਂ ਬੇਸ਼ੱਕ ਭੁੰਨ ਲਓ ਉਹਨੂੰ, ਤੇਲ ਨੂੰ ਭੁੰਨ ਕੇ ਚਾਹੋ ਤੇ ਵਿਟਾਮਿਨ ਈ ਮਿਲਾ ਲਓ, ਨਹੀਂ ਤਾਂ ਲੋੜ ਕੋਈ ਨਹੀਂ ਉਹਨੂੰ, ਠੀਕ ਹੈ। 40 ਦਿਨ ਬਾਅਦ ਤੁਸੀਂ ਲਗਾਓ। ਜਿਹੜੇ ਟੈਵੇਂ ਬਾਲ ਨੇ ਨਾ, ਉਹ ਟੈਵੇਂ ਇਨਸ਼ਾਅੱਲਾ ਇੰਝ ਜਿਹੜਾ ਤੁਹਾਡਾ ਇਹ ਮੱਥਾ ਜਿਹੜਾ ਗੰਜਾ ਹੈ ਨਾ, ਉਹ ਸਾਰਾ ਭਰ ਜਾਏਗਾ। ਅੱਛਾ, ਇਹ ਜਿਹੜੀ ਤੁਸੀਂ ਕਿਹਾ ਦਾੜੀ, ਇਹ ਕਿੱਥੋਂ ਮਿਲੇਗੀ? ਪੰਸਾਰੀ ਦੁਕਾਨ ਤੋਂ ਮਿਲਦੀ? ਨਾ ਫਰੈਸ਼ ਦਰਖਤ ਜਾ ਕੇ ਆਪ ਪੁੱਟਣੀ ਤੁਸੀਂ? ਥਾਂ ਤੇ ਬੋਰਡ ਦੇ ਦਰਖਤ ਲੱਗੇ ਹੋਏ ਨੇ। ਜ਼ਰੂਰਤ ਇਜਾਦ ਦੀ ਮਾਂ ਹੈ, ਜਦ ਕਰਨਾ ਹੈ ਹੇਅਰ ਟ੍ਰਾਂਸਪਲਾਂਟ ਤੋਂ ਬਚਣਾ ਹੈ, ਐਡਾ ਵੱਡਾ ਮਸਲਾ ਹੈ, ਤੇ ਥੋੜੀ ਹਿਲਜੁਲ ਕਰੋ ਨਾ ਫਿਰ। ਤੇ ਮੇਰਾ ਇਹੀ ਤੇ ਕੰਮ ਹੈ, ਮੈਂ ਤੇ ਰੋਡਾਂ ਤੇ ਸਹੀ ਫਿਰ ਕੇ ਮੈਨੂੰ ਸਾਰੇ ਦਰਖਤਾਂ ਦਾ ਪਤਾ ਕਿਹੜਾ ਦਰਖਤ ਕਿੱਥੇ ਲੱਗਿਆ ਹੋਇਆ ਹੈ। ਹਾਂ, ਤੇ ਬੋਰਡ ਦੀ ਦਾੜੀ ਅੱਜ ਕੱਲ ਹੈ, ਮੌਸਮ ਹੈ, ਠੀਕ ਹੈ ਨਾ। ਹਾਂ, ਤੇ ਤੁਸੀਂ ਮੈਂ ਹੁਣ ਜਿਸ ਤਰ੍ਹਾਂ ਆਪਣੇ ਬਣਾ ਕੇ ਰੱਖੇ ਨੇ, ਤੁਸੀਂ ਵੀ ਬਣਾ ਕੇ ਰੱਖੋ। ਤੇ ਤੁਸੀਂ ਜਿਹੜਾ ਆਇਲ ਵੇਚਦੇ ਹੋ ਉਹ ਵੀ ਇਹੀ ਹੈ? ਨਹੀਂ, ਉਹ ਹੈ ਮੇਰਾ ਸਾਰੇ ਮਸਲਿਆਂ ਦਾ। ਉਹ ਬਾਲ ਕਾਲੇ ਵੀ ਕਰਦਾ, ਬਾਲ ਉਗਾਉਂਦਾ ਵੀ ਹੈ, ਤੇ ਤੁਹਾਡਾ ਡੈਂਡਰਫ ਫ੍ਰੀ ਵੀ ਕਰਦਾ ਹੈ, ਫ੍ਰਿਜ਼ ਵੀ ਖਤਮ ਕਰਦਾ ਹੈ। ਉਹ ਮੈਂ 18 ਜੜੀ ਬੂਟੀਆਂ ਪਾਈ ਹੋਈ ਨੇ ਤੇ 11 ਤੇਲ, ਠੀਕ ਹੈ ਨਾ। 18 ਤੁਸੀਂ ਆਖਿਆ ਟੈਵੇਂ ਬਾਲਾਂ ਦਾ, ਉਹਨਾਂ ਦਾ ਇਲਾਜ ਦੱਸਿਆ। ਹਾਂਜੀ, ਘੱਟ ਆਉਂਦੇ ਨੇ, ਪਰ ਮੇਰਾ ਇਹ ਹੈ ਕਿ ਮੈਂ ਖੁਦ ਕਿਸੇ ਨੂੰ ਦਿੱਤਾ ਸੀ, ਤੇਰੇ ਵਰਗੀ ਨੂੰ ਗਿਫਟ ਦਿੱਤਾ ਸੀ। ਮੈਂ ਕਿਹਾ ਤੁਸੀਂ ਕਲਰ ਲਾ ਲਿਆ ਇਕਰਾ? ਕਹਿੰਦੀ ਨਹੀਂ। ਮੈਂ ਕਿਹਾ ਕੀ ਕੀਤਾ ਹੈ? ਕਹਿੰਦੀ ਮੈਂ ਤੁਹਾਡਾ ਹੀ ਤੇਲ ਲਾਇਆ। ਉਸ ਦਿਨ ਤੋਂ ਮੈਂ ਵੀ ਪੱਕੀ ਹੋ ਗਈ ਹਾਂ। ਅੱਛਾ, ਨਹੀਂ ਤਾਂ ਮੈਨੂੰ ਟਾਈਮ ਨਹੀਂ ਸੀ ਮਿਲਦਾ ਆਪਣਾ ਤੇਲ ਲਾਉਣ ਦਾ। ਮੈਂ ਪਤਾ ਕੀ ਹੈ, ਮੈਂ ਤੈਨੂੰ ਦੱਸਿਆ ਨਾ 8 ਸਾਲ ਦੀ ਉਮਰ ਵਿੱਚ ਬਾਲ ਚਿੱਟੇ ਹੋ ਗਏ ਸੀ 80%, ਤੇ ਹੁਣ ਮਾਸ਼ਾਅੱਲਾ 40 ਸਾਲ, ਪਿਛਲੇ ਸਾਲ 40 ਸਾਲ ਦੀ ਉਮਰ ਵਿੱਚ ਮੇਰੇ ਸਿਰਫ 20% ਬਾਲ ਸੀ ਤਾਂ ਉਹ ਚਿੱਟੇ ਸੀ। ਮੈਂ ਹੁਣ ਪਿਛਲੇ ਸਾਲ ਤਕਰੀਬਨ 8-10 ਮਹੀਨੇ ਹੋਏ, ਮੈਂ ਸਿਰਫ ਇੱਥੇ ਨਾ 30% ਕਲਰ ਲਾਇਆ ਹੈ, 30%। ਹਾਂਜੀ, ਅਲਹਮਦੁਲਿਲਾ। ਜਿਹੜੇ ਹੈ ਅਸਲੀ ਹਾਲਤ ਵਿੱਚ ਦੁਪੱਟਾ ਲੈਂਦੀ ਹਾਂ, ਬੜਾ ਪਰਦਾ ਰਹਿ ਜਾਂਦਾ, ਪਿੱਛੇ ਹੈ ਵੀ ਨਹੀਂ, ਕੋਈ 20% ਨੇ। ਹੁਣ ਵੀ ਮੈਂ ਲਾਇਆ ਹੋਇਆ ਆਪਣਾ ਹੀ ਐਕਸਟ੍ਰੈਕਟ, ਆਪਣਾ ਹੀ ਐਕਸਟ੍ਰੈਕਟ ਲਾਇਆ, ਉਹ ਰੀਗਰੋਥ ਕਰਦਾ ਹੈ। ਅੱਛਾ, ਆਪਾਂ ਇੱਕ ਤੇ ਜਿਹੜੇ ਨਾ ਮਸਾਇਲ
ਸਾਡੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਨੇ, ਸਾਡੇ ਕੋਲ ਟਾਈਮ ਬੜਾ ਘੱਟ ਹੈ। ਤੁਸੀਂ ਸਾਡੇ ਕੋਲ ਨਾ ਇਸ ਟਾਈਮ ਬੜੇ ਫਾਸਟ ਟਰੈਕ ਪ੍ਰੈਸ਼ੀਅਸ ਗੈਸਟ ਬੈਠੇ ਹੋ, ਅਸੀਂ ਚਾਹੁੰਦੇ ਕਿ ਮੈਕਸਿਮਮ ਤੁਹਾਡੇ ਕੋਲ ਪੁੱਛੀਏ ਚੀਜ਼ਾਂ। ਅੱਛਾ, ਜਿਹੜੀ ਪਿਗਮੈਂਟੇਸ਼ਨ ਜਿਹੜੀ ਕੁੜੀਆਂ ਨੂੰ, ਔਰਤਾਂ ਦੇ ਚਿਹਰੇ ਦੇ ਉੱਤੇ ਅਕਸਰ ਇਹ ਪਿਗਮੈਂਟੇਸ਼ਨ ਹੋ ਜਾਂਦੀ ਹੈ, ਫਿਰ ਇਹ ਜਿਹੜੇ ਐਕਨੀ ਸਕਾਰਸ ਰਹਿ ਜਾਂਦੇ ਨੇ, ਐਕਨੀ ਹੁੰਦੀ ਹੈ, ਵਾਈਟ ਹੈਡਸ, ਬਲੈਕ ਹੈਡਸ, ਇਹਨਾਂ ਵਾਸਤੇ ਕੀ ਕਰੀਏ? ਇਹਨਾਂ ਵਾਸਤੇ ਨਾ ਦੇਖੋ 2 ਟੋਟਕੇ ਦੱਸਾਂਗੀ ਮੈਂ। ਇੱਕ ਹੈ ਪਿਗਮੈਂਟੇਸ਼ਨ, ਇੱਕ ਹੈ ਮਲਾਜ਼ਮਾ। ਇੱਕ ਸੁਪਰ ਲੇਅਰ ਜਿਹੜਾ ਮਲਾਜ਼ਮਾ ਹੁੰਦਾ ਉੱਤੇ ਬਰਾਊਨ ਸਪੌਟ ਜੇ ਜ਼ਿਆਦਾ ਬਣ ਜਾਂਦੇ ਨੇ, ਠੀਕ ਹੈ ਨਾ। ਤੇ ਆਲੂ ਲੈ ਕੇ ਨਾ, ਆਲੂ ਵੱਡਾ ਸਾਰਾ ਲੈ ਕੇ 8 ਦਿਨ ਦੀ ਕਰੀਮ ਬਣਾ ਕੇ ਤੁਸੀਂ ਫ੍ਰਿਜ 'ਚ ਰੱਖਣੀ। 8 ਦਿਨ ਦਾ ਬੈਚ ਬਣਾਉਣਾ ਹੈ ਬਸ, 8 ਦਿਨ ਤੋਂ ਜ਼ਿਆਦਾ ਨਹੀਂ। ਸਹੀ ਹੈ। ਤੁਸੀਂ ਇੰਝ ਕਰਨਾ ਹੈ ਕਿ ਆਲੂ ਕੱਦੂਕਸ਼ ਕਰਕੇ 2 ਆਲੂ ਕੱਦੂਕਸ਼ ਕਰ ਲਿਓ ਤੇ ਚੰਗੀ ਤਰ੍ਹਾਂ ਉਹਨੂੰ ਪੁਣ ਲਓ, ਉਹਦੇ ਪਾਣੀ ਨੂੰ ਪੁਣ ਕੇ ਤੇ ਉਹਦੇ ਵਿੱਚ ਨਾ ਕੌਰਨ ਸਟਾਰਚ ਪਾ ਲਿਓ 1 ਚਮਚ ਚਾਏ ਵਾਲਾ। ਤਕਰੀਬਨ ਨਾ ਉਹ ਪਾਣੀ ਤੁਹਾਡਾ ਨਾ ਇੰਨਾ ਕੁ ਬਣ ਜਾਏਗਾ। ਠੀਕ ਹੋ, ਜੇ ML 'ਚ ਦੱਸਾਂ ਤੇ ਕੋਈ 50 ml ਹੋ ਜਾਏਗਾ, 50-60 ml, ਠੀਕ ਹੈ ਨਾ। ਉਹਦੇ ਵਿੱਚ ਨਾ 1 ਚਮਚ ਚਾਏ ਵਾਲਾ ਕੌਰਨ ਸਟਾਰਚ ਪਾ ਲਓ। ਕੌਰਨ ਸਟਾਰਚ ਪਾ ਕੇ ਨਾ ਪਾਣੀ ਵਿੱਚ, ਕਿਉਂਕਿ ਆਲੂ ਦਾ ਆਪਣਾ ਵੀ ਸਟਾਰਚ ਹੋਵੇਗਾ ਤੇ ਕੌਰਨ ਸਟਾਰਚ ਵੀ ਤੁਸੀਂ ਪਾ ਲਿਆ, ਠੀਕ ਹੈ। ਤੇ ਫਿਰ ਉਹਨੂੰ ਚੁੱਲ੍ਹੇ ਉੱਤੇ ਨਾ ਪਕਾ ਲਓ। ਇੱਕ ਉਹ ਥਿੱਕ ਜਿਹੀ ਨਾ ਕਰੀਮ ਜਿਹੀ ਬਣ ਜਾਏਗੀ। ਉਹਦੇ ਵਿੱਚ ਤਕਰੀਬਨ ਤੁਸੀਂ ਉਹਨੂੰ ਜਦੋਂ ਮਈਅਰ ਕਰੋਗੇ ਨਾ ਤੇ ਉਹ ਤੁਹਾਡੀ ਜਿਹੜੀ ਖਾਣ ਵਾਲੀ ਚਮਚ ਹੈ ਨਾ 2 ਬਣ ਜਾਏਗੀ ਭਰ ਕੇ, ਠੀਕ ਹੈ, ਫੁੱਲ। ਤੇ ਉਸ ਤੋਂ ਅੱਧੀ ਤੁਸੀਂ ਐਲੋਵੇਰਾ ਜੈਲ ਪਾਣੀ ਹੈ, ਮਾਰਕੀਟ ਵਾਲੀ, ਫਰੈਸ਼ ਨਹੀਂ ਪਾਣੀ, ਜਿਹੜੀ ਮਾਰਕੀਟ ਤੋਂ ਮਿਲਦੀ ਹੈ। ਕਿਉਂਕਿ ਉਹਦੇ ਅੱਛੀ ਕੰਪਨੀ ਦੀ ਕਿਸੇ ਦੀ ਲੈ ਲਓ। ਤੇ ਇਹ ਹੈ ਕਿ ਉਹਦੇ ਵਿੱਚ ਨਾ ਪ੍ਰੀਜ਼ਰਵਰ ਆਲਰੇਡੀ ਹੁੰਦੇ ਨੇ, ਠੀਕ ਹੋ ਗਿਆ ਨਾ। ਐਲੋਵੇਰਾ ਜੈਲ ਵਿੱਚ ਤੁਸੀਂ 1 ਚਮਚ ਭਰ ਕੇ ਨਾ, ਯਾਨੀ ਉਸ ਤੋਂ ਅੱਧੀ ਐਲੋਵੇਰਾ ਜੈਲ ਪਾ ਲਓ। ਜਿੰਨੀ ਵੀ ਤੁਸੀਂ ਬਣਾ ਲਈ ਨਾ ਉਸ ਤੋਂ ਅੱਧੀ ਤੁਸੀਂ ਐਲੋਵੇਰਾ ਜੈਲ ਪਾਣੀ ਹੈ, ਠੀਕ ਹੈ। ਤੇ ਵਿਟਾਮਿਨ E ਜਿਹੜਾ ਹੈ ਤੁਸੀਂ ਪਾਣਾ ਕੈਪਸੂਲ ਜੇ ਹੈ ਨਾ 600 mg ਵਾਲੇ ਜਿਹੜੇ, ਉਹ ਤੇ 2 ਪਾਣੇ ਨੇ। ਜੇ ਉਹ ਨਹੀਂ ਹੈ ਤੇ ਤੁਸੀਂ ਜਿਹੜਾ ਤੁਹਾਡੇ ਕੋਲ, ਜਿਸ ਤਰ੍ਹਾਂ ਮੇਰੇ ਕੋਲ ਹੁੰਦਾ ਵਿਟਾਮਿਨ E, ਕਿਸੇ ਕੋਲ ਰੱਖਿਆ ਹੈ ਤੇ ਉਹ ਜਿਹੜੀ ਟੀਸਪੂਨ ਹੈ 1, ਠੀਕ ਹੈ, 1 ਟੀਸਪੂਨ। ਤੇ ਜਾਂ ਤਾਂ ਤੁਸੀਂ ਪਾਣਾ ਹੈ ਆਲਮੰਡ ਆਇਲ ਜਾਂ ਤੁਸੀਂ ਪਾਣਾ ਹੈ ਬਦਾਮ ਦਾ ਆਇਲ। ਇਹ ਪਾਣਾ ਹੈ ਵਿਟਾਮਿਨ E ਤੋਂ ਅੱਧਾ, ਠੀਕ ਹੈ। ਇਹ ਥੋੜੀ ਜੀ ਨਾ ਤੁਸੀਂ ਲਿਖ ਕੇ ਰੱਖ ਲਓ। ਇਹ ਹੈ ਕਿ ਵੱਡੇ ਵੱਡੇ ਮਸਾਇਲ ਹੱਲ ਕਰ ਦੇਗੀ। ਜੇ ਕਿਸੇ ਕੋਲ ਗ੍ਰੇਪ ਸੀਡ ਆਇਲ ਹੈ ਨਾ, ਕਿਉਂਕਿ ਪੂਰੀ ਦੁਨੀਆ 'ਚ ਦੇਖੀ ਜਾ ਰਹੀ ਹੈ ਪੋਡਕਾਸਟ, ਠੀਕ ਹੈ ਨਾ, ਪੂਰੀ ਦੁਨੀਆ 'ਚ ਸਾਡਾ ਮੈਸੇਜ ਜਾ ਰਿਹਾ। ਜੇ ਕਿਸੇ ਕੋਲ ਖਾਲਿਸ ਗ੍ਰੇਪ ਸੀਡ ਆਇਲ ਹੈ ਤੇ ਮੈਂ ਕਹਿੰਦੀ ਇਸ ਤੋਂ ਵੱਧ ਕੋਈ ਸ਼ੈ ਹੈ ਹੀ ਕੋਈ ਨਹੀਂ, ਉਹ ਪਾ ਲਓ। ਹਾਂਜੀ, ਉਹ ਤਕਰੀਬਨ ਨਾ 15-20 ਡ੍ਰੌਪ ਇਹਦੇ ਵਿੱਚ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰੋ। ਇੱਕ ਨਾ ਕੋਰੀਅਨ ਕਰੀਮ ਬਣ ਜਾਏਗੀ ਤੁਹਾਡੀ, ਕੋਰੀਅਨ ਕਰੀਮ, ਬਿਲਕੁਲ ਜਿਸ ਤਰ੍ਹਾਂ ਕੋਰੀਅਨ ਗਲਾਸ ਸਕਿਨ ਨਹੀਂ ਤੁਹਾਨੂੰ ਚਾਹੀਦੀ, ਇਸ ਤਰ੍ਹਾਂ ਦੀ ਹੈ, ਠੀਕ ਹੈ ਨਾ। ਉਹ ਤੁਸੀਂ ਨਾ ਫ੍ਰਿਜ 'ਚ, ਸ਼ੀਸ਼ੇ ਦੇ ਜਾਰ ਵਿੱਚ ਫ੍ਰਿਜ 'ਚ ਪਾ ਕੇ ਰੱਖੋ। ਦਿਨ 'ਚ ਨਾ 2-3-4 ਵਾਰ, ਜੀ ਤੁਸੀਂ ਮਹਿੰਗੀ ਜਿਹੜੀ ਕਰੀਮ ਲੈਂਦੇ ਹੋ, ਇਹ ਇੰਤਜ਼ਾਰ ਕਰਦੇ ਹੋ, ਨਹੀਂ ਇੰਤਜ਼ਾਰ ਕਰਦੇ ਹੋ ਰਾਤ ਦਾ ਕਿ ਦੁਬਾਰਾ ਮੂੰਹ ਨਾ ਧੋਣਾ ਪੈ ਜਾਏ ਕਿਤੇ, ਬਸ ਹੈ ਨਾ, ਸਹੀ ਗੱਲ ਹੈ। ਹਾਂਜੀ, ਇੰਨਾ ਪੈਸਾ। ਤੇ ਇਹ ਉਹ ਕਰੀਮ ਬਣ ਗਈ। ਤੁਸੀਂ ਨਾ ਜਿੰਨੀ ਵਾਰੀ ਮਰਜ਼ੀ ਲਾਓ, ਕੋਈ ਮਹਿੰਗੀ ਵੀ ਨਹੀਂ ਬਣੀ, ਜ਼ਿਆਦਾ ਤੋਂ ਜ਼ਿਆਦਾ 15-20 ਰੁਪਏ 'ਚ ਕਰੀਮ ਬਣ ਜਾਣੀ 8 ਦਿਨ ਦੀ, ਠੀਕ ਹੈ ਨਾ। ਰੋਜ਼ ਦੀ 2 ਰੁਪਏ ਦੀ ਲਾ ਲਓ ਤੁਸੀਂ। ਮੇਰਾ ਟੋਟਕਾ ਉਂਝ, ਮੇਰੀ ਗੱਲ ਉਂਝ ਮਸ਼ਹੂਰ ਹੈ, 2 ਰੁਪਏ ਦਾ, ਠੀਕ ਹੈ ਨਾ। ਇਹ ਡੇਲੀ ਦਾ 2 ਰੁਪਏ ਦਾ ਹੀ ਬਣੇਗਾ। ਤੇ ਤੁਸੀਂ ਨਾ ਦਿਨ 'ਚ 2-3-4 ਵਾਰ ਲਾਓ। ਮੂੰਹ ਧੋ ਲਿਆ ਤਾਂ ਵੀ ਲਾ ਲਿਓ, ਜੇ ਮੂੰਹ ਨਾ ਵੀ ਧੋਇਆ, ਜ਼ਿਆਦਾ ਲਾਉਣ ਦਾ ਵੀ ਟੈਨਸ਼ਨ ਨਹੀਂ, ਕੋਈ ਸਾਈਡ ਇਫੈਕਟ ਨਹੀਂ। ਜੇ ਮੂੰਹ ਨਾ ਧੋਇਆ ਨਾ, ਮਤਲਬ ਫਿਰ ਯਾਦ ਆ ਗਈ ਉਹਦੇ ਉੱਤੇ ਫਿਰ ਲਾ ਲਓ। ਹਾਂ, ਲੇਕਿਨ ਹੁੰਦਾ ਨਾ ਕਿ ਦੂਜੀਆਂ ਕਰੀਮਾਂ ਬਹੁਤੀਆਂ ਲਾ ਲਓ ਤਾਂ ਕੋਈ ਸਾਈਡ ਇਫੈਕਟ ਹੋ ਜਾਂਦਾ, ਬੈਰੀਅਰ ਜਲ ਜਾਂਦਾ ਹੈ। ਤੇ ਬਸ ਤੁਸੀਂ ਲਾਏ ਰੱਖੋ। ਹਾਂ, ਜਿਨ੍ਹਾਂ ਦਾ ਬੈਰੀਅਰ ਜਲ ਡੈਮੇਜ ਹੋ ਗਿਆ ਨਾ, ਰੋਜ਼ੈਸ਼ੀਆ ਹੋ ਗਿਆ ਹੈ, ਧੁੱਪ 'ਚ ਨਹੀਂ ਜਾ ਸਕਦੇ ਤੁਸੀਂ, ਚੁੱਲ੍ਹੇ ਸਾਹਮਣੇ ਨਹੀਂ ਜਾ ਸਕਦੇ, ਜਲਨ ਹੁੰਦੀ ਹੈ ਹਰ ਸ਼ੈ ਨਾਲ, ਬਾਹਰ ਧੁੱਪੇ ਜਾਓਗੇ ਤੇ ਰੈੱਡ ਚਿਹਰਾ ਹੋ ਜਾਂਦਾ ਹੈ, ਚੁੱਲ੍ਹੇ ਸਾਹਮਣੇ ਜਾਓਗੇ ਰੈੱਡ ਹੋ ਜਾਂਦਾ ਹੈ। ਤੇ ਉਹਦੇ ਉੱਤੇ ਵੀ ਇਹ ਲਾਓਗੇ ਨਾ ਤੇ ਫ੍ਰਿਜ 'ਚ ਰੱਖੀ ਠੰਡੀ, ਇਨਸ਼ਾਅੱਲਾ ਵੇਖਿਓ ਕਿਸ ਤਰ੍ਹਾਂ ਦਾ ਰਿਲੀਫ ਮਿਲੇਗਾ। ਜਿਹੜੇ ਇਹ ਮੁਲਾਜ਼ਮਾਂ, ਅਪਰ ਲੇਅਰ ਮੁਲਾਜ਼ਮਾਂ, ਇਹ ਸਾਰਾ ਕੰਪਲੈਕਸ਼ਨ ਵੀ ਬ੍ਰਾਈਟ ਹੁੰਦਾ ਨਹੀਂ, ਕੰਪਲੈਕਸ਼ਨ ਹਾਂ ਬਿਲਕੁਲ ਡੈਫੀਨੇਟਲੀ ਕੰਪਲੈਕਸ਼ਨ। ਜਿਹੜਾ ਗ੍ਰੇਪ ਸੀਡ ਆਇਲ ਹੈ ਨਾ, ਤੇ ਜਿਹੜਾ ਆਪਣਾ ਹੈ ਸਟਾਰਚ ਇਹ ਆਲੂ ਦਾ, ਠੀਕ ਹੈ ਨਾ, ਆਲੂ ਦਾ ਜਿਹੜਾ ਰਸ ਹੈ ਨਾ, ਉਹਦੇ ਵਿੱਚ ਤੁਸੀਂ ਬਣਾਈ ਹੈ ਨਾ ਕਰੀਮ, ਤੇ ਇਨਸ਼ਾਅੱਲਾ ਇਹ ਜਿਹੜਾ ਹੈ ਨਾ ਮੁਲਾਜ਼ਮਾ, ਇਹਨੂੰ ਤਾਂ ਬਿਲਕੁਲ ਖਤਮ ਕਰ ਦਿੰਦੀ ਹੈ। ਅੱਛਾ, ਆਪਾਂ ਇੱਥੇ ਹੋ ਗਏ ਨਾ ਬਾਹਰੀ ਟੋਟਕਾ ਤੇ ਹੋ ਗਿਆ। ਅਕਸਰ ਇਹ ਹੁੰਦਾ ਹੈ ਕਿ ਜਿਹੜੀ ਐਕਨੀ ਜਾਂ ਜਿਹੜੇ ਤੁਹਾਡੇ ਐਸੇ ਨਿਕਲਦੇ ਨੇ ਸਾਰੇ ਦਾਣੇ ਛਾਣੇ, ਉਹ ਅੰਦਰ ਦੀ ਗਰਮੀ, ਵੱਡੇ ਕਹਿੰਦੇ ਨੇ ਅੰਦਰ ਦੀ ਗਰਮੀ ਦੀ ਵਜ੍ਹਾ ਤੋਂ, ਤੇ ਅੰਦਰ ਦੀ ਗਰਮੀ ਨੂੰ ਇਸ ਮੌਸਮ 'ਚ ਟ੍ਰੀਟ ਕਰਨ ਲਈ ਤਾਂ ਕਿ ਬਣਨ ਹੀ ਨਾ ਅੰਦਰੋਂ ਤੁਹਾਡਾ ਸਿਸਟਮ, ਚੋਰ ਦੀ ਮਾਂ ਨੂੰ ਮਾਰੋ। ਆਹੋ, ਮਤਲਬ ਕਿ ਜ਼ਿਆਦਾ ਪ੍ਰੋਬਲਮ ਨੂੰ ਜੇ ਜੜ ਤੋਂ ਫੜਿਆ ਜਾਏ ਤੇ ਉਹਦੇ ਵਾਸਤੇ ਕੋਈ ਐਸੀ ਚੀਜ਼, ਕੋਈ ਟੋਟਕਾ, ਡਰਿੰਕ ਬੜਾ ਮਸ਼ਹੂਰ ਮਾਰੂਫ, ਬਹੁਤ ਹੀ ਪੁਰਾਣਾ, ਔਰ ਮੈਂ ਕੋਈ 101 ਵਾਰੀ ਦੱਸ ਚੁੱਕੀ ਹਾਂ ਤੇ ਫਿਰ ਮੈਂ ਦੱਸ ਦਿੰਦੀ ਹਾਂ, ਰਿਮਾਈਂਡ ਕਰਵਾ ਦਿੰਦੀ ਹਾਂ ਤੁਹਾਨੂੰ। ਸੌਂਫ ਹੁੰਦੀ ਹੈ ਨਾ ਜਿਹੜੀ, ਜੀ, ਠੀਕ ਹੈ ਨਾ, 1 ਚਮਚ ਸੌਂਫ ਚਾਏ ਵਾਲੀ, ਠੀਕ ਹੈ, ਤੇ 3 ਉਨਾਬ, ਇਹ ਉਨਾਬ ਜੋਜੋਬਾ,
ਠੀਕ ਜੋ ਲੱਭ ਗਿਆ ਤੇ ਠੀਕ, ਨਹੀਂ ਲੱਭਾ ਤਾਂ ਸੌਂਫ ਨਾਲ ਵੀ ਕੰਮ ਚੱਲ ਜਾਏਗਾ। ਠੀਕ ਹੋ ਗਿਆ। ਰਾਤ ਨੂੰ ਨਾ 1 ਗਿਲਾਸ ਪਾਣੀ ਚ ਪਾ ਕੇ ਰੱਖ ਦੋ ਢੱਕ ਕੇ, ਸਵੇਰੇ ਨਿਹਾਰ ਮੂੰਹ ਪਾਣੀ ਪੀ ਲਓ। ਜਿਹੜੀ ਕੋਈ ਥੋੜੀ ਬਹੁਤੀ ਸੌਂਫ ਮੂੰਹ ਚ ਆ ਗਈ ਉਹਨੂੰ ਬਸ ਆਹਿਸਤਾ ਆਹਿਸਤਾ ਨਾ ਚਬਾ ਕੇ, ਇੱਕਦਮ ਨਹੀਂ, ਠੀਕ ਹੈ ਨਾ, ਆਹਿਸਤਾ ਆਰਾਮ ਨਾਲ ਉਹਨੂੰ ਖਾ ਲਓ। 15 ਦਿਨ ਲਗਾਤਾਰ ਕਰੋ, ਇਨਸ਼ਾਅੱਲਾ ਅੰਦਰ ਦੀ ਗਰਮੀ, ਜਿਹੜੀ ਜਿਗਰ ਦੀ ਗਰਮੀ ਜਿਹਦੇ ਨਾਲ ਮੂੰਹ ਤੇ ਐਕਨੀ ਆਉਂਦੀ ਹੈ ਜਾਂ ਬਰੀਕ ਦਾਣੇ ਆਉਂਦੇ ਨੇ, ਉਹ ਇਨਸ਼ਾਅੱਲਾ ਸਾਫ਼ ਹੋ ਜਾਏਗੀ। ਅੱਛਾ, ਮੈਂ ਅਗਲਾ ਪੁੱਛਣਾ ਚਾਹਾਂਗੀ, ਜਿਹੜੀਆਂ ਕੁੜੀਆਂ ਡਾਈਟ ਕਰਦੀਆਂ ਨੇ, ਜਿਮ ਕਰਦੀਆਂ ਨੇ, ਉਹਨਾਂ ਦਾ ਸਭ ਤੋਂ ਪਹਿਲਾਂ ਹੇਅਰ ਫਾਲ ਸ਼ੁਰੂ ਹੁੰਦਾ ਹੈ। ਹਾਂ, ਬਹੁਤ ਅੱਛਾ ਸਵਾਲ, ਬਿਲਕੁਲ। ਬਾਲ ਫ੍ਰਿਜ਼ੀ ਹੁੰਦੇ ਨੇ, ਸਕਿਨ ਡਲ ਹੋਣਾ ਸ਼ੁਰੂ ਹੋ ਜਾਂਦੀ ਹੈ ਡਾਈਟ ਦੇ ਨਾਲ ਤੇ ਜਿਮ ਦੇ ਨਾਲ। ਉਹ ਐਸੀ ਕੀ ਆਪਣੀ ਡਾਈਟ ਦੇ ਵਿੱਚ ਚੀਜ਼ ਐਡ, ਕਿਉਂਕਿ ਫੈਟ ਵੀ ਖਤਮ ਹੋ ਜਾਂਦਾ ਹੈ, ਕਾਰਬਸ ਖਤਮ ਹੋ ਜਾਂਦੇ ਨੇ, ਇਨਟੇਕ ਘਟ ਜਾਂਦੀ ਹੈ, ਤੇ ਕਿਹੜੀ ਐਸੀ ਚੀਜ਼ ਐਡ ਔਨ ਕਰ ਲੈਣ ਕਿ ਉਹਨਾਂ ਦੇ ਇਹ ਪ੍ਰੋਬਲਮਸ ਹਟ ਜਾਣ, ਹੇਅਰ ਫਾਲ ਦੇ ਤੇ ਸਕਿਨ ਦੇ? ਇਹ ਨਾ, ਮੈਂ ਸਵੇਰੇ ਇੱਕ ਮੇਰਾ ਸ਼ੋਅ ਸੀ ਕਿੱਥੇ, ਮੈਂ ਉਹਨਾਂ ਨੂੰ ਆਖਿਆ ਸੀ ਕਿ ਤੁਸੀਂ ਨਾ ਇਹ ਸਵਾਲ ਪੁੱਛਣਾ ਇਹ ਕਿਉਂਕਿ ਬਹੁਤ ਵੱਡਾ ਪ੍ਰੋਬਲਮ ਹੈ। ਉਹ ਹੁਣ ਵੇਖਦੇ ਰਹਿਣ ਤੇ ਤੈਨੂੰ ਸ਼ਾਬਾਸ਼ ਤੂੰ ਪੁੱਛ ਲਿਆ। ਮੇਰੇ ਨਾਲ ਹੋਇਆ ਨਾ, ਮੈਂ ਤੈਨੂੰ ਸ਼ਾਬਾਸ਼ ਤੂੰ ਪੁੱਛ ਲਿਆ। ਮੈਂ ਜਦੋਂ ਵੀ weight loss ਵੱਲ ਜਾਂਦੀ ਹਾਂ, ਮਤਲਬ ਜਦੋਂ ਆਪਣਾ weight ਘੱਟ ਕਰਨਾ ਹੁੰਦਾ ਨਾ, ਜਿਮ ਜਾਵਾਂ ਜਾਂ ਇੱਕ ਤੇ ਸਵੈਟਿੰਗ ਨਾਲ ਵੀ, ਉੱਥੇ ਯੋਗਾ ਮੈਟਸ ਐਸੇ ਹੁੰਦੇ ਨੇ, ਤੁਹਾਡੇ ਵਾਲ ਤੇ ਬਹੁਤ ਜ਼ਿਆਦਾ ਗੰਦੇ ਹੋ ਰਹੇ ਹੁੰਦੇ ਨੇ, ਫਿਰ ਉਸ ਤੋਂ ਬਾਅਦ ਡਾਈਟਿੰਗ, ਤੁਸੀਂ ਫੈਟ, ਕਿਉਂਕਿ ਫੈਟ ਬਹੁਤ ਅੱਛਾ ਹੈ ਵਾਲਾਂ ਵਾਸਤੇ, ਜਦੋਂ ਫੈਟ ਲਓ ਤੇ ਵਾਲ ਅੱਛੇ ਹੋ ਜਾਂਦੇ, ਲੇਕਿਨ ਜਦੋਂ ਫੈਟ ਹੀ ਘਟਾ ਦੇਣਾ ਤੇ ਫਿਰ ਤੇ ਵਾਲ ਜਾਂਦੇ। ਮੇਰੇ ਨਾ ਬੱਚੇ ਅਲਹਮਦੁਲਿਲਾ ਮਾਸ਼ਾਅੱਲਾ ਸਹੀ ਹੈਲਦੀ ਨੇ ਬੱਚੇ ਮੇਰੇ, ਪਰ ਇਹ ਹੈ ਕਿ ਉਹਨੂੰ ਸ਼ੌਕ ਜਿਹੜਾ ਜਿਮ ਦਾ। ਮੇਰਾ ਵੱਡਾ ਜਿਹੜਾ ਬੇਟਾ ਹੈ ਨਾ, ਉਹਦੇ ਬਾਲ ਨਾ ਸ਼ੁਰੂ ਤੋਂ ਹੀ ਕਮਜ਼ੋਰ ਨੇ ਤੇ ਉਹਦੇ ਤੇ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਮੈਨੂੰ ਨਾ, ਤੇ ਮਾਸ਼ਾਅੱਲਾ 1.5 ਮਹੀਨੇ ਹੋ ਗਿਆ ਮੇਰੇ ਬੱਚੇ ਨਾ ਜਿਮ ਜਾ ਰਹੇ ਨੇ, ਤੇ ਉਹਨਾਂ ਦੀ ਸਕਿਨ ਤੇ ਵਾਲ, ਇਹ ਤੁਸੀਂ ਤੇ ਕੰਪਲੇਨ ਕਰ ਰਹੇ ਹੋ ਨਾ, ਖਰਾਬ ਹੋ ਜਾਂਦੀ ਹੈ। ਅਲਹਮਦੁਲਿਲਾ ਮੇਰੇ ਬੱਚਿਆਂ ਦੀ ਡਬਲ ਅੱਛੀ ਹੋ ਗਈ ਹੈ। ਟਿਪ ਕਿਹੜੀ ਹੈ ਉਹ ਸੁਣ ਲਓ। ਬੱਚੇ ਕਹਿੰਦੇ ਨੇ, ਹੋਰ ਬੱਚੇ ਕੋਈ ਵੀ ਨੇ, ਜਿਹੜੇ ਵੀ ਜਾਂਦੇ, ਤੁਸੀਂ ਵੀ ਕੋਈ ਵੀ ਜਾਂਦੇ ਨੇ, ਉਹ ਕਹਿੰਦੇ ਨੇ ਕਿ ਨਹੀਂ ਅਸੀਂ ਜਾਵਾਂ ਤਾਂ ਪੂਰੇ ਪ੍ਰੋਟੋਕੋਲ ਨਾਲ ਜਾਵਾਂ। ਮੈਂ ਉਹਨੂੰ ਸਮਝਾਇਆ, ਬੇਟਾ ਤੁਸੀਂ ਨਾ ਸਿਹਤ ਹਾਸਿਲ ਕਰਨ ਜਾਂਦੇ ਹੋ, ਠੀਕ ਹੈ ਨਾ, ਜਦੋਂ ਜਿਮ ਜਾਂਦੇ ਨੇ ਬੱਚੇ, ਉਦੋਂ ਮੈਂ ਉਹਨਾਂ ਦੇ ਸਿਰ ਵਿੱਚ ਤੇਲ ਲਾ ਕੇ ਭੇਜਣੀ ਆ, ਠੀਕ ਹੈ ਨਾ, ਸਾਰੇ ਚੋਪੜੋ ਨਾ, ਤੁਸੀਂ ਰੂਟਸ ਵਿੱਚ ਤੁਸੀਂ ਨਾ ਹਲਕੀ ਆਇਲਿੰਗ ਕਰਕੇ ਜਾਇਆ ਕਰੋ, ਠੀਕ ਹੈ। ਜਦੋਂ ਤੁਸੀਂ ਵਰਕਆਊਟ ਕਰਦੇ ਹੋ ਨਾ, ਪਸੀਨਾ ਆਉਂਦਾ ਹੈ, ਤੁਹਾਡਾ ਸਾਰੇ ਟੌਕਸਿਨਸ ਨਿਕਲਦੇ ਨੇ, ਤੇ ਉਦੋਂ ਤੁਹਾਡਾ ਤੇਲ ਜਿਹੜਾ ਹੈ ਨਾ, ਜਿਹੜਾ ਬਲੱਡ ਸਰਕੂਲੇਸ਼ਨ ਤੇਜ਼ ਹੁੰਦੀ ਹੈ, ਤੇਲ 200% ਕੰਮ ਕਰਦਾ ਹੈ। 200% ਕੰਮ ਕਰਦਾ ਹੈ, ਠੀਕ ਹੈ। ਹਾਂ, ਅੱਜ ਤੋਂ ਤੁਸੀਂ ਇਹ ਟਿਪ ਨਾ ਅਜ਼ਮਾ ਕੇ ਵੇਖੋ, ਠੀਕ ਹੋ ਗਿਆ। ਆਇਲ ਲਗਾ ਕੇ ਜਾਓ, ਜਿਹੜਾ ਵੀ ਤੁਹਾਡਾ ਮਨਪਸੰਦ ਆਇਲ ਹੈ। ਫਿਰ ਮੈਂ ਡਾਈਟ ਵਿੱਚ ਕੀ ਦੇਣੀ ਆ ਉਹਨਾਂ ਨੂੰ, 2 ਅੰਡੇ ਹਰ ਸੂਰਤ, ਡੇਲੀ ਵਿਦ ਯੋਕ, ਠੀਕ ਹੈ। 2 ਅੰਡੇ ਡੇਲੀ, 5 ਬਦਾਮ, 2 ਅਖਰੋਟ ਤੇ 5 ਪਿਸਤੇ। ਹਾਂ, ਤੇ ਹੁਣ ਗਰਮੀਆਂ ਹੀ ਨੇ ਨਾ, ਪਿਛਲੇ 1.5 ਮਹੀਨੇ ਤੋਂ। ਹਾਏ ਨਹੀਂ, ਤੂੰ ਡਰਾਈ ਫਰੂਟ ਗਰਮੀਆਂ ਚ ਡਰਾਈ ਨਹੀਂ ਜੀ, ਨਹੀਂ ਬਿਲਕੁਲ ਨਹੀਂ, ਬਹੁਤ ਵੱਡੀ ਮਿੱਥ ਹੈ। ਨਹੀਂ ਮਾਸ਼ਾਅੱਲਾ, ਮੈਂ ਤੈਨੂੰ ਆਪਣੇ ਘਰ ਦਾ ਤਜਰਬਾ ਦੱਸ ਰਹੀ ਹਾਂ ਨਾ। 5 ਬਦਾਮ, 2 ਅਖਰੋਟ ਤੇ 5 ਪਿਸਤੇ, ਜੇ ਪਿਸਤੇ ਨਹੀਂ ਤੇ ਕਾਜੂ ਨਹੀਂ ਤੇ ਮਤਲਬ ਕੋਈ ਵੀ ਚੀਜ਼, ਕੋਈ ਕੱਦੂ ਦੇ ਬੀਜ, ਬਸ 3 ਡਰਾਈ ਫਰੂਟ, ਸਿਰਫ 3 ਡਰਾਈ ਫਰੂਟ, 2 ਅੰਡੇ ਸਵੇਰੇ ਨਾਸ਼ਤੇ 'ਚ ਦੇਣੀ ਆ ਮਾਸ਼ਾਅੱਲਾ। ਤੇ ਇਹ ਹੈ ਕਿ 1 ਫਰੂਟ ਪੂਰਾ, सेब होवे, आम होवे। वो कहते हैं मम्मा उन्होंने मना है कि आम नहीं खाना। मैंने कहा खाओ, मुझे भी कुछ पता है, उनको तो पता है जो पता, मुझे भी कुछ पता है, ठीक है ना। आम, सेब, एक चीज़, एक फ्रूट, ठीक है। ये है उन्होंने नाश्ते विच। ते बेसन दी रोटी, बेसन दी रोटी, ठीक है, क्योंकि मैं आप खानी है ना, तो बच्चों भी वही देनी है, बेसन दी रोटी छोटी जी। तो माशाअल्लाह बच्चों की सेहत भी ठीक। तो दिने, हाँ सॉरी, ये है कि सवेरे नाश्ते ਇਹ ਡਾਈਟ ਵਾਲੇ ਜਿਮ ਵਾਲੇ ਬੱਚਿਆਂ ਵਾਸਤੇ ਮੈਂ ਦੱਸ ਰਹੀ ਹਾਂ। ਤੇ ਦਿਨੇ ਉਹਨਾਂ ਨੂੰ ਸੈਲਡ ਬਣਾ ਕੇ ਦੇਣੀ ਆ, ਉਹਦੇ ਵਿੱਚ ਗੋਭੀ, ਬੰਦ ਗੋਭੀ ਹੈ, ਬਰੋਕਲੀ ਹੈ, ਤੇ ਚਣੇ ਉਬਲੇ ਹੋਏ, ਕਦੇ ਚਣੇ ਪਾ ਦਿੱਤੇ, ਕਦੇ ਲੋਬੀਆ ਪਾ ਦਿੱਤੀ, ਕਦੇ ਚਿਕਨ ਪਾ ਦਿੱਤਾ, ਠੀਕ ਹੈ ਨਾ। 1 ਫਰੂਟ, ਥੋੜਾ ਜਿਹਾ ਸੇਬ ਕੱਟ ਕੇ, ਹਾਂ, ਤੇ ਉਹ ਸਲਾਦ ਵਿੱਚ ਹੀ ਉਹ ਦਿਨੇ ਉਹ ਖਾਂਦੇ ਨੇ। ਤੇ ਥੋੜਾ ਜਿਹਾ ਦਹੀਂ ਦਾ ਰਾਇਤਾ, ਜ਼ੀਰੇ ਨਾਲ, ਜ਼ੀਰਾ ਪੁਦੀਨਾ ਪਾ ਕੇ ਉਹ ਦੇਣੇ, ਹਾਂਜੀ। ਤੇ ਸ਼ਾਮ ਨੂੰ ਬੱਚੇ ਬੜੇ ਬੋਲਦੇ ਨੇ, ਚੀਖਦੇ ਨੇ, ਨਹੀਂ ਖਾਣਾ ਮੰਮਾ, ਨਹੀਂ ਖਾਣਾ। ਪਰ ਇਹ ਹੈ ਕਿ ਮੈਂ ਉਹਨਾਂ ਨੂੰ ਅੱਧੀ ਤੋਂ ਜ਼ਿਆਦਾ ਰੋਟੀ ਜ਼ਰੂਰ ਦੇਣੀ ਆ। ਮੈਂ ਕਿਹਾ ਬੇਟਾ, ਜਿਮ ਕਰਨ ਦਾ ਮਕਸਦ ਇਹ ਹਰਗਿਜ਼ ਨਹੀਂ ਕਿ ਤੁਸੀਂ ਆਪਣਾ ਮੂੰਹ ਲਮਕਾ, ਨਹੀਂ, ਆਪਣਾ ਮੂੰਹ ਲਮਕਾ ਲਓ, ਬਾਲ ਗੰਜੇ ਕਰ ਲਓ, ਤੇ ਆਪਣੀ ਬੋਡੀ ਦੇ ਸਾਰੇ ਮਿਨਰਲ, ਸਾਰੇ ਫੈਟ ਤੁਸੀਂ ਬਿਲਕੁਲ ਬਰਨ ਕਰ ਦਿਓ। ਹੈਲਥ ਅੱਛੀ ਰਹਿਣਾ ਜ਼ਰੂਰੀ ਹੈ। ਨਾਲੇ ਇਹ ਵੀ ਹੈ ਨਾ ਕਿ ਤੁਸੀਂ 7 ਵਜੇ ਤੋਂ ਬਾਅਦ ਖਾਣਾ, ਜਦੋਂ ਸੂਰਜ ਗਰੂਬ ਹੋ ਜਾਏ ਉਸ ਤੋਂ ਬਾਅਦ ਬਸ। ਹਾਂ, ਜਦੋਂ ਵੀ ਮਤਲਬ ਇਹ ਹੈ ਕਿ ਮੈਂ ਲਾਜ਼ਮੀ ਇਹ ਡਾਈਟ ਜਿਮ ਵਾਲੇ ਜਿਹੜੇ ਮੇਰੇ ਬੱਚੇ ਨੇ ਨਾ, ਉਹਨਾਂ ਨੂੰ ਮੈਂ ਦੇਣੀ ਆ। ਦੇਖੋ ਨਾ, ਉਹਨਾਂ ਵਿੱਚ ਦੁੱਧ ਵੀ ਹੈਗਾ, ਠੀਕ ਹੈ, ਅੰਡੇ ਵੀ ਨੇ, ਡਰਾਈ ਫਰੂਟ ਵੀ ਹੈ, ਫਰੂਟ ਵੀ ਹੈ, ਸਾਰੀ ਚੀਜ਼ਾਂ ਨੇ। ਤੇ ਮਾਸ਼ਾਅੱਲਾ ਵਾਲ ਵੀ ਅੱਛੇ। ਤੁਸੀਂ ਅੱਜ ਹੀ ਤੁਸੀਂ ਜਾਣਾ ਹੈ ਨਾ ਜਿਮ, ਤੇਲ ਲਾ ਕੇ ਜਾਣਾ ਹੈ, ਠੀਕ ਹੈ। ਮੈਂ ਇਹ ਨਹੀਂ ਕਹਿ ਰਹੀ ਤੁਸੀਂ ਚੰਪੀ ਕਰਕੇ ਜਾਣਾ ਹੈ, ਜਾਂ ਤੁਸੀਂ ਨਾ ਪੂਰੇ ਵਾਲਾਂ 'ਚ ਤੇਲ, ਜੜ੍ਹਾਂ 'ਚ ਤੇਲ ਲਾ ਕੇ, ਕੁੜੀ ਹੈ ਮੁੰਡੇ ਕੋਈ ਵੀ,
ਤੇਲ ਲਾ ਕੇ ਜਾਓ, ਬਲੱਡ ਸਰਕੂਲੇਸ਼ਨ ਤੇਜ਼ ਹੋਗੀ, ਤੇਲ 200% ਕੰਮ ਕਰੇਗਾ, ਤੁਸੀਂ ਵੇਖੋਗੇ ਤੁਹਾਡੇ ਵਾਲ ਕਿੰਨੇ ਅੱਛੇ ਹੋ ਜਾਣਗੇ। ਅੱਛਾ, ਖੂਬਸੂਰਤ ਬਹੁਤ, ਇਹ ਵਾਕਈ ਬਹੁਤ ਫਾਇਦੇਮੰਦ ਤੇ ਸਕਿਨ ਵੀ ਬਹੁਤ ਅੱਛੀ ਹੋਵੇਗੀ ਇਨਸ਼ਾਅੱਲਾ। ਸਭ ਜਿਹੜੇ ਅਜ਼ਮਾਨ ਉਹਨਾਂ ਦੀ ਹੋਏ। ਤੇ ਆਪਾਂ ਇਹ ਦੱਸੋ ਕਿ ਇਹ ਜਿਹੜੀਆਂ ਅੱਜ ਕੱਲ ਬਹੁਤ ਕਾਮਨ ਹੋ ਗਿਆ ਕੁੜੀਆਂ ਦੇ ਵਿੱਚ, ਯੰਗ ਬੱਚੇ, PCOS ਦਾ ਪ੍ਰੋਬਲਮ, ਸ਼ਾਇਦ ਪਹਿਲੇ ਅਵੇਅਰ ਨਹੀਂ ਸਨ, ਮਤਲਬ ਹੁੰਦਾ ਹੋਏਗਾ, ਪਤਾ ਨਹੀਂ ਸੀ PCOS ਹੁੰਦਾ ਨਹੀਂ, ਹੁੰਦਾ ਨਹੀਂ ਸੀ ਪਹਿਲੇ ਨਾ। ਮੈਂ ਤੁਹਾਨੂੰ ਦੱਸ ਰਹੀ ਹਾਂ, ਮੇਰੀ ਜਿੰਨੀ ਵੀ ਰਿਸਰਚ ਹੈਗੀ, ਮੇਰੀ ਜਿੰਨੀ ਵੀ ਉਮਰ ਹੈਗੀ, ਮੈਂ ਜਿੰਨੇ ਇਹ ਹੈ ਕਿ ਸਿਰਫ ਮੇਰੀ ਉਮਰ ਜ਼ਾਇਦ ਇਹ ਗੱਲ ਘੱਟ ਹੈ, ਪਰ ਮੇਰੇ ਤਜਰਬੇ ਜ਼ਿਆਦਾ ਨੇ, ਕਿਉਂਕਿ ਮੈਂ ਲੋਕਾਂ ਨਾਲ ਜ਼ਿਆਦਾ ਮਿਲ ਕੇ ਮੈਂ ਗੱਲ ਕੀਤੀ ਹੋਈ ਵੀ ਕੀ ਹੋਇਆ, ਤੁਸੀਂ ਕਿਸ ਤਰ੍ਹਾਂ ਫੇਸ ਕੀਤੀ ਨੇ, ਜਾਂ ਕੀ ਖਾਦਾ ਹੈ, ਕੀ ਲਾਈਫ ਸਟਾਈਲ ਹੈ ਤੁਹਾਡਾ। ਤੇ ਇਹ ਸਾਡਾ ਨਾ ਜਦੋਂ ਦਾ ਲਾਈਫ ਸਟਾਈਲ ਖਰਾਬ ਹੋਇਆ ਨਾ, ਕੋਈ ਪਿਛਲੇ 20 ਸਾਲਾਂ ਤੋਂ, ਫਾਸਟ ਫੂਡ ਨੇ ਜਦੋਂ ਸਾਡੇ ਘਰ ਵਿੱਚ ਜਗ੍ਹਾ ਲਈ ਹੈ ਨਾ, ਉਦੋਂ ਸਾਡੀ ਜ਼ਿੰਦਗੀ ਦੀ ਤਬਾਹੀ ਸ਼ੁਰੂ ਹੋਈ ਹੈ। ਇਹ PCOS, PCOD, ਸਿਸਟ, ਇਹ ਤੇ ਪਤਾ ਹੀ ਕੋਈ ਨਹੀਂ ਸੀ, ਇਹ ਤੇ ਕਦੇ ਰੇਅਰ ਸੀ ਬਹੁਤ। ਤੇ ਇਹ ਵੀ ਗਾਉਂ ਦਿਹਾਤ ਵਾਲੀ ਜਿਹੜੀ ਦਾਈਆਂ ਸੀ, ਉਹ ਇਲਾਜ ਹੋਈ ਦਵਾਈ ਜਿਹੜੀ ਬੂਟੀਆਂ ਦੇ ਦਿੰਦੇ, ਉਹਦੇ ਨਾਲ ਠੀਕ ਹੋ ਜਾਂਦੀਆਂ ਸੀ। ਇਹ ਬਾਂਝਪਨ ਕਦੀ ਨਹੀਂ ਸੀ, ਇਹ ਬੱਚਿਆਂ ਦਾ, ਇਹ ਸ਼ਾਦੀ ਨੂੰ ਇੰਨੇ ਦਿਨ ਹੋ ਗਏ, ਇਹ ਮਸਲੇ ਨਹੀਂ ਸੀ। ਇਹ ਵੀ ਤੁਹਾਡੀ ਮਿਹਰਬਾਨੀ, ਜਿਹੜਾ ਕੋਈ ਜਿਮ ਕਰੇ, ਜਿਮ ਦੇ ਬਹਾਨੇ ਨਾਲ ਕੋਈ ਵਰਕਆਊਟ ਤੇ ਹੋ ਰਿਹਾ ਹੈ ਨਾ, ਵਰਕਆਊਟ ਬਹੁਤ ਜ਼रूरी है जिंदगी में। अल्हम्दुलिल्लाह देखिए यंगस्टर्स हैं, मैंने बच्चों को ज़बरदस्ती वर्कआउट पे डाला है। मैं ਧੱਕੇ ਨਾਲ ਮੈਂ ਕਿ ਨਹੀਂ ਤੁਸੀਂ ਕਰੋ। ਅੱਜ ਕੱਲ ਨਾ ਜਿਹੜਾ ਫਿਟਨੈਸ ਬਹੁਤ ਜ਼ਰੂਰੀ ਹੈ, ਲਾਈਫ ਦਾ ਹਿੱਸਾ ਹੋਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਪਤਾ ਕੀ ਹੈ, ਡਾਇਬੀਟੀਜ਼ ਵਿੱਚ ਨਾ ਪਾਕਿਸਤਾਨ ਪਹਿਲੇ ਨੰਬਰ 'ਚ ਆ ਗਿਆ। ਇਹ ਖੌਫ ਹੈ ਡਾਇਬੀਟੀਜ਼ ਵਿੱਚ। ਮੇਰਾ ਤਾਂ ਸਾਰਾ ਜਿਹੜਾ ਘੁੰਮਾ ਕੇ ਜਿਹੜਾ ਮੇਰਾ ਮਰਕਜ਼ ਹੁੰਦਾ ਹੈ, ਉਹ ਡਾਇਬੀਟੀਜ਼ ਹੀ। ਪਤਾ ਨਹੀਂ ਕਿ ਮੇਰੀ ਨਾ ਫੀਡ ਵਿੱਚ, ਮੇਰੀ ਰਿਸਰਚ ਵਿੱਚ ਆਂਦਾ ਹੀ ਡਾਇਬੀਟੀਜ਼ ਹੈ, ਕਿਉਂਕਿ ਮੈਂ ਜ਼ਿਆਦਾ ਇੱਕ ਬਹੁਤ ਵੱਡੀ ਵਜ੍ਹਾ ਓਬੈਸਿਟੀ ਵੀ ਹੈ। ਓਬੈਸਿਟੀ, ਮੋਟਾਪਾ, ਔਰ ਮੋਟਾਪੇ ਦੀ ਵਜ੍ਹਾ ਕੀ ਹੈ, ਸਾਡਾ ਲਾਈਫ ਸਟਾਈਲ ਤੇ ਸਾਡਾ ਖਾਣੇ ਦਾ ਸਟਾਈਲ। ਖਾਣੇ ਦੇ ਸਟਾਈਲ ਵਿੱਚ ਸਿਰਫ ਇਹ ਨਹੀਂ ਕਿ ਚੂ ਕਰਨਾ ਖਾਣੇ ਦਾ ਸਟਾਈਲ ਹੈ, ਅਸੀਂ ਫਾਸਟ ਫੂਡ ਨੇ ਬਹੁਤ ਜਗ੍ਹਾ ਲੈ ਲਈ। ਬੱਚੇ ਚਲਾ ਕਿੰਨੇ ਹੋ ਗਏ ਕਿ ਜਿਹੜਾ ਆਂਦਾ ਹੈ ਨਾ ਆਰਡਰ ਲੈ ਕੇ, ਉਹਨੂੰ ਦੱਸਦੇ ਬੈਲ ਨਹੀਂ ਵਜਾਣੀ, ਤੁਸੀਂ ਸਾਨੂੰ ਰਿੰਗ ਕਰਨੀ ਹੈ। ਅੰਮੀ ਨੂੰ ਪਤਾ ਨਾ ਚੱਲ ਜੇ। ਪਤਾ ਨਹੀਂ ਕਿੰਨੀ ਵਾਰੀ ਵੇਖਦੇ ਆ, ਸਵੇਰੇ ਉੱਠ ਕੇ ਡੱਬੇ ਹੀ ਮਿਲਦੇ ਨੇ ਕਿ ਡੱਬੇ ਨਜ਼ਰ ਆਉਂਦੇ ਨੇ। ਮੈਂ ਕਿਹਾ ਹੈ ਹੀ ਕਦੋਂ, ਰਾਤ ਆ ਗਿਆ ਤੇ ਖਾਇਆ ਵੀ ਗਿਆ। ਕਾਉਂਸਲਿੰਗ ਬਹੁਤ ਕਰਨੇ ਆ, ਬਹੁਤ ਕਾਉਂਸਲਿੰਗ ਕਰਨੇ ਆ, ਇਹ ਬੜਾ ਮਨਾ ਕਰਨੇ ਆ। ਪਰ ਇਹ ਮੈਂ ਤੇ ਫਿਰ ਭਾਈ ਇਹ ਹੀ ਕੀਤਾ ਹੈ ਕਿ ਮੈਂ ਜ਼ਬਰਦਸਤੀ ਨਾ ਇਹ ਡਰਾਈ ਫਰੂਟ ਮੈਂ ਆਪਣੇ ਹੱਥਾਂ ਨਾਲ ਦਿੰਦੀ ਹਾਂ ਕਿ ਬੇਟਾ ਤੁਸੀਂ ਇਹ ਤੇ ਖਾਓ ਨਾ। ਤੇ PCOS ਵਾਸਤੇ ਕਰਨ ਕੀ ਕੁੜੀਆਂ? PCOS ਵਾਸਤੇ ਦੇਖੋ, ਸੀਡ ਸਾਈਕਲਿੰਗ ਜਿਹੜੀ ਹੈ ਨਾ, ਉਹ ਬਹੁਤ ਅੱਛੀ ਹੈ। ਠੀਕ ਹੈ, ਸੀਡ ਸਾइकिलिंग ये है कि अलसी, ओके, ये 2 सीड्स, ठीक, हाँ नहीं 3 सीड्स, ठीक है ना, मस्ट। अलसी, तिल, ठीक है, और कद्दू के बीज। चिया सीड भी सुने बड़ा अच्छे ने। नहीं, चिया सीड ਦਾ ਨਾ ਲੋਕਾਂ ਨੂੰ ਪਤਾ ਕੋਈ ਨਹੀਂ ਲੈਣਾ ਕਿਸ ਤਰ੍ਹਾਂ ਹੈ। ਇਹ ਜਿਮ ਵਾਲਿਆਂ ਵਾਸਤੇ ਮੈਂ ਫਿਰ ਇੱਕ ਹੋਰ ਟੋਟਕਾ ਦੱਸਾਂਗੀ ਤੁਹਾਨੂੰ ਅੱਗੇ ਜਾ ਕੇ, ਤੇ PCOS PCOD ਵਾਸਤੇ ਵੀ, ਠੀਕ ਹੈ ਨਾ। ਇਹ 3 ਸੀਡ ਬਹੁਤ ਜ਼ਰੂਰੀ ਨੇ, ਠੀਕ ਹੈ, ਚੀਆ ਸੀਡ, ਤਿਲ ਤੇ ਕੱਦੂ ਦੇ ਬੀਜ ਜਿਹੜੇ ਹੈ, ਇਹ ਮਿਕਸ ਕਰਕੇ ਨਾ ਥੋੜਾ ਜਿਹਾ ਇਹਨਾਂ ਨੂੰ ਡਰਾਈ ਰੋਸਟ ਕਰਕੇ ਰੱਖ ਲਓ। ਬਾਕੀ ਹੋਰ ਕੋਈ ਵੀ ਕੁਝ ਵੀ ਪਾ ਲਓ, ਤੁਸੀਂ ਪਿਸਤੇ ਪਾ ਲਓ, ਕੁਝ ਵੀ। ਲੇਕਿਨ ਪਰ ਇਹ ਹੈ, ਇਹ ਸੀਡ ਜਿਹੜੇ ਹੈ ਨਾ, ਇਹ ਤੁਸੀਂ ਇਹ ਸਮਝੋ ਕਿ ਤੁਸੀਂ ਆਪਣੀ ਜ਼ਿੰਦਗੀ ਸ਼ਾਮਿਲ ਕਰ ਲੋਗੇ ਨਾ ਤੇ ਤੁਹਾਡੀ ਜ਼ਿੰਦਗੀ ਆਸਾਨ ਹੋ ਜਾਏਗੀ। ਪਰ ਇਹ ਹੈ ਕਿ ਮਜ਼ੇਦਾਰ ਲੱਗੇ ਤੇ ਜ਼ਿਆਦਾ ਨਹੀਂ ਖਾਣੇ, ਸਿਰਫ 2 ਟੀਸਪੂਨ, ਇੱਕ ਸਵੇਰ ਇੱਕ ਸ਼ਾਮ, ਦਵਾਈ ਸਮਝ ਕੇ ਰੈਗੂਲਰ ਖਾਓ। ਤੇ ਮੈਂ ਕੁੜੀਆਂ ਨੂੰ ਦੱਸਾਂਗੀ, ਨਈ ਜਿਹੜੀ ਨਿਊਲੀ ਬਰਾਈਡ ਨੇ, ਮੈਂ ਉਹਨਾਂ ਨੂੰ ਦੱਸਾਂਗੀ ਖਾਸ ਚੀਜ਼ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰੋ ਜੇ ਜ਼ਿੰਦਗੀ ਵਿੱਚ ਚਾਹੁੰਦੇ ਹੋ ਕਿ ਇਹ ਮਸਲੇ ਨਾ ਹੋਣ, ਤੇ ਉਹ ਹੈ ਅੰਬਾ ਹਲਦੀ। ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਓ, ਇੱਕ ਚੁਟਕੀ ਡੇਲੀ, ਠੀਕ ਹੈ, ਇੱਕ ਚੁਟਕੀ ਡੇਲੀ ਤੁਸੀਂ ਲੈਣਾ ਸ਼ੁਰੂ ਕਰ ਦਿਓ। ਰਾਤ ਨੂੰ ਦੁੱਧ 'ਚ ਪਾ ਲਓ, ਕੌਫੀ 'ਚ ਪਾ ਲਓ, ਤੁਸੀਂ ਆਪਣਾ ਕੀ ਹੈ ਕੈਵੇ ਵਿੱਚ ਪਾ ਲਓ, ਗ੍ਰੀਨ ਟੀ ਵਿੱਚ ਪਾ ਲਓ, ਇੱਕ ਚੁਟਕੀ, ਠੀਕ ਹੈ, ਤੁਸੀਂ ਡੇਲੀ ਲੈਣਾ ਸ਼ੁਰੂ ਕਰ ਦਿਓ। ਇਨਸ਼ਾਅੱਲਾ ਇਹ ਜਿਹੜੇ ਮਸਲੇ ਹੈ ਨਾ, ਇਹ ਨਹੀਂ ਹੋਣਗੇ, ਇਨਸ਼ਾਅੱਲਾ ਠੀਕ ਹੋ ਗਿਆ। ਅੱਛਾ, ਇਹ ਜਿਹੜੀਆਂ ਔਰਤਾਂ ਪ੍ਰੈਗਨੈਂਟ ਹੁੰਦੀਆਂ ਨੇ, ਠੀਕ ਹੈ, ਉਸ ਟਾਈਮ ਪੀਰੀਅਡ ਦੇ ਦੌਰਾਨ ਅਕਸਰ ਔਰਤਾਂ ਨੂੰ ਜਿਹੜਾ ਨੌਜ਼ੀਆ, ਵੋਮਿਟਿੰਗ ਬਹੁਤ ਹੁੰਦੀ ਹੈ, ਇਹ ਬਹੁਤ ਪਰੇਸ਼ਾਨ ਕਰਦੇ ਨੇ, ਸਪੈਸ਼ਲੀ ਇਨ ਲਾਈਕ ਫਰਸਟ 3 months ਦੇ ਵਿੱਚ। ਉਹਨਾਂ ਦਾ ਕੋਈ ਇਲਾਜ, ਕਿਉਂਕਿ ਡਾਕਟਰਸ ਤੇ ਨਹੀਂ ਕੋਈ ਐਸਾ ਦੱਸਦੇ, ਉਹ ਕਹਿੰਦੇ ਨੇ ਕਿ ਨਹੀਂ ਤੁਸੀਂ ਐਸਾ ਦਵਾਈ ਨਹੀਂ ਲੈਣੀ, ਤੁਸੀਂ ਉਹਨੂੰ ਟਰੀਟ ਨਹੀਂ ਉਸ ਤਰ੍ਹਾਂ ਕਰ ਸਕਦੇ, ਲੇਕਿਨ ਉਹ ਪਰੇਸ਼ਾਨ ਬਹੁਤ ਖਾਣ ਪੀਣ ਤੋਂ ਰਹਿ ਜਾਂਦੀਆਂ ਨੇ ਵਿਚਾਰੀ। ਹਾਂ, ਤੇ ਉਹਦੇ ਵਾਸਤੇ ਇਹ ਕੁਦਰਤੀ ਹੈ ਪੀਰੀਅਡ, ਇਹ ਗੁਜ਼ਰ ਵੀ ਜਾਂਦਾ ਹੈ। ਪਰ ਇਹ ਹੈ ਕਿ ਜੇ ਉਲਟੀ ਨਹੀਂ ਰੁਕ ਰਹੀ, ਠੀਕ ਹੈ ਨਾ, ਕੁਛ ਅੰਦਰ ਰੁਕ ਹੀ ਨਹੀਂ ਰਿਹਾ ਹੈ, ਤੇ 2 ਚੀਜ਼ਾਂ ਦਾ ਇਸਤੇਮਾਲ ਬਹੁਤ ਜ਼ਰੂਰੀ ਹੈ। ਨਮਕ ਚੀਨੀ ਦਾ ਪਾਣੀ, ਸ਼ਿਕੰਜੀ ਜਿਹੜੀ ਹੁੰਦੀ ਹੈ, ਠੀਕ ਹੈ ਨਾ, ਭਾਵੇਂ ਉਹ ਨਿਕਲ ਜੇ, ਉਲਟੀ ਨਾਲ ਨਿਕਲ ਜੇ, ਲੇਕਿਨ ਪੀਓ ਜ਼ਰੂਰ, ਠੀਕ ਹੈ ਨਾ। ਪਾਣੀ ਦੀ ਕਮੀ ਨਹੀਂ, ਕੜਲ ਨਹੀਂ ਪੈਣਗੇ, ਸਟਿਫਨੈਸ ਨਹੀਂ ਆਣਗੀ। ਤੇ ਦੂਜਾ ਇੱਕ ਟੋਟਕਾ ਮੈਂ ਦੱਸਣ ਲੱਗੀ, ਜਿਨ੍ਹਾਂ ਦੀ ਉਲਟੀ ਨਹੀਂ ਰੁਕਦੀ ਨਾ,
ਅਖੀਰ ਹੋ ਗਈ ਹੈ, ਗੋਲੀ ਟਿੱਕੇ ਡ੍ਰਿਪ ਕਰਵਾ ਲੈ ਫਿਰ ਵੀ ਉਲਟੀ ਨਹੀਂ ਰੁਕਦੀ ਤਾਂ ਰੁਕ ਜਾਏਗੀ ਇਹਦੇ ਨਾਲ। ਅੱਛਾ, ਪਿਆਜ਼ ਜਿਹੜਾ ਹੈ ਕੁੱਟ ਕੇ ਨਾ ਉਹਦਾ ਪਾਣੀ ਲੈ ਲਓ, ਠੀਕ ਹੈ, ਤਾਜ਼ਾ ਪਾਣੀ ਕੱਢਣਾ ਹੈ ਉਹਦਾ, ਤੇ ਬਸ ਇੱਕ ਛੋਟੀ ਚਾਹ ਵਾਲੀ ਚਮਚ ਫੌਰਨ ਦੇ ਦਿਓ। ਜਦੋਂ ਪਿਆਜ਼ਾਂ ਦੇ ਪਾਣੀ, ਪਿਆਜ਼ਾਂ ਦਾ ਪਾਣੀ ਇੱਕ ਚਮਚ ਛੋਟੀ, ਅੱਛਾ ਠੀਕ ਹੈ ਨਾ, ਸਿਰਫ ਲਾਲ ਪਿਆਜ਼ ਦਾ ਪਾਣੀ ਕੁੱਟ ਕੇ ਤੇ ਛੋਟੀ ਇੱਕ ਚਮਚ ਬਸ ਤੁਸੀਂ ਮੂੰਹ ਚ ਪਾ ਦਿਓ। ਇਹ ਨੌਜ਼ੀਆ ਵਾਸਤੇ ਵੀ ਕਰ ਸਕਦੇ, ਨੌਜ਼ੀਆ ਵਾਸਤੇ ਵੀ ਨਹੀਂ ਆਂਦੀ, ਮਗਰ ਦਿਲ ਹਰ ਵਕਤ ਖਰਾਬ ਹੁੰਦਾ ਰਹਿੰਦਾ। ਨਹੀਂ, ਦਿਲ ਖਰਾਬ ਜਿਹੜਾ ਹੁੰਦਾ ਹੈ ਨਾ ਉਹਦੇ ਵਾਸਤੇ ਕੁਝ ਹੋਰ ਹੈ, ਇਹ ਉਲਟੀ ਵਾਸਤੇ। ਅੱਛਾ, ਇਹ ਸਿਰਫ ਉਹਦੇ ਵਾਸਤੇ ਜਿਹਨਾਂ ਨੂੰ ਉਲਟੀ ਆ ਰਹੀ, ਜਿਨ੍ਹਾਂ ਨੂੰ ਉਲਟੀ ਆ ਰਹੀ, ਉਲਟੀ ਰੁਕ ਨਹੀਂ ਰਹੀ, ਠੀਕ ਹੈ ਨਾ, ਸਿਰਫ ਦਿਲ ਖਰਾਬ ਹੋ ਰਿਹਾ, ਜਿਨ੍ਹਾਂ ਦਾ ਨੌਜ਼ੀਆ, ਹਾਂ ਮਾਈਗ੍ਰੇਨ ਅਲੱਗ ਹੈ, ਪ੍ਰੈਗਨੈਂਸੀ ਵਾਲਾ ਨੌਜ਼ੀਆ ਅਲੱਗ ਹੈ, ਦੋਵੇਂ ਚੀਜ਼ਾਂ ਅਲੱਗ-ਅਲੱਗ ਨੇ, ਠੀਕ ਹੈ ਨਾ। ਲੇਕਿਨ ਪ੍ਰੈਗਨੈਂਸੀ ਦੇ ਵਿੱਚ ਜਦੋਂ ਨੌਜ਼ੀਆ ਹੋ ਰਿਹਾ ਹੁੰਦਾ ਨਾਲ ਮਾਈਗ੍ਰੇਨ ਵੀ ਉਹ ਮੈਂ ਦੱਸਣੀ ਆ ਨਾ, ਜਿਹੜੀ ਕਾਲੀ ਮਿਰਚਾਂ ਨੇ ਨਾ, ਇੱਕ ਚੁਟਕੀ ਕਾਲੀ ਮਿਰਚ ਤੇ ਨਿੰਬੂ ਅੱਧਾ ਕੱਟ ਕੇ ਨਾ ਉਹਦੇ ਵਿੱਚ ਇਸ ਤਰ੍ਹਾਂ ਉੱਤੇ ਨਹੀਂ ਪਾਣੀ ਪਾ ਕੇ ਨਾ ਚਮਚ ਨਾਲ ਅੰਦਰ ਕਰ ਲਓ ਉਹਨੂੰ, ਚਮਚ ਨਾਲ ਨਾ, ਮਤਲਬ ਇਹ ਹੈ ਕਿ ਨਿੰਬੂ ਦੇ ਵਿੱਚ ਨਾ ਉਹਨੂੰ ਚੰਗੀ ਤਰ੍ਹਾਂ ਅੰਦਰ ਘੁਸਾ ਦਿਓ, ਠੀਕ ਹੈ, ਤੇ ਫਿਰ ਉਹਨੂੰ ਹਲਕਾ ਜਿਨ ਬੀਪੀ ਲੋ ਹੁੰਦਾ ਥੋੜਾ ਜਿਹਾ ਨਮਕ ਵੀ ਪਾ ਲਓ ਤੇ ਥੋੜਾ ਨਾ ਉਹਨੂੰ ਚਾਟਣਾ ਸ਼ੁਰੂ ਕਰ ਦਿਓ, ਥੋੜਾ ਚਾਟਣਾ ਸ਼ੁਰੂ ਕਰ ਦਿਓ। ਇਹਦੇ ਨਾਲ ਇਹ ਨਾ ਹਕੀਕਤ ਵਿੱਚ ਇੱਕ ਬਹੁਤ ਵੱਡੀ ਬਿਮਾਰੀ ਦਾ ਇਲਾਜ ਹੈ, ਪਰ ਇਹ ਤੁਸੀਂ ਨੋਜ਼ੀਆ ਦਾ ਆਖਿਆ ਹੈ, ਤੇ ਨੋਜ਼ੀਆ ਦੇ ਨਾਲ ਨਾ ਜਿਹੜਾ ਬਸ ਹਰ ਵਕਤ ਬਈ ਦਿਲ ਨਹੀਂ ਕਰ ਰਿਹਾ, ਇਹ ਨਹੀਂ ਖਾ ਸਕਦੀ, ਉਹਦੀ ਸਮੈਲ ਨਹੀਂ ਅੱਛੀ, ਇਹਦੀ ਸਮੈਲ ਨਹੀਂ ਅੱਛੀ ਲੱਗਦੀ, ਇਹਦੀ ਸਮੈਲ ਨਹੀਂ ਅੱਛੀ ਲੱਗ ਰਹੀ, ਤੇ ਉਹ ਸਮੈਲ ਤਾਂ ਟਾਈਮ ਨਾਲ ਹੀ ਅੱਛੀ ਲੱਗੇਗੀ, ਉਹਦਾ ਨਹੀਂ ਇਲਾਜ, ਠੀਕ ਹੈ ਨਾ, ਕਿਉਂਕਿ ਕੁਝ ਚੀਜ਼ਾਂ ਇਸ ਤਰ੍ਹਾਂ ਦੇ ਉਹ ਵਕਤ ਦੇ ਨਾਲ ਹਾਂਜੀ, ਪਰ ਇਹ ਹੈ ਇਹ ਜਿਹੜਾ ਨੋਜ਼ੀਆ ਨਾ ਇਹ ਠੀਕ ਹੋ ਜਾਏਗਾ। ਹਾਂ, ਬਸ ਉਹ ਨਿੰਬੂ ਨਾ ਦਿਨ ਵਿੱਚ ਇੱਕ ਨਿੰਬੂ 2 ਵਾਰ ਕਰਕੇ ਚਾਟ ਲਓ, ਇਨਸ਼ਾਅੱਲਾ ਟਕਾਰ ਆਏਗੀ, ਅੱਛੀ ਤਬੀਅਤ ਫਰੈਸ਼ ਹੋ ਜਾਏਗੀ। ਪਰ ਇਹ ਹੈ ਕਿ ਜਿਸ ਤਰ੍ਹਾਂ ਜਿਸ ਚੀਜ਼ ਦੀ ਖੁਸ਼ਬੂ ਅੱਛੀ ਲੱਗੇ, ਪਹਿਲੇ ਇਹੀ ਹੁੰਦਾ ਸੀ ਮਾਲਟੇ ਦੀ ਖੁਸ਼ਬੂ ਅੱਛੀ ਲੱਗੀ, ਹਰ ਟਾਈਮ ਘਰ ਵਿੱਚ ਮਾਲਟੇ ਲੈ ਕੇ ਨਾ ਇਸ ਤਰ੍ਹਾਂ ਸੁੰਘਦੇ ਰਹੋ, ਠੀਕ ਹੈ ਨਾ। ਹਾਂ, ਲੈਮਨ ਦੀ ਖੁਸ਼ਬੂ ਅੱਛੀ ਲੱਗੇ ਤੇ ਲੈਮਨ ਸੁੰਘਦੇ ਰਹੋ, ਇਹਦੇ ਨਾਲ ਵੀ ਇਹ ਮੁਫਤ ਦਾ ਇਲਾਜ ਹੈ, ਕੁਝ ਖਾਣਾ ਨਾ ਪੀਣਾ, ਇਹ ਮੁਫਤ ਦਾ ਇਲਾਜ ਹੈ। ਅੱਛਾ, ਇੱਕ ਵੈਸੇ ਬੜੀ ਅਜੀਬ ਜੀ ਗੱਲ ਹੈ, ਕਹਿ ਲਓ ਕਿ ਰੇਸਿਜ਼ਮ ਹੀ ਹੈਗਾ, ਲੇਕਿਨ ਫਿਰ ਵੀ ਲੋਕ ਕਹਿੰਦੇ ਨਾ ਜ਼ਨਾਨੀਆਂ ਕਿ ਤੁਸੀਂ ਕੋਕੋਨਟ ਖਾਓ ਬੱਚਾ ਗੋਰਾ ਹੋਏਗਾ, 100% ਸ਼ਰਤ ਹੈ, ਸਿਰਫ ਗੋਰਾ ਨਹੀਂ ਹੋਵੇਗਾ, ਬਾਲ ਵੀ ਕਾਲੇ ਘਣੇ ਤੇ ਮੋਟੇ ਹੋਣਗੇ। ਅੱਛਾ, ਕੋਕੋਨਟ ਨਾਰੀਅਲ ਕੱਚਾ ਖਾਏਗਾ। ਹਾਂ, ਇਹ ਜਿਹੜੀ ਮਿਸਾਲ ਹੈ ਨਾ ਕਟੋਰੇ ਤੇ ਕਟੋਰਾ ਬੇਟਾ ਬਾਪ ਤੋਂ ਵੀ ਗੋਰਾ, ਇਹ ਬਿਲਕੁਲ ਸਹੀ ਹੈ। ਇਹ ਬਿਲਕੁਲ ਅਜ਼ਮਾਈ ਹੋਈ ਹੈ। ਜਦੋਂ ਵੀ ਪਤਾ ਲੱਗ ਗਿਆ ਨਾ, ਉਸ ਦਿਨ ਤੋਂ ਲੈ ਕੇ ਨਾ ਆਖਰੀ ਦਿਨ ਤੱਕ ਤੁਸੀਂ ਭਾਵੇਂ ਇੱਕ ਸਲਾਈਸ ਕੋਕੋਨਟ ਦਾ ਕੱਚਾ ਲੱਭ ਰਿਹਾ ਹੈ ਤੇ ਖਾਣਾ ਕੱਚਾ ਹੀ ਹੈ, ਠੀਕ ਹੈ ਨਾ, ਖਾਣਾ ਕੱਚਾ ਹੀ। ਜੇ ਕੱਚਾ ਨਹੀਂ ਲੱਭ ਰਿਹਾ ਤੇ ਕੀ ਕਰਨਾ ਹੈ, ਜਿਸ ਤਰ੍ਹਾਂ ਕਿਸੇ ਦੇ ਰੇਂਜ ਵਿੱਚ ਨਹੀਂ ਹੈ, ਕੋਈ ਨਹੀਂ ਲੈ ਸਕਦਾ, ਤੇ ਪੱਕਾ ਨਾਰੀਅਲ ਜਿਹੜਾ ਹੈ ਨਾ ਉਹ ਸਾਰੀ ਰਾਤ ਪਾਣੀ 'ਚ ਪਿਆ ਰਵੇ, ਸਵੇਰੇ ਉੱਠ ਕੇ ਨਾ ਉਹਨੂੰ ਗ੍ਰਾਈਂਡ ਕਰਕੇ ਨਾ ਉਹਨੂੰ ਪੁਣ ਕੇ ਤੇ ਉਹਦਾ ਦੁੱਧ ਪੀ ਲਓ। ਇਹ ਬਿਲਕੁਲ ਮਿਥ ਜਿਹੜੀ ਹੈ ਉਹ ਬਿਲਕੁਲ 100%। ਮੈਂ ਤੇ ਜਿੰਨੀ ਦਫਾ ਵੀ ਦੱਸੀ ਹੈ ਨਾ, ਮੇਰੇ ਤੋਂ ਪਹਿਲੇ ਵੀ ਜਿੰਨੇ ਤਜਰਬੇ ਹੋਏ ਨੇ ਉਹ ਬਿਲਕੁਲ ਠੀਕ ਹੋਏ ਨੇ। ਡਾਕਟਰ ਸਾਰੇ ਮੇਰੇ ਹੁਣ ਪਿੱਛੇ ਪੈ ਜਾਣੇ ਨੇ, ਲੇਕਿਨ ਤੇਰੇ ਪਿੱਛੇ ਪੈ ਜਾਣਗੇ ਕਿ ਮੇਰੇ ਪਿੱਛੇ ਪੈ ਜਾਣਗੇ, ਆਪਾਂ ਕੀ ਦੱਸਦੀ ਹੈ ਉਹ ਵੀ ਨਾ, ਲੇਕਿਨ ਕਿਉਂਕਿ ਡਾਕਟਰਸ ਕਹਿੰਦੇ ਨੇ ਇਹ ਤੁਹਾਡੇ ਜੀਨਸ ਤੇ ਡਿਪੈਂਡ ਕਰਦਾ ਹੈ ਜੀ, ਮਾਂ ਪਿਓ ਗੋਰੇ ਨੇ ਤਾਂ ਹੀ ਬੱਚਾ ਗੋਰਾ ਹੋਏਗਾ। ਮੈਂ ਨਾ ਸ਼ਰਤ ਲਾ ਕੇ ਦੱਸਿਆ ਸੀ ਜੀਨਸ ਤੋਂ ਡਿਪੈਂਡ ਕਰਦਾ ਹੈ, ਆਖਦੇ ਨੇ ਕਿ ਬਈ ਸਾਡਾ ਬੱਚਾ ਨਹੀਂ ਹੋ ਸਕਦਾ। ਦੇਖੋ ਰੰਗ ਸਾਰੇ ਹੀ ਖੂਬਸੂਰਤ ਨੇ, ਠੀਕ ਹੈ ਨਾ, ਰੰਗ ਸਾਰੇ ਹੀ ਪਿਆਰੇ, ਪਰ ਇਹ ਹੈ ਕਿ ਸਪੈਸੀਫਿਕ ਗੱਲ ਹੋਈ ਹੈ ਗੋਰੇ ਰੰਗ ਦੀ, ਤੇ ਤੁਸੀਂ ਕਰੋ ਇਨਸ਼ਾਅੱਲਾ। ਬਹੁਤ ਆਬਸੈਸ਼ਨ ਹੈ ਨਾ, ਤੇ ਇੱਕ ਇਹਦੇ ਨਾਲ ਇੱਕ ਹੋਰ ਸ਼ੈ ਵੀ ਕਰਨੀ ਹੈ, ਠੀਕ, ਖਾਣਾ ਕੱਦੂ ਹੈ ਸਬਜ਼ੀ ਵਿੱਚ, ਕੱਦੂ ਜੇ ਅਫੋਰਡ ਕਰਦੇ ਤਾਂ ਮਤਲਬ ਇਹ ਹੈ ਕਿ ਤੁਸੀਂ ਸਿਰਫ ਕੱਦੂ ਬਣਾ ਕੇ ਖਾ ਲਓ, ਜੇ ਅਫੋਰਡ ਕਰਦੇ ਥੋੜਾ ਜਿਹਾ ਬੱਕਰੇ ਦਾ ਗੋਸ਼ਤ ਪਾ ਲਓ, ਠੀਕ ਹੈ ਨਾ। ਸਬਜ਼ੀਆਂ ਵਿੱਚ ਸਬਜ਼ੀ ਹੈ ਕੱਦੂ, ਠੀਕ ਹੈ, ਤੇ ਫਰੂਟ ਇਹ ਫਲ ਜਿਹੜਾ ਇਹਨਾਂ ਵਿੱਚ ਇਹ ਹੈ ਆਪਣਾ ਕੋਕੋਨਟ ਕੱਚਾ, ਤੁਸੀਂ ਕਰਕੇ ਤੇ ਵੇਖੋ। ਅੱਛਾ, ਹਾਂ, ਕਰਕੇ ਤੇ ਵੇਖੋ। ਅੱਛਾ, ਇੱਕ ਹੋਰ ਅੱਜ ਕੱਲ ਦੇ ਮੌਸਮ ਦੀ ਸਭ ਤੋਂ ਘਟੀਆ ਗੱਲ ਤੇ ਬੜੀ ਅਜੀਬ ਤੇ ਹਰ ਕਿਸੇ ਦਾ ਮਸਲਾ, ਇਹ ਜਿਹੜਾ ਕੋਈ ਕੋਲੋਂ ਲੰਘਦਾ ਹੈ ਨਾ ਤੇ ਹਾਏ 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 ਉਹਦਾ ਕੀ ਹਾਲ ਹੈ। ਇਹ ਜਿਹੜੀ ਅੰਡਰਆਰਮ ਸਮੈਲ, ਅਕਸਰ ਲੋਕਾਂ ਦਾ ਬੋਡੀ ਆਰਡਰ ਹੁੰਦਾ ਹੈ, ਠੀਕ ਹੈ, ਸਵੈਟਿੰਗ ਦੀ ਸਮੈਲ ਬਹੁਤ ਜ਼ਿਆਦਾ ਹੁੰਦੀ ਹੈ, ਉਹਨਾਂ ਦਾ ਕੀ ਹਾਲ ਹੈ। ਫਟਕਰੀਆਂ ਵੀ ਲਾ ਲੀਆਂ, ਡੀਓਡਰੈਂਟਸ ਵੀ ਲਾ ਲਏ, ਸਾਡੀ ਨਹੀਂ ਜਾਂਦੀ ਸਮੈਲ। ਇਹ ਪਹਿਲੇ ਜਿਹੜਾ ਟੋਟਕਾ ਦੱਸਿਆ ਤੁਸੀਂ ਆਖਿਆ ਡਾਕਟਰ ਪਿੱਛੇ ਪੈ ਜਾਣਗੇ, ਠੀਕ ਹੈ ਨਾ, ਹੁਣ ਮੈਂ ਦੱਸਾਂਗੀ ਨਾ ਸਾਰੇ ਲੋਕੀ ਪਿੱਛੇ ਪੈ ਜਾਣਗੇ, ਆਪਾਂ ਕੀ ਦੱਸ ਦਈਏ। ਮੈਂ ਆਖਨੀ ਆ ਆਪਣੀ ਸੋਚ ਮੁਸਬਤ ਰੱਖੋ, ਤੁਸੀਂ ਰੱਖ ਕੇ ਵੇਖੋ, ਤੁਸੀਂ ਨਾ ਅੱਛਾ ਸੋਚੋ, ਇਹ ਤੁਸੀਂ ਕਰਕੇ ਤੇ ਵੇਖੋ, ਅੱਛਾ ਸੋਚੋ। ਜਿਹੜੇ ਨੇਕ ਲੋਕ ਹੁੰਦੇ ਨੇ ਨਾ, ਉਹ ਕੋਈ ਡਿਓਡਰੈਂਟ ਕੋਈ ਸ਼ੈ ਨਹੀਂ ਲਾਉਂਦੇ, ਕਦੀ ਤੁਹਾਨੂੰ ਉਹਨਾਂ ਵਿੱਚ ਸਮੈਲ ਨਹੀਂ ਆਏਗੀ। ਇਹ ਸੋਚ ਦਾ ਬਹੁਤ ਫਰਕ ਹੈ। ਵਾਕਈ? ਹਾਂ, ਵਾਕਈ
ਵਾਕਈ ਇਹ ਮੈਂ ਨਾ ਇੱਕ ਰਿਸਰਚ ਪੜ੍ਹੀ ਸੀ, ਸਪਿਰਿਚੁਅਲ, ਹਾਂ ਸਪਿਰਿਚੁਅਲ ਹੈ, ਸੋਚ ਅੱਛੀ ਰੱਖੋ। ਤੇ ਦੂਜਾ ਇਹ ਹੈ ਕਿ ਮੈਂ ਤੁਹਾਨੂੰ ਦੱਸਾਂ ਇਹ ਬਹੁਤ ਔਖੀ ਗੱਲ ਹੈ, ਇਹ ਲੋਕਾਂ ਕੋਲ ਕੋਈ ਨਹੀਂ ਹੋਣਾ, ਤੁਸੀਂ ਕੋਈ ਟੋਟਕਾ ਦੱਸ ਦਿਓ। ਮੈਂ ਇਹੀ ਗੱਲ ਕਰ ਰਹੀ ਹਾਂ, ਇਹ ਨਹੀਂ ਹੋਣਾ ਲੋਕਾਂ ਕੋਲ, ਇਹ ਬਹੁਤ ਮੁਸ਼ਕਿਲ ਹੈ। ਮੈਂ ਇਹੀ ਗੱਲ ਦੱਸ ਰਹੀ ਹਾਂ ਕਿ ਦੂਜਾ ਇਹ ਹੈ ਕਿ ਬੋਡੀ ਨੂੰ ਨਾ ਡੀਟੌਕਸ ਕਰੋ। ਠੀਕ ਹੈ, ਇਹ ਜਿਹੜੀ ਸਮੈਲ ਹੁੰਦੀ ਹੈ ਨਾ, ਇਹ ਨਾ ਤੁਸੀਂ ਥੋੜੀ ਜਿਹੀ ਸਮਝਣ ਵਾਲੀ ਗੱਲ ਹੈ, ਥੋੜਾ ਇਹਨੂੰ ਨਾ ਥੋੜਾ ਖੋਲ ਕੇ ਮੈਂ ਬਿਆਨ ਕਰਨੀ ਆ। ਇਹ ਨਾ ਬੋਡੀ ਦਾ ਨਾ ਫੁਜ਼ਲਾ ਹੁੰਦਾ ਹੈ, ਠੀਕ ਹੈ, ਟੌਕਸਿਨਸ ਜਿਹੜੇ ਨਾ ਨਿਕਲਦੇ ਨੇ ਪਸੀਨੇ ਦੇ ਜ਼ਰੀਏ ਨਿਕਲਣ, ਠੀਕ ਹੈ ਨਾ, ਤੁਸੀਂ ਵਾਸ਼ਰੂਮ ਜਾਓ ਪਿਸ਼ਾਬ ਦੇ ਜ਼ਰੀਏ ਨਿਕਲਣ, ਠੀਕ ਹੈ, ਤੇ ਤੁਸੀਂ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ। ਪਾਣੀ ਜਿਸ ਤਰ੍ਹਾਂ ਇੱਕ ਆਪਾਂ ਦੱਸਨੇ ਆ ਨਾ ਕਿ 8 ਤੋਂ 10 ਗਿਲਾਸ, ਤੁਸੀਂ 8 ਤੋਂ 12 ਗਿਲਾਸ ਪੀਣਾ ਸ਼ੁਰੂ ਕਰ ਦਿਓ ਸਿਰਫ 3 ਦਿਨ, ਤੁਸੀਂ ਵੇਖੋਗੇ ਤੁਹਾਡੇ ਪਸੀਨੇ ਦੀ ਸਮੈਲ ਅੱਧੀ ਤੋਂ ਜ਼ਿਆਦਾ ਘੱਟ ਹੋ ਜਾਏਗੀ। ਡਿਓਡਰੈਂਟ ਜਿਹੜਾ ਹੈ ਉਹ 5 ਰੁਪਏ ਵਾਲਾ ਦੱਸਾਂਗੀ ਮੈਂ, ਸਿਰਫ 5 ਰੁਪਏ, 5 ਰੁਪਏ ਦਾ ਡਿਓਡਰੈਂਟ, 5 ਰੁਪਏ 3 ਮਹੀਨੇ, ਠੀਕ ਹੈ, 3 ਮਹੀਨੇ ਚੱਲੇਗਾ। ਹਾਂ ਇੰਨੇ ਕੁ ਮਿਲ ਜਾਏਗੀ ਫਟਕੜੀ, ਉਹ ਖਤਮ ਹੀ ਨਹੀਂ ਹੁੰਦੀ ਸਫੈਦ ਫਟਕੜੀ। ਜਦੋਂ ਵੀ ਨਹਾਣਾ ਹੈ ਨਾ, ਹਾਈਜੀਨ ਦਾ ਖਿਆਲ ਰੱਖੋ, ਠੀਕ ਹੈ ਨਾ, ਸਫਾਈ ਦਾ ਖਿਆਲ ਰੱਖੋ, 2 ਟਾਈਮ ਨਹਾਓ, ਤੇ ਜਿਸ ਟਾਈਮ ਨਹਾਣਾ ਹੈ ਉਸੇ ਟਾਈਮ ਅੰਡਰ ਆਰਮ ਵਿੱਚ ਫਟਕੜੀ ਲਾ ਲਓ, ਠੀਕ ਹੋ ਗਿਆ। ਇਨਸ਼ਾਅੱਲਾ ਮਹਿੰਗੇ ਡਿਓਡਰੈਂਟ ਜਿਹੜੇ ਹੈ ਨਾ ਉਹ ਕੰਮ ਨਹੀਂ ਕਰ ਸਕਣਗੇ ਜਿਹੜਾ ਇਹ 5 ਰੁਪਏ ਵਾਲੀ ਫਟਕੜੀ ਕਰ ਦੇਗੀ। ਅੱਛਾ, ਹਾਂ 2.5 ਲੀਟਰ 2 ਲੀਟਰ ਪਾਣੀ, ਠੀਕ ਹੈ, ਤੇ ਇਹ ਹੈ ਕਿ ਫਟਕੜੀ ਦਾ ਇਸਤੇਮਾਲ ਇਨਸ਼ਾਅੱਲਾ। ਮੁਸਬਤ ਸੋਚ, ਫਿਰ ਮੈਂ ਆਖਨੀ ਆ ਮੁਸਬਤ ਸੋਚ, ਠੀਕ ਹੈ ਨਾ, ਕੋਸ਼ਿਸ਼ ਕਰੋ, ਟਰਾਈ ਤੇ ਕਰੋ ਨਾ, ਟਰਾਈ ਕਰੋ ਤੇ ਇਹ ਹੈ ਕਿ ਇਨਸ਼ਾਅੱਲਾ ਸਮੈਲ ਖਤਮ ਹੋ ਜਾਏਗੀ, ਇਨਸ਼ਾਅੱਲਾ। ਅੱਛਾ ਇੱਕ ਹੋਰ ਮੈਂ ਐਡ ਕਰਨੀ ਹੈ ਇਹਦੇ ਵਿੱਚ, ਤੁਸੀਂ ਚਾਹੁੰਦੇ ਹੋ ਸਮੈਲ ਤੇ ਚਲੋ ਚਲੀ ਗਈ, ਤੁਸੀਂ ਇਹ ਚਾਹੁੰਦੇ ਹੋ ਕਿ ਜਦੋਂ ਦੇ ਵੀ ਅਸੀਂ ਲੰਘਾਂ ਤੇ ਖੁਸ਼ਬੂ ਆਣ। ਆਹੋ, ਉਹਦੇ ਵਾਸਤੇ ਉਹ ਮਹਿੰਗਾ ਕੰਮ ਹੈ ਪਰਫਿਊਮ। ਨਹੀਂ ਬਹੁਤ ਸਸਤਾ ਕੰਮ ਹੈ, ਬਿਲਕੁਲ ਮਹਿੰਗਾ ਨਹੀਂ। ਪਰਫਿਊਮ ਤੇ ਬੜੇ ਅੱਜਕੱਲ ਮਹਿੰਗੇ ਹੋਏ ਨੇ, ਫਿਰ ਪਰਫਿਊਮ ਹੀ ਮਹਿੰਗੇ ਹੋਏ ਨੇ ਨਾ। ਜਿਹੜਾ ਚੰਬੇਲੀ ਦਾ ਤੇਲ ਨਹੀਂ ਹੁੰਦਾ, ਥੋੜਾ ਜਿਹਾ ਲਿਆ ਕੇ ਰੱਖ ਲਓ, ਚੰਬੇਲੀ ਦਾ ਤੇਲ ਮਿਲਦਾ, 2-3 ਡ੍ਰੌਪ, ਆਖਰੀ ਜਿਹੜਾ ਕੱਪ ਹੈ ਨਹਾਉਣ ਵਾਲਾ ਕੱਪ, ਠੀਕ ਹੈ ਨਾ, ਉਹਦੇ ਵਿੱਚ ਪਾ ਕੇ ਨਾ ਤੇ ਸਾਰੀ ਬੋਡੀ ਉੱਤੇ ਪਾ ਲਓ। ਫਿਰ ਜਦੋਂ ਜਿਸ ਜਗ੍ਹਾ ਤੋਂ ਵੀ ਤੁਸੀਂ ਲੰਘੋਗੇ ਨਾ ਖੁਸ਼ਬੂ ਹੀ ਖੁਸ਼ਬੂ ਆਏਗੀ। ਅੱਛਾ ਵਾਹ, ਜਹਾਂ ਸੇ ਆਪ ਜਾਏंगी वहां से खुशबू आएगी। मेरा ना मुंह दुखने लग गया पंजाबी बोल के। कोई गल नहीं, लेकिन तुसी सीख ਲਈ ਨਾ ਸਾਡੇ ਕੋ ਆ ਕੇ ਪੰਜਾਬੀ। ਇਸ ਪਲੇਟਫਾਰਮ ਨੇ ਮੈਨੂੰ ਸਿਖਾਈ ਹੈ ਪੰਜਾਬੀ, ਮੈਂ ਜ਼ਿੰਦਗੀ 'ਚ ਪਹਿਲੀ ਵਾਰ। ਇਹੀ ਤੇ ਸਾਡਾ ਮਕਸਦ ਹੈ ਤੇ ਪੂਰਾ ਹੋ ਰਿਹਾ, ਦੇਖੋ ਬੜੀ ਖੁਸ਼ੀ ਹੋਈ ਹੈ ਇਸ ਗੱਲ। ਮੈਂ ਕਹਿੰਦੀ ਮੇਰਾ ਮੂੰਹ ਦੁਖਣ ਲੱਗ ਗਿਆ ਪੰਜਾਬੀ ਬੋਲ ਕੇ। ਅੱਛਾ ਨਹੀਂ ਮਾਂ ਜੀ, ਇਹ ਜਦੋਂ ਅੰਡਰਆਰਮ ਦੀ ਸਮੈਲ ਦੀ ਤੇ ਗੱਲ ਹੋ ਗਈ, ਇਹ ਜਿਹੜੇ ਅਨਵਾਂਟਡ ਹੇਅਰਸ ਨੇ ਉਹਨਾਂ ਦਾ ਨੈਚੁਰਲ ਕੋਈ ਹੇਅਰ ਪੇਨਲੈਸ ਕੋਈ ਟੋਟਕਾ ਦੱਸੋ ਕਿ ਜਿਹੜੇ ਵਾਲ, ਬੜੇ ਲੋਕ ਦਾਵਾ ਕਰਦੇ ਨੇ ਕਿ ਆਣਗੇ ਨਹੀਂ ਨਾ ਵਾਲ, ਵੈਸੇ ਐਸੇ ਮੈਨੂੰ ਲੱਗਦਾ ਕਿ ਪੋਸੀਬਲ ਹੈ, ਲੇਕਿਨ ਕਿਆ ਤੁਸੀਂ ਦੱਸੋ ਹੈ ਪੋਸੀਬਲ ਕਿ ਕੋਈ ਐਸਾ ਇਲਾਜ ਕਿ ਵਾਲ ਦੁਬਾਰਾ ਆਣ ਹੀ ਨਾ? ਹੈ, ਬਿਲकुल है। अच्छा वो की हाँ, ਅਸੀਂ ਗੱਲ ਕਰਾਂਗੇ ओल्ड इज गोल्ड। अक्सर मैं भी ये जुमला बोलती हूँ, ओल्ड इज गोल्ड। हमारी ਜਿਹੜੀ ਆਪਣੀ ਨਾਨੀਆਂ ਦਾਦੀਆਂ ਸੀ ਨਾ, ਜਾਂ ਆਪਣੀ ਅੰਮੀਆਂ, ਠੀਕ ਹੈ ਨਾ, ਸੋਚ ਕੇ ਵੇਖੋ ਉਹਨਾਂ ਦੇ ਚਿਹਰੇ ਤੇ ਹੱਥਾਂ ਤੇ ਵਾਲ ਸੀ? ਨਹੀਂ ਸੀ ਨਾ। ਵੈਸੇ ਹਾਂ, ਨਾਨੀਆਂ ਦਾਦੀਆਂ ਸਾਡੀਆਂ ਦੇ ਨਹੀਂ ਸੀ, ਨਹੀਂ ਸੀ। ਮੈਂ ਕਦੀ ਵੀ ਆਪਣੀ ਬਾਜ਼ੂ ਵਜ਼ੂ ਨਹੀਂ ਦਿਖਾਈ, ਮੈਂ ਪੂਰਾ ਦੁਪੱਟਾ ਪਾਨੀ ਆ। ਪਰ ਇਹ ਹੈ ਕਿ ਦੇਖ ਲਓ, ਤੁਸੀਂ ਤਾਂ ਵੇਖ ਰਹੇ ਹੋ ਨਾ, ਕੈਮਰੇ ਦੀ ਆਂਖ ਨਹੀਂ ਵੇਖ ਰਹੀ, ਮੈਂ ਕੋਈ ਵੈਕਸ ਨਹੀਂ ਕੀਤੀ, ਕੋਈ ਵਾਲ ਨਹੀਂ ਹੈਗੇ, ਠੀਕ ਹੈ ਨਾ, ਵਾਲ ਕੋਈ ਨਹੀਂ ਹੈਗੇ। ਇਹ ਕੀ ਕੀਤਾ ਹੋਇਆ ਹੈ? ਡੇਲੀ ਸਿਰਫ 2 ਚਮਚ ਵੇਸਣ ਤੇ 1 ਚਮਚ ਦੁੱਧ, ਕੱਚਾ ਦੁੱਧ, ਠੀਕ ਹੈ, ਘੋਲ ਕੇ ਮੂੰਹ ਤੇ ਲਾ ਲਓ, ਬਾਜ਼ੂਆਂ ਉੱਤੇ ਲਾ ਲਓ ਤੇ ਮਸਾਜ ਕਰੋ। ਇੱਕ ਮੈਂ ਤੁਹਾਨੂੰ ਪ੍ਰੈਕਟਿਸ ਦੱਸਣੀ ਆ, ਜਦੋਂ ਤੁਸੀਂ ਇਸ ਤਰ੍ਹਾਂ ਮਸਾਜ ਕਰੋਗੇ ਨਾ, ਪਹਿਲੀ ਐਪਲੀਕੇਸ਼ਨ ਵਿੱਚ 10-15 ਮਿੰਟ ਲਾ ਲਿਆ, ਡਰਾਈ ਹੋ ਗਿਆ ਜਿਹੜਾ ਮਾਸਕ ਤੁਸੀਂ ਬਣਾ ਕੇ ਲਾਇਆ ਹੈ, ਕੱਚਾ ਦੁੱਧ ਤੇ ਵੇਸਣ, ਤੇ ਮਸਾਜ ਕਰੋਗੇ ਨਾ, ਮਸਾਜ ਕਰਨ ਤੋਂ ਜਿਹੜੇ ਤੁਹਾਡੇ ਵਾਲ ਨੇ ਨਾ, ਇਹ 10% ਉਤਰ ਜਾਣਗੇ, 20 to 30% ਜਿਹੜੇ ਹੈ ਨਾ ਉਹ ਕਮਜ਼ੋਰ ਹੋ ਜਾਏਗੀ ਜੜ। ਅਗਲੇ ਦਿਨ ਐਪਲੀਕੇਸ਼ਨ ਫੇਰ ਕਰੋ। ਇਹ ਮਾਸਕ ਜਿਹੜਾ ਮੈਂ ਦੱਸਿਆ ਨਾ, ਤੇ ਇਹ ਉਹ ਵਾਲਾ ਮਾਸਕ ਜਿਹੜਾ ਤੁਸੀਂ ਹਰ ਰੋਜ਼ ਲਾ ਸਕਦੇ ਹੋ, ਹਰ ਰੋਜ਼ ਲਾ ਸਕਦੇ, ਠੀਕ ਹੈ ਨਾ, ਹਰ ਰੋਜ਼ ਕਰਨੀ ਪੈਂਦੀ ਹੈ। 15 ਮਿੰਟ ਕੱਢ ਲਓ, ਬਸ 15 ਮਿੰਟ। ਤੇ ਦੂਜੀ ਐਪਲੀਕੇਸ਼ਨ ਵਿੱਚ ਤੁਹਾਡੇ ਜਿਹੜੇ 15% ਬਾਲ, 20% ਬਾਲ ਜਿਹੜੇ ਹੈ ਉਹ ਲੱਥ ਜਾਣਗੇ, ਅਗਲੇ 30% ਜਿਹੜੇ ਉਹ ਕਮਜ਼ੋਰ ਹੋ ਜਾਣਗੇ, ਠੀਕ ਹੈ ਨਾ। ਸਿਰਫ ਇਹ ਵਾਲੇ ਜਿਹੜੇ ਮੋਟੇ ਵਾਲ ਨੇ ਨਾ, ਸਿਰਫ ਇਹ ਰਹਿ ਜਾਣਗੇ, ਬਾਕੀ ਸਾਰਾ ਰੂਹਾਂ ਜਿਹੜਾ ਸਾਫ਼ ਹੋ ਜਾਏਗਾ। ਛੋਟੇ ਬੱਚੇ, ਨਿਊਬੋਰਨ ਬੱਚੇ ਹੁੰਦੇ, ਉਹਨਾਂ ਨੂੰ ਅਕਸਰ ਲੂਈ ਨਾਲ ਮਸਾਜ ਕਰਦੇ ਨੇ, ਲੂਈ ਨਾਲ ਕਰਦੇ ਨੇ, ਬੇਸਨ ਲੂਈ ਨਾਲ ਕਰਦੇ ਨੇ, ਹਾਂ ਵੇਸਨ ਨਾਲ ਵੀ ਕਰਦੇ ਨੇ, ਵਾਲ ਲੱਥ ਜਾਂਦੇ, ਉਹ ਇਫੈਕਟਿਵ ਹੁੰਦਾ ਹੈ। ਹਾਂ, ਇਫੈਕਟਿਵ ਹੁੰਦਾ ਹੈ ਉਹ, ਹਾਂ ਮੈਂ ਵੇਖਿਆ ਇੱਕ ਕਰਦੇ ਹੋਏ ਨਾ, ਲੂਈ ਨਾਲ, ਹਾਂ ਲੂਈ ਨਾਲ, ਹਾਂ ਐਕਸਟਰਾ ਵਾਲ ਲੱਥ ਜਾਂਦੇ ਨੇ। ਤਾਂ ਅੱਛਾ, ਉਹ ਆਂਦੇ ਵੀ ਕੋਈ ਨਹੀਂ ਫਿਰ, ਜੇ ਹੈ ਬੱਚੇ ਹੈ ਤਾਂ ਲੂਈ ਨਾਲ ਤੁਸੀਂ ਲਾ ਲਓ ਚੰਗੀ ਤਰ੍ਹਾਂ। ਇਹ ਲੂਈ ਬਣ ਗਈ ਹੈ ਨਾ, ਕੱਚਾ ਦੁੱਧ ਪਾਇਆ, ਇਹ ਵਿੱਚ ਥੋੜੀ ਜਿਹੀ ਚਿਕਨਾਈ ਵੀ ਆ ਗਈ, ਤੇ ਤੁਸੀਂ ਡੇਲੀ ਪ੍ਰੈਕਟਿਸ ਕਰੋ, ਹੱਥਾਂ ਉੱਤੇ ਵੀ ਤੇ ਟਾਂਗਾਂ ਉੱਤੇ ਵੀ, ਇਨਸ਼ਾਅੱਲਾ ਬਾਲ ਲੱਥ ਜਾਣਗੇ। ਅੱਛਾ, ਇੱਕ ਹੋਰ ਬੜਾ ਅੱਜ ਕੱਲ੍ਹ ਲੋਕ ਸਰਚ ਕਰਦੇ ਨੇ, ਇੱਕ ਹੋਰ, ਚਿੱਟੇ ਹੱਥ ਤੇ ਪੈਰ। ਅੱਜ ਕੱਲ੍ਹ ਮੂੰਹ ਤੇ ਲੋਕਾਂ ਨੂੰ ਸੀ, ਹੁਣ ਹੱਥਾਂ ਪੈਰਾਂ ਤੇ ਵੀ ਆ ਗਏ ਨੇ। ਹੁਣ ਨੇਲ ਪਾਲਿਸ਼ ਲੈਣੀ ਹੁੰਦੀ, ਨਹੁੰ ਸ਼ਹੁੰ ਰੱਖਣੇ ਹੁੰਦੇ ਨੇ, ਤੇ ਹੱਥ ਪੈਰ ਵੀ ਸੋਹਣੇ ਹੋਣੇ ਚਾਹੀਦੇ ਨੇ।
ਇਹਦਾ ਕੀ, ਇਹਦੇ ਵਾਸਤੇ ਕੀ ਇਲਾਜ ਹੈ? ਇਹਦੇ ਵਾਸਤੇ ਨਾ ਹੁਣ ਤੇ ਚਲਾ ਗਿਆ ਇਹ ਅੰਬ, ਜੇ ਤੇ ਬੱਚਾ ਹੋਇਆ ਤੇ ਤੁਸੀਂ ਫੜ ਲਓ ਉਹਨੂੰ, ਠੀਕ ਹੈ ਨਾ, ਫੜ ਲਓ, ਜਾਂਦੇ ਵਾਲਾਂ ਨਾਲ ਰਹਿ ਗਿਆ ਲੇਕਿਨ ਫੜ ਲਓ ਜਾਂਦੇ ਹੱਥ ਪੈਰ ਚਿੱਟੇ ਕਰਨੇ, ਮੁਲਾਇਮ ਕਰਨੇ, ਖੂਬਸੂਰਤ ਕਰਨੇ, ਠੀਕ ਹੈ ਨਾ। ਅੰਬ ਦਾ ਤੁਸੀਂ ਨਾ ਜਿਹੜਾ ਪਲਪ ਹੈ ਉਹ ਲੈਣਾ ਤਕਰੀਬਨ ਕੋਈ 100 ਗ੍ਰਾਮ। ਓਕੇ, 100 ਗ੍ਰਾਮ, ਠੀਕ ਹੈ ਨਾ, 100 ਗ੍ਰਾਮ ਯਾਨੀ ਅੱਧਾ ਅੰਬ ਲੈ ਲਓ, ਠੀਕ ਹੈ। ਜੀ। ਤੇ 2 ਚਮਚ ਭਰ ਕੇ ਕੌਫੀ ਪਾਣੀ ਹੈ, ਕੌਫੀ ਓਕੇ, ਤੇ 2 ਚਮਚ ਭਰ ਕੇ ਨਾ ਸੁੱਕਾ ਦੁੱਧ, ਠੀਕ ਹੈ। ਬਸ 3 ਚੀਜ਼ਾਂ, ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰ ਲਓ। ਬਲੈਂਡ ਕਰਕੇ ਨਾ ਤੁਸੀਂ ਜਦੋਂ ਲਾਓਗੇ ਨਾ ਆਪਣੇ ਹੱਥਾਂ ਉੱਤੇ, ਤੁਹਾਡੇ ਹੱਥ ਜਿਹੜੇ ਨਾ, ਇਹ ਕਹਿੰਦੇ ਨੇ ਨਾ ਕਿ ਮਾਸਕ ਲਾ ਕੇ ਬਹਿ ਗਏ, ਤੁਹਾਡਾ ਦਿਲ ਨਹੀਂ ਕਰੇਗਾ ਬਹਿਣ ਨੂੰ, ਤੁਸੀਂ ਮਸਾਜ ਹੀ ਕਰਦੇ ਰਹੋਗੇ। ਇੰਨੀ ਪਿਆਰੀ ਸਲਾਈਮੀ ਪੇਸਟ ਬਣ ਜਾਏਗੀ ਨਾ ਕਿ ਸਾਰੀ ਕੌਫੀ ਜਿਹੜੀ ਹੈ ਉਹ ਕਾਲੇਪਨ ਨੂੰ ਦੂਰ ਕਰਦੀ ਹੈ, ਕੱਟ ਆਫ ਕਰਦੀ ਹੈ। ਜਿਹੜਾ ਹੈ ਡਰਾਈ ਮਿਲਕ, ਉਹਦੇ ਵਿੱਚ ਲੈਕਟਿਕ ਐਸਿਡ ਹੁੰਦਾ ਹੈ, ਉਹ ਵੀ ਕੀ ਰੰਗ ਨੂੰ ਵੀ ਚਿੱਟਾ ਕਰਦਾ ਹੈ, ਤੇ ਜਿਹੜੇ ਮਸਲਸ ਟੁੱਟ ਜਾਂਦੇ ਨੇ ਨਾ ਉਹਨਾਂ ਵੀ ਜੋੜਦਾ ਹੈ, ਠੀਕ ਹੈ ਨਾ। ਜਿਹੜਾ ਮੈਂਗੋ ਹੈ ਉਹਦੇ ਵਿੱਚ ਜਿਹੜੀ ਮੇਰੀ ਰਿਸਰਚ ਵਿੱਚ ਆਇਆ, ਠੀਕ ਹੈ, ਮੈਂ ਜ਼ਿਆਦਾ ਪਹਿਲੇ ਤਜਰਬੇ ਕਰ ਲੈਣੀ, ਹਾਂ ਇਹਦਾ ਅਸਰ ਆ ਗਿਆ ਤੇ ਫਿਰ ਮੈਂ ਰਿਸਰਚ ਕਰਨੀ ਹੈ ਕੀ ਹੈਗਾ ਇਹਦੇ ਵਿੱਚ, ਤੁਹਾਨੂੰ ਦੱਸਣ ਵਾਸਤੇ ਸਿਰਫ, ਨਹੀਂ ਤਾਂ ਮੈਂ ਤਾਂ ਮੁਤਮਈਨ ਹਾਂ, ਠੀਕ ਹੈ ਨਾ। ਹਾਂ, ਵਿਟਾਮਿਨ ਏ ਹੈ, ਸੀ ਹੈ ਤੇ ਈ ਵੀ ਹੈ, ਠੀਕ ਹੈ, ਮੈਂਗੋ ਵਿੱਚ। ਤੇ ਉਹਦਾ ਪਲਪ ਨਾ ਮੈਂ ਪਹਿਲੇ ਇਹ ਕਰਦੀ ਸੀ, ਜਦੋਂ ਮੈਂ ਮੈਂਗੋ ਮਤਲਬ ਛਿੱਲਿਆ ਤਾਂ ਛਿਲਕਾ ਨਾ ਮੂੰਹ ਤੇ ਮਲ ਲਿਆ, ਤੇ ਉਹ ਬਹੁਤ ਹੀ ਸੌਫਟ ਤੇ ਅੱਛੀ ਸਕਿਨ ਹੋ ਜਾਂਦੀ ਹੈ। ਸਕਿਨ ਨੂੰ ਨਾ ਇੱਕ ਤੁਸੀਂ ਇਹ ਆਖੋ ਦੱਸ ਸਕਦੇ ਹੋ ਕਿ ਸਕਿਨ ਦੀ ਨਾ ਸਿਹਤ ਅੱਛੀ ਹੋ ਜਾਂਦੀ, ਹੈਲਥ ਅੱਛੀ ਹੋ ਜਾਂਦੀ ਹੈ। ਤੇ ਤੁਸੀਂ ਨਾ ਇਹਦੇ ਵਿੱਚ ਮੈਂਗੋ ਦਾ ਪਲਪ ਪਾਓ, ਇੱਕ ਨਾ ਮੈਂਗੋ ਕੌਫੀ ਪਿਊਰੀ ਬਣ ਜਾਏਗੀ, ਠੀਕ ਹੈ। ਡਾਇਬੀਟਿਕ ਪੇਸ਼ੈਂਟ ਖਾ ਵੀ ਸਕਦੇ ਨੇ, ਮੈਂ ਖਾਈਏ, ਠੀਕ ਹੈ, ਤੇ ਫਿਰ ਮੈਂ ਲਾਈ ਵੀ ਹੈ। ਪਿਛਲੇ ਦਿਨੋਂ ਨਾ ਅਸੀਂ ਗਏ ਸੀ, ਪਿਛਲਾ ਮਹੀਨਾ ਸਾਰਾ ਮੇਰਾ ਟੂਰ ਵਿੱਚ ਗਿਆ ਸੀ, ਕਦੀ ਕਿਧਰੇ, ਤੇ ਬਹੁਤ ਹੀ ਟੈਨ ਹੋ ਗਈ। ਅਸਲੀ ਜਿਹੜਾ ਮੇਰਾ ਰੰਗ ਸੀ ਨਾ ਉਹੀ ਆ ਗਿਆ ਸੀ, ਮੈਂ ਤੇ ਪਰੇਸ਼ਾਨ ਹੀ ਹੋ ਗਈ ਸੀ। ਮੈਂ ਕਿਹਾ ਹੁਣ ਕੀ ਕਰੀਏ, ਤੇ ਮੈਂ ਨਾ ਬਹੁਤ ਟੋਟਕੇ ਕੀਤੇ ਗੋਰੇ ਰੰਗ ਕਰਨ ਵਾਸਤੇ, ਹੱਥ ਪੈਰ ਸਹੀ ਕਰਨ ਵਾਸਤੇ। ਮੈਨੂੰ ਸ਼ਰਮ ਆਉਂਦੀ ਸੀ ਜਦੋਂ ਮੈਂ ਵੀਡੀਓ ਬਣਾਉਂਦੀ ਸੀ ਨਾ ਆਪਣੇ ਚੈਨਲ ਵਾਸਤੇ, ਅੱਲਾ ਮੈਂ ਵਿਖਾਇਆ ਵੀ ਹੈ, ਮੈਂ ਕਿਹਾ ਕਿਹੜੀ ਸ਼ਰਮ ਵਾਲੀ ਗੱਲ ਹੈ, ਥੋੜੇ ਦਿਨ ਦੀ ਗੱਲ ਹੈ, ਰੰਗ ਸਾਫ਼ ਹੋ ਜਾਏਗਾ, ਸਾਫ਼ ਕਰਕੇ, ਹਾਂ ਘਰ ਦੀ ਗੱਲ ਹੈ। ਤੇ ਨਾ ਉਹ 15-20 ਮਿੰਟ ਲਾ ਕੇ ਨਾ ਉਹ ਇੱਕ ਪਹਿਲੇ ਤੇ ਉਹਦਾ ਮਸਾਜ ਕਰੋ, 4 5 6 7 8 10 ਮਿੰਟ, ਜਿੰਨੀ ਦੇਰ ਉਹ ਥੋੜਾ ਜਿਹਾ ਖੁਸ਼ਕ ਨਾ ਹੋ ਜਾਏ। ਖੁਸ਼ਕ ਹੋ ਗਿਆ 10-15 ਮਿੰਟ ਛੱਡ ਦਿਓ, ਫਿਰ ਥੋੜਾ ਜਿਹਾ ਹੱਥ ਗਿੱਲਾ ਕਰਕੇ 10-15 ਮਿੰਟ ਬਾਅਦ ਤੁਸੀਂ ਫਿਰ ਚੰਗੀ ਤਰ੍ਹਾਂ ਮਸਾਜ ਕਰੋ, ਮਸਾਜ ਕਰਕੇ ਵਾਸ਼ ਕਰ ਲਓ। ਤੇ ਫਿਰ ਤੁਸੀਂ ਚਾਹੁੰਦੇ ਹੋ ਕਿ ਹੱਥ ਪੈਰਾਂ ਦੀ ਸਕਿਨ ਜਿਹੜੀ ਉਹ ਟਾਈਟ ਹੋ ਜਾਏ, ਠੀਕ ਹੈ, ਕਿਉਂਕਿ 30 ਤੋਂ ਬਾਅਦ ਔਰਤ ਦੀ ਸਕਿਨ ਢਲਣਾ ਸ਼ੁਰੂ ਹੋ ਜਾਂਦੀ ਹੈ। ਵਿਟਾਮਿਨ ਈ ਤੇ ਕੈਸਟਰ ਆਇਲ, ਇਸ ਤੋਂ ਵੱਡੀ ਥੈਰੇਪੀ ਨਹੀਂ ਹੈ ਅੱਜ ਤੱਕ ਕੋਈ। ਕੈਸਟਰ ਆਇਲ ਐਂਡ ਵਿਟਾਮਿਨ ਈ, ਠੀਕ ਹੈ। ਵੈਟ ਫੇਸ ਉੱਤੇ, ਗਿੱਲੇ ਫੇਸ ਉੱਤੇ, ਇਹ ਤੁਸੀਂ ਕੌਫੀ ਵਾਲਾ ਮਾਸਕ ਲੱਥ ਕੀ ਹੈ, ਮੈਨੂੰ ਪੰਜਾਬੀ ਨਹੀਂ ਆਉਂਦੀ ਸਹੀ ਹੈ ਨਾ, ਲਾ ਦਿੱਤਾ, ਧੋ ਲਿਆ ਹੈ, ਗਿੱਲਾ ਹੈ ਤੇਰਾ ਫੇਸ ਵੀ ਤੇ ਹੱਥ ਵੀ, ਤੇ ਵਿਟਾਮਿਨ ਈ ਜਾਂ ਕੈਸਟਰ ਆਇਲ ਜਿਹੜਾ ਵੀ ਕੋਈ ਹੈ ਲਾ ਕੇ ਤੇ ਥੋੜੀ ਜਿਹੀ ਥੈਰੇਪੀ ਕਰਨੀ ਹੈ। ਕਿਸ ਤਰ੍ਹਾਂ? ਇਸ ਤਰ੍ਹਾਂ, ਠੀਕ ਹੈ ਨਾ, ਇਸ ਤਰ੍ਹਾਂ ਹੱਥਾਂ ਉੱਤੇ ਵੀ ਇਸ ਤਰ੍ਹਾਂ ਮਸਾਜ ਕਰ ਲਿਆ ਨਾ, ਮਸਾਜ ਕਰ ਲਿਆ, ਮਸਾਜ ਕਰਕੇ ਇਸ ਤਰ੍ਹਾਂ ਤੁਸੀਂ ਕਰੋ। ਬਲੱਡ ਸਰਕੂਲੇਸ਼ਨ ਜੋ ਹੈ ਨਾ ਉਹ ਬਹੁਤ ਅੱਛੀ ਹੋਗੀ, ਤੇ ਇੱਕਦਮ ਤੁਸੀਂ ਵੇਖੋਗੇ ਕਿ ਨਿਖਾਰ ਵੀ ਆਏਗਾ ਤੇ ਸਕਿਨ ਟਾਈਟ ਵੀ ਹੋ ਜਾਏਗੀ, ਹੱਥ ਪੈਰ ਖੂਬਸੂਰਤ। ਵੈਂਪਾਇਰ ਟ੍ਰੀਟਮੈਂਟਸ ਜਿਹੜੇ ਨੀਡਲਸ ਨਾਲ ਕਰਾਉਂਦੇ ਨੇ ਸਾਰਾ, ਪਤਾ ਨਹੀਂ, ਮੈਂ ਜਿਸ ਸ਼ੋਅ 'ਚ ਵੀ ਜਾਂਦੀ ਹਾਂ ਨਾ ਕੋਈ ਨਵਾਂ ਹੀ ਨਾਂ ਸੁਣਦੀ ਹਾਂ ਟ੍ਰੀਟਮੈਂਟ ਦਾ। ਵੈਂਪਾਇਰ ਟ੍ਰੀਟਮੈਂਟ ਵੀ ਹੈਗਾ ਨਾ, ਉਹ ਕੀ ਹੁੰਦਾ ਪੂਰਾ, ਉਹ ਇੰਨਾ ਜ਼ਿਆਦਾ ਨੀਡਲਸ ਲੱਗਦੀ ਨਾ ਕਿ ਬਲੱਡੀ ਹੋ ਜਾਂਦਾ ਫੇਸ ਬਹੁਤ ਜ਼ਿਆਦਾ। ਅੱਲਾਹੁ ਅਕਬਰ। ਨਹੀਂ ਉਸ ਤੋਂ ਬਚ ਜਾਓਗੇ ਤੁਸੀਂ, ਇਹ ਟੋਟਕਾ ਕਰੋ ਨਹੀਂ ਮਾਪਾ ਦਾ, ਉਸ ਤੋਂ ਤੁਸੀਂ ਬਚ ਜਾਓਗੇ, ਠੀਕ ਹੈ ਨਾ। ਹਾਂ ਬਸ ਇਹ ਥੈਰੇਪੀ ਖੁਦ ਕਰਨੀ ਹੈ ਨਾ, ਥੋੜੀ ਬਲੱਡ ਸਰਕੂਲੇਸ਼ਨ ਤੇਜ਼ ਹੋ ਜਾਏਗੀ। ਜਿਸ ਟਾਈਮ ਤੱਕ ਆਇਲ ਜਿਹੜਾ ਹੈ ਉਹਨੇ ਇੱਕ ਲੇਅਰ ਬਣ ਜਾਏਗੀ, ਬਿਲਕੁਲ ਤੁਸੀਂ ਫੀਲ ਕਰੋਗੇ ਕਿ ਸਕਿਨ ਨਾ ਬਿਲਕੁਲ ਟਾਈਟ ਹੋ ਗਈ। ਇਸ ਤੋਂ ਇਲਾਵਾ ਵੀ ਬਹੁਤ ਟੋਟਕੇ ਨੇ ਸਕਿਨ ਟਾਈਟ ਕਰਨ ਵਾਸਤੇ, ਸਕਿਨ ਬ੍ਰਾਈਟ ਕਰਨ ਵਾਸਤੇ, ਹੱਥ ਪੈਰਾਂ ਨੂੰ ਗੋਰੇ ਕਰਨ ਵਾਸਤੇ। ਇਨਸ਼ਾਅੱਲਾ ਫਿਰ ਦੱਸ ਦਿਆਂਗੀ, ਇਨਸ਼ਾਅੱਲਾ। ਇਹ ਗੱਲਾਂ ਹੀ ਬਹੁਤ ਜ਼ਿਆਦਾ ਹੈ, ਪਾਰਟ 2 ਹੋਣਾ ਚਾਹੀਦਾ ਇੱਕ, ਹਾਂ ਪਾਰਟ 2 'ਚ ਕਰਾਂਗੇ, ਠੀਕ ਹੈ ਨਾ। ਇਹ ਤੁਸੀਂ ਕਰਕੇ ਦੱਸਣਾ ਹੈ ਕਿ ਇਹ ਰਿਜ਼ਲਟ ਕਿਸਾ, ਕਿਉਂਕਿ ਹੁਣ ਮੈਂਗੋ ਜਾ ਰਹੇ ਨੇ, ਫਿਰ ਮੈਂ ਕਿਹਾ ਤੁਸੀਂ ਪਹਿਲੇ ਮੈਂਗੋ ਨਾਲ ਇਲਾਜ ਕਰ ਲਓ, ਫਟਾਫਟ। ਅੱਛਾ ਨਾਇਮਾ ਆਪਾ, ਸਾਡੇ ਨਾਲ ਹੁਣ ਕੁਝ ਗੇਮਸ ਵੀ ਨੇ। ਹੁਣ ਇਹ ਤੁਸੀਂ ਸ਼ੁਕਰ ਹੈ ਤੁਸੀਂ ਕੋਈ ਚੇਂਜ ਕੀਤਾ। ਆਹੋ ਨਹੀਂ ਕਿਉਂ ਨਹੀਂ, ਮੈਂ ਜਦੋਂ ਹੋਸਟ ਚੇਂਜ ਹੋ ਗਿਆ ਤੇ ਫਾਰਮੈਟ ਵੀ ਚੇਂਜ ਹੋ ਗਿਆ। ਨਹੀਂ ਚੰਗੀ ਗੱਲ ਹੈ। ਅੱਛਾ ਇਹ ਵੇਖ ਕੇ ਦੇਖਣਾ ਕਿ ਤੁਸੀਂ ਟੋਟਕਿਆਂ ਦੇ ਨਾਲ ਉਂਝ ਕਿੱਡੇ ਕੁ ਤੇਜ਼ ਹੋ। ਪੰਜਾਬੀ ਕੈਸੀ ਤੁਹਾਡੀ ਵੈਸੇ? ਹਾਏ ਅੱਲਾ ਪਤਾ ਨਹੀਂ, ਤੁਸੀਂ ਦੱਸੋਗੇ ਕਿਸ ਤਰ੍ਹਾਂ ਦੀ ਹੈਗੀ, ਮੈਨੂੰ ਤਾਂ ਬੋਲਣੀ ਕੋਈ ਨਹੀਂ ਆਉਂਦੀ। ਇਹ ਪਲੇਟਫਾਰਮ ਹੈ ਜਿਹਨੂੰ ਮੈਨੂੰ ਪੰਜਾਬੀ ਸਿਖਾਈ ਹੈ। ਅੱਛਾ ਸਭ ਤੋਂ ਪਹਿਲੇ ਨਾ ਰੈਪਿਡ ਫਾਇਰ ਹੈ। ਰੈਪਿਡ ਫਾਇਰ ਦਾ ਮਤਲਬ ਹੈ ਮੈਂ ਜਿਹੜਾ ਵੀ ਸਵਾਲ ਕਰਨਾ ਤੁਸੀਂ ਬਗੈਰ ਸੋਚਿਆ ਸਮਝਿਆ ਜਵਾਬ ਦੇਣਾ। ਇੱਕ ਹੀ ਲਫ਼ਜ਼ ਹੋਣਾ ਚਾਹੀਦਾ, ਬਹੁਤਾ ਜੁਮਲਾ ਕੋਈ ਤਮੀਦ ਨਹੀਂ ਬਣਨੀ, ਇੱਕ ਹੀ ਲਫ਼ਜ਼, ਠੀਕ ਹੈ। ਤੁਹਾਡੀ ਆਪਣੀ
ਪਸੰਦੀਦਾ ਜੜੀ ਬੂਟੀ ਕਿਹੜੀ ਹੈ? ਜ਼ੀਰੀ ਸਿਆ ਚਾਸ਼ਕੂ। ਉਹਦਾ ਫਾਇਦਾ? ਉਹਨੂੰ ਮੈਨੂੰ ਨਾਰਮਲ, ਮੇਰੀ ਸ਼ੂਗਰ ਨੂੰ ਨਾਰਮਲ ਕਰ ਦਿੱਤਾ। ਠੀਕ ਹੈ। ਪਸੰਦੀਦਾ ਖਾਣਾ ਕਿਹੜਾ ਤੁਹਾਡਾ? ਕੜਾਈ ਗੋਸ਼ਤ। ਕੜਾਈ ਗੋਸ਼ਤ, ਠੀਕ, ਆਪਣੇ ਹੱਥ ਦਾ ਬਣਿਆ ਹੋਇਆ। ਪਸੰਦੀਦਾ ਫਲ? ਇੱਕ ਹੀ ਸੀ, ਉਹ ਜ਼ਿੰਦਗੀ 'ਚ ਚਲਾ ਗਿਆ। ਫਲ ਚਲਾ ਗਿਆ? ਕਿਹੜਾ? ਮੇਰੀ ਗੱਲ ਹੈ, ਪੇਟ ਭਰ ਕੇ ਤਾਂ ਖਾ ਨਹੀਂ ਸਕਦੀ ਮੈਂਗੋ ਜ਼ਿੰਦਗੀ 'ਚ। ਡਾਇਬੀਟੀਜ਼, ਯੈਸ ਯੈਸ ਯੈਸ। ਅੱਛਾ, ਚਾय ਜਾਂ कॉफी? चाय फॉर एवर। चाय या कावा? अब तो कावा नहीं तो चाय, बस चाय चाय है। चाय लवर हो तुसी? चाय चाय है। अच्छा, शहद या गुड़? गुड़। गुड़ या चीनी? गुड़। गुड़। सुबह जल्दी उठना या रात देर तक जागना? सुबह जल्दी उठना। ते रात सो जांदे छेती? नहीं, लेट ही सोंदे हो ना। किन्ने फिर भी उठ जाते हैं। किन्ने के बजे तक? जी पढ़ना होंदा ते फिर ते अजान करना नाल ही सुन लेंदे आ। ठीक, ਨਮਾਜ਼ ਪੜ੍ਹ ਕੇ ਸੋ ਜਾਂਦੇ ਆ। ਨਹੀਂ ਤੇ ਫਿਰ ਇਹ ਹੈ ਕਿ ਜਦੋਂ ਮੀਆਂ ਸਾਹਿਬ ਉੱਠੇ ਹੋਣ, ਪਤਾ ਹੈ ਕਿ ਸਾਰੇ ਜਗੇ ਹੋਣ ਤੇ ਉਹ ਸਾਰਿਆਂ ਦੇ ਮੋਬਾਈਲ ਪੁੱਠੇ ਹੋ ਕੇ ਰੱਖੇ ਹੁੰਦੇ ਨੇ ਤੇ ਅੱਖਾਂ ਬੰਦ। ਇੱਕ ਐਸੀ ਚੀਜ਼ ਜਿਹਦੇ ਤੋਂ ਬਗੈਰ ਰਹਿ ਨਹੀਂ ਸਕਦੇ ਤੁਸੀਂ? ਚਾਏ। ਚਾਏ? ਇੰਨੀ ਚਾਏ ਪਸੰਦ ਹੈ? ਸਭ ਤੋਂ ਜ਼ਿਆਦਾ ਪਸੰਦੀਦਾ ਪੰਜਾਬੀ ਖਾਣਾ ਕਿਹੜਾ? ਸਾਗ। ਕੁਛ ਵੀ ਨਹੀਂ। ਸਾਗ। ਸਾਗ ਹੈ, ਸਾਗ ਸਾਗ ਹਾਏ ਸਾਗ। ਮੈਂ ਕਹਿੰਦੀ ਸਾਗ ਤੋਂ ਅੱਗੇ ਕੋਈ ਸ਼ੈ ਨਹੀਂ। ਓਹੋ। ਇੱਕ ਲਫ਼ਜ਼ 'ਚ ਆਪਣੀ ਜੇ ਸ਼ਖਸੀਅਤ ਨੂੰ ਬਿਆਨ ਕਰਨਾ ਚਾਹੋ ਤੇ ਉਹ ਇੱਕ ਲਫ਼ਜ਼ ਕੀ ਹੋਏਗਾ? ਆਪਾ। ਆਪਾ, ਠੀਕ ਹੋਏ। ਜੇ ਤੁਸੀਂ ਹਰਬਲਿਸਟ ਨਾ ਹੁੰਦੇ ਤੇ ਕੀ ਹੁੰਦੇ? ਇਹ ਵਕਤ ਹੈ ਮੈਨੂੰ ਹਰਬਲਿਸਟ ਬਣਾ ਦਿੱਤਾ, ਪਰ ਮੈਂ ਤਾਂ ਬਣੀ ਬਣਾਈ ਟੀਚਰ ਸੀ ਤੇ ਹੁਣ ਆਪਾ ਬਣ ਗਈ। ਗੱਲ ਦੋਵਾਂ 'ਚ ਸੇਮ ਹੀ ਹੈ। ਹਾਂ, ਤਾਂ ਗੱਲ ਦੋਵਾਂ 'ਚ ਸੇਮ ਹੀ ਹੈ। ਹਾਂ। ਅੱਛਾ, ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਕੀ ਸੀ? ਰੱਬੇ ਜ਼ਿਦਨੀ ਇਲਮਾ। ਇਹਦੇ ਪਿੱਛੇ ਇੱਕ ਬਹੁਤ ਵੱਡੀ ਸਟੋਰੀ ਹੈ, ਕੰਟੀਨਿਊ ਕਰਾਂਗੇ, ਦੂਜੇ ਪਾਰਟੀ ਸੁਣਾਵਾਂਗੇ। ਹਾਂ, ਠੀਕ ਹੈ। ਦੇਸੀ ਘੀ ਜਾਂ ਜ਼ੈਤੂਨ ਦਾ ਤੇਲ? ਦੇਸੀ ਘੀ। ਦੇਸੀ ਘੀ। ਆਈ ਲਵ ਦੇਸੀ ਘੀ। ਠੀਕ ਹੈ। ਘਰ ਦੇ ਵਿੱਚ ਬਗੈਰ ਸਮੈਲ ਦੇ ਦੇਸੀ ਘੀ ਬਣਾਉਣ ਦਾ ਕੀ ਤਰੀਕਾ ਹੈ? ਬਹੁਤ ਸੌਖਾ ਹੈ। ਅੱਛਾ, ਹਾਂ, ਬਰਫ਼ ਨਾਲ ਬਣਾਉਣਾ ਹੁੰਦਾ ਹੈ। ਠੀਕ ਹੈ। ਹਾਂ, ਇਹ ਹੈ ਕਿ ਮੱਖਣ ਤੁਸੀਂ ਕੱਢ ਲਿਆ ਹੈ ਨਾ, ਥੋੜੀ ਦੇਰ ਅੱਗ ਉੱਤੇ ਰੱਖ ਦਿਓ, ਥੋੜੀ ਦੇਰ ਉਹ ਮੈਲਟ ਹੋ ਜਾਏ ਮੱਖਣ। ਮਤਲਬ ਉਹਨੂੰ ਕਾੜਨਾ ਨਹੀਂ, ਜਿਵੇਂ ਰੱਖ ਕੇ? ਨਹੀਂ, ਥੋੜੀ ਦੇਰ ਤੁਸੀਂ ਰੱਖੋ। ਇਸ ਘਿਓ 'ਚ ਉਹ ਜਿਹੜਾ ਕਾੜਦੇ ਨੇ ਨਾ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਹਦੇ ਨਿਊਟ੍ਰੀਐਂਟਸ ਵਿੱਚ ਵੀ, ਉਹਦੇ ਜ਼ਾਇਕੇ ਵਿੱਚ, ਉਹਦੀ ਖੁਸ਼ਬੂ ਵਿੱਚ, ਜਿਹੜਾ ਮੈਂ ਤੁਹਾਨੂੰ ਹੁਣ ਤਰੀਕਾ ਦੱਸਾਂਗੀ। ਠੀਕ ਹੈ। ਮੱਖਣ ਥੋੜਾ ਜਿਹਾ ਗਰਮ ਕਰ ਲਓ, ਠੀਕ ਹੈ ਨਾ। ਬਸ ਇਹ ਕਿ ਮੈਲਟ ਹੋ ਜਾਏ, ਲੱਸੀ ਉੱਤੇ ਆ ਜਾਏ। ਆ ਗਈ ਨਾ, ਤੁਸੀਂ ਬਰਫ਼, ਜ਼ਿਆਦਾ ਸਾਰਾ ਬਰਫ਼ ਲੈ ਕੇ ਨਾ, ਉਹਨੂੰ ਚੂਰਾ ਕਰਕੇ ਉਹਦੇ ਵਿੱਚ ਪਾ ਲਓ ਤੇ ਇੰਜ ਹਿਲਾਓਗੇ ਨਾ, ਤੇ ਉਹਦੀ ਲੱਸੀ ਵੱਖਰੀ ਹੋ ਜਾਏਗੀ ਤੇ ਘਿਓ ਵੱਖਰਾ ਹੋ ਜਾਏਗਾ। ਠੀਕ ਹੈ। ਉਸ ਘਿਓ ਨੂੰ ਨਾ ਫਿਰ ਤੁਸੀਂ ਬਾਹਰ ਕੱਢੋ, ਕਿਉਂਕਿ ਜਿਹੜਾ ਬਰਫ਼ ਦਾ ਪਾਣੀ ਉਹ ਸਾਰਾ ਠੰਡਾ ਹੋ ਕੇ ਸਾਰਾ ਲੱਥ ਜਾਏਗਾ, ਘਿਓ ਅਲੱਗ ਹੋ ਜਾਏਗਾ। ਸਿਰਫ 3 ਤੋਂ 4 ਮਿੰਟ ਗਰਮ ਕਰੋ, ਘਰ 'ਚ ਨਾ ਸਮੈਲ ਇੰਨੀ ਖੁਸ਼ਬੂ ਆਏਗੀ ਘਿਓ ਦੀ। ਤੁਸੀਂ ਅੱਜ ਕਰਕੇ ਵੇਖੋ ਤੇ ਦਾਣੇਦਾਰ ਖੁਸ਼ਬੂਦਾਰ ਘਿਓ ਬਣੇਗਾ। ਵਾਹ, ਇਹ ਪੁਰਾਣਾ ਤਰੀਕਾ ਹੈ, ਮੈਂ ਆਪਣੀ ਨਾਨੀ ਤੋਂ ਸਿੱਖਿਆ ਸੀ। ਨਾਨੀ ਤੋਂ ਸਾਰਾ ਕੁਝ ਨਾਨੀ ਕੋਲ ਸਿੱਖਿਆ ਮੈਂ, ਅਲਹਮਦੁਲਿਲਾ। ਅੱਛਾ, ਹੁਣ ਦਾ ਟੈਸਟ ਲੈਣਾ ਪੰਜਾਬੀ ਮੁਹਾਵਰਿਆਂ ਦਾ। ਲੈ ਬਈ, ਫਸ ਗਈ। ਆਂਦੇ ਨੇ? ਪਤਾ ਨਹੀਂ। ਤੇ ਨਾਨੀ ਪੰਜਾਬੀ ਨਹੀਂ ਬੋਲਦੇ ਸੀ? ਨਹੀਂ, ਸਾਡੀ ਤੇ ਜ਼ਬਾਨ ਕੋਈ ਨਹੀਂ ਪੰਜਾਬੀ। ਅਸੀਂ ਤੇ ਉਹ ਹਾਂ ਕੀ ਆਪਣਾ ਰਾਜਪੂਤ ਰਾਓ। ਓਕੇ, ਠੀਕ। ਹਰਿਆਣਵੀ ਜ਼ਬਾਨ ਹੈ ਸਾਡੀ। ਚਲੋ ਫਿਰ ਚੈੱਕ ਕਰਨਾ ਹੈ ਤੁਹਾਨੂੰ ਆਂਦੇ ਨੇ ਕਿ ਨਹੀਂ। ਅੱਛਾ, ਮੇਰੇ ਖਾਨਦਾਨੀ 'ਚ ਸਭ ਨੂੰ ਪੰਜਾਬੀ ਆਂਦੀ, ਸਿਵਾਏ ਮੇਰੇ, ਤੇ ਫਸੀ ਮੈਂ ਹੀ ਆ ਮੇਨ ਸਟ੍ਰੀਮ ਮੀਡੀਆ ਤੇ ਆ ਕੇ। ਉਹ ਪੰਜਾਬੀ ਨਹੀਂ, ਸਾਰੇ ਖਾਨਦਾਨ ਨੂੰ ਹੱਸਣ ਦਾ ਮੌਕਾ ਮਿਲਿਆ ਹੈ। ਅੱਛਾ, ਇਹ ਦੱਸੋ, ਜਲਾਇਆਂ ਦੀਆਂ ਮਸਖਰੀਆਂ। ਜਲਾਇਆਂ ਦੀਆਂ ਮਸਖਰੀਆਂ ਡੈਸ਼ ਅੱਗੇ ਪੂਰਾ ਕਰੋ ਇਹਨੂੰ। ਜਲਾਇਆਂ ਦੀਆਂ ਮਸਖਰੀਆਂ, ਪਤਾ ਨਹੀਂ, ਮੈਨੂੰ ਨਹੀਂ ਪਤਾ। ਜਲਾਇਆਂ ਦੀਆਂ ਮਸਖਰੀਆਂ ਮਾਂ ਭੈਣ ਨਾਲ। ਅੱਛਾ। ਠੀਕ ਹੈ। ਮਤਲਬ ਤੁਸੀਂ ਕਮਜ਼ੋਰ ਹੋ। ਖੈਰ, ਇੱਕ ਵਾਰੀ ਅੱਛੀ ਖਾਸੀ ਕਮਜ਼ੋਰ ਹਾਂ। ਇਸ਼ਕ ਮੁਸ਼ਕ ਖੰਗ ਤੇ ਖੁਰਕ। इश्क मुश्क खंग ते खुरक। ਇਹਦਾ ਮਤਲਬ? खंग तो खांसी को कहते, खुरक खुजली को कहते हैं। ਇਹਦਾ ਮਤਲਬ ਹੈ ਵੇ ਕਿ ਐਸੀ ਚੀਜ਼ ਜਿਹਨੂੰ ਚਾਹ ਕੇ ਤੁਸੀਂ ਨਹੀਂ ਛੁਪਾ ਸਕਦੇ। ਹਾਂ, ਇਹ ਸਾਰੀਆਂ ਚੀਜ਼ਾਂ ਉਹਨੇ ਜਿਹੜੀਆਂ ਛੁਪ ਨਹੀਂ ਸਕਦੀ। ਗੁੱਡ। ਠੀਕ। ਚੋਰਾਂ ਨਾਲ ਯਾਰੀ ਤੇ ਘਰ ਖਾਲੀ। ਚੋਰਾਂ ਨਾਲ ਯਾਰੀ ਤੇ ਘਰ ਖਾਲੀ। ਹਾਂ, ਜ਼ਾਹਿਰੀ ਗੱਲ ਹੈ, ਜਿਹੜੇ ਚੋਰਾ, ਪਤਾ ਨਹੀਂ, ਭੈੜੇ ਬੰਦੇ ਨਾਲ ਦੋਸਤੀ ਆ ਲਾ, ਮੈਂ ਕਹਿਣਾ ਯਹੀ ਚਾਹ ਰਹੀ ਥੀ ਹੁੰਦਾ। ਹਾਂਜੀ, ਠੀਕ। ਦੁਨੀਆ ਜੀ ਦੀ ਹੈ। ਦੁਨੀਆ ਜੀ ਦੀ ਹੈ। ਹਾਂ, ਜੀਓਗੇ ਤੇ ਦੁਨੀਆ ਇੰਜੋਏ ਕਰੋਗੇ। ਨਹੀਂ, ਇੱਜ਼ਤ ਜੀ ਇੱਜ਼ਤ ਕਰੋਗੇ ਤੇ ਇੱਜ਼ਤ ਆਏਗੀ। ਓਕੇ। ਜੀ ਨੂੰ ਜੀ ਹੁੰਦਾ ਹੈ। ਹਾਂ, ਜੀ ਨੂੰ ਜੀ ਹੁੰਦਾ, ਬਿਲਕੁਲ। ਬੱਦਲ ਵੇਖ ਕੇ ਘੜੇ ਨਹੀਂ ਭੰਨ ਲਈਦੇ।
हाँ ये सुना है मैंने कि किसी गल दी उम्मीद रख के ना ਜਿਹੜੀ ਤੁਹਾਡੀ ਜਮਾ ਪੂੰਜੀ ਹੈ ਕਿ ਇਹ ਖਰਚ ਕਰਾਂਗੇ ਤੇ ਉਹ ਸਾਰਾ ਹੀ ਆ ਜਾਏਗਾ ਇਸ ਗੱਲ ਤੋਂ ਪਰਹੇਜ਼ ਕਰੋ। ਆਹੋ ਨਹੀਂ ਇਹੀ ਹੈ ਕਿ ਮਤਲਬ ਇਹੀ ਕਿ ਹੈ, ਇੱਕ ਤੇ ਅਗਲੇ ਆ ਕਿਸੇ ਗਿਆ। ਆਉਣ ਦੀ ਖੁਆਇਸ਼ ਦੇ ਵਿੱਚ ਮੌਜੂਦਾ ਸ਼ੈ ਨੂੰ ਜ਼ਾਇਆ ਨਹੀਂ ਕਰਨਾ ਕਰਨਾ। ਠੀਕ ਉਹ ਹੁੰਦਾ ਨਾ ਕਿ ਬਈ ਪਾਪਾ ਨਵੀਂ ਸ਼ਾਪਿੰਗ ਕਰਾਉਣ ਲੱਗੇ ਨੇ ਤੇ ਪੁਰਾਣੀ ਜੁੱਤੀਆਂ ਤੋੜ ਦੋ ਸੁੱਟ ਦਵੋ, ਉਹ ਨਵੀਂ ਸ਼ਾਪਿੰਗ ਵੀ ਰਹਿ ਗਈ ਤੇ ਪੁਰਾਣੀ ਜੁੱਤੀਆਂ ਵੀ ਰਹਿ ਗਈ, ਪੁਰਾਣੀ ਜੁੱਤੀਆਂ ਵੀ ਚਲੀ ਗਈ ਤੇ ਤੁਸੀਂ ਰਹਿ ਗਏ ਨੰਗੇ ਪੈਰ। ਠੀਕ ਹੈ। ਅੱਛਾ ਪੰਜਾਬੀ ਮੁਹਾਵਰਿਆਂ 'ਚ ਤੁਹਾਡਾ ਹੱਥ ਥੋੜਾ ਥੋੜਾ ਨਹੀਂ ਬਿਲਕੁਲ ਹੀ ਜ਼ੀਰੋ। ਵਾਵਾ ਟੈਟ ਅੱਛਾ ਹੁਣ ਸਾਡਾ ਲਾਸਟ ਸੈਗਮੈਂਟ ਹੋਵੇ ਡਮ ਸ਼ਰਾਰਜ਼। ਡਮ ਸ਼ਰਾਰਜ਼ ਚ ਆਵੇ ਕਿ ਤੁਹਾਡੇ ਸਾਹਮਣੇ ਜਿਹੜਾ ਪਿਆ ਨਾ ਇਹਦੇ ਵਿੱਚੋਂ ਨਾ ਅਸੀਂ ਪਰਚੀਆਂ ਕੱਢਣੀਆਂ ਨੇ, ਠੀਕ ਹੈ। ਮੈਂ ਐਕਟ ਕਰਾਂਗੀ ਉਹਦੇ ਵਿੱਚ ਜੋ ਵੀ ਲਿਖਿਆ ਹੋਏਗਾ, ਤੁਸੀਂ ਗੈਸ ਕਰਨਾ ਹੈ ਕਿ ਮੈਂ ਕੀ ਕਹਿ ਰਹੀ ਹਾਂ। ਓਕੇ ਗੁੱਡ, ਇਹ ਤਾਂ ਅੱਛਾ ਹੈ। दोबारा मुहावरा है, ठीक हाँ है? मैं समझ गई। नहीं समझ आई। की है पहाड़। खुदा निकला चूहा। यस खोदा पहाड़ निकला चूहा। अगली हम पहले मैं 4 मैं फिर 4 तुसी। अच्छा अच्छा ओके। एक फिल्म दा नाम है। फिल्म तो वेखी कोई नहीं जिंदगी च, चल करो। ਇਹ ਨਾ ਮੈਨੂੰ ਨਾ ਇੱਕ ਗੱਲ ਯਾਦ ਆ ਰਹੀ ਹੈ। ਮੇਰੀ ਦੋਸਤ ਹੈ ਸਿੰਧ ਵਿੱਚ ਸੀ ਤੇ ਉਹਦੀ ਬੇਟੀ ਦਾ ਦਾਖਲਾ ਹੋਣ ਲੱਗਿਆ ਲਾਹੌਰ। तो ਉਹਦੀ ਬੇਟੀ ਆਖਦੀ ਮੈਨੇ ਨਹੀਂ ਜਾਣਾ ਤੇ ਉਹ ਦੱਸਦੀ ਮੇਰੀ ਦੋਸਤ ਹੈ ਜਿਹੜੀ ਨਾ ਆਪਣੀ ਬੇਟੀ ਨੂੰ ਆਖਦੀ ਹੈ ਤੂੰ ਕਿਧਰੇ ਉਹ ਫਿਲਮ ਤੇ ਵੇਖ ਲਈ ਪੰਜਾਬ ਨਹੀਂ ਜਾਊਂਗੀ। ਆਹੋ ਇਹ ਤੇ ਰਲਦਾ ਜੁਲਦਾ ਹੈ ਮੈਨੂੰ ਲੱਗ ਰਿਹਾ ਹੈ। ਲੇਕਿਨ ਪੰਜਾਬ ਜਹਾਜ਼ ਤੇ ਨਾ ਇਹ ਲੱਗ ਤਾਂ ਰਿਹਾ ਪੰਜਾਬ। ਅੱਛਾ ਥੋੜਾ ਇਤਰਾ ਕੇ ਨਹੀਂ ਲਾਹੌਰ ਦੀਆਂ ਕੁੜੀਆਂ ਵੀ ਬੜੀ ਤਰ੍ਹਾਂ ਦੀਆਂ ਨੇ। ਆਹੋ ਲੇਕਿਨ ਇਹ ਥੋੜਾ ਬਹੁਤਾ ਕਰ ਲਓ ਨਾ। ਬਹੁਤਾ ਕਰ ਲਓ। अच्छा मुल्क तो बाहर ला जाओ। ओ ये ठीक है समझ गई। जहाँ पे इफ्तिखार ठाकुर खड़ा था ठीक है ना। इंग्लैंड नहीं बाहर मुल्क की कोई ना है ना। लंदन ही कर लो। लंदन नहीं लंदन पहुंच गई। इफ्तिखार ठाकुर वाला बड़ा सही है। ਤੁਸੀਂ ਐਕਸ਼ਨ ਇਸ ਤਰ੍ਹਾਂ ਦਾ ਕੀਤਾ ਜਿਵੇਂ ਇਫਤਖਾਰ ठाकुर ਖੜਿਆ ਸੀ। ਠੀਕ ਹੈ। ਇਹ ਵੀ ਮੁਹਾਵਰਾ ਹੈ। ਅੱਛਾ ऊंची दुकान फिक्का नहीं रलदा मिलता है थोड़ा। दोबारा करना। है कोई बड़ा और छोटा, ऊंचा फिक्का, ऊंची दुकान फिक्का पकवान नहीं। ये हार गई क्योंकि नहीं होना। नाम बड़े दर्शन छोटे। हाँ थोड़ा मिलता 50 नंबर दे दो। आधे नंबर 50 नंबर दे दियो मैनू। ले भी हुण पता नहीं की होवेगा। अल्लाह खैर। ओ माय गॉड। हाँ बांसुरी। हाँ ठीक बांसुरी। वंजली वालड़िया थोड़ी पहुंच गए हो। वंजली 2 कैरेक्टर्स के नाम है। हाँ जी हीर रांझा। मैंने एक्शन अच्छे किए। वाह ओहो लगता सारे चंगे इन्हां नूं ही आ रहे ने। मैनूं ते कहावतां ही आ गईयां सारी। मैं इधर भी कहावतें ही है। अच्छा हाँ। खाना डॉक्टर। हाँ तबीयत करीब हो। मरीज नहीं बिल्कुल करीब थी। हकीम। हकीम नीम हकीम खतरा जान। ओ यार एक्यूरेट। वाह वेरी नाइस। बड़े अच्छे रखे हुए ने मेरे वास्ते।
शीशा यस बस इतना कुछ नहीं। मैं इशारे कितने अच्छे कर लेती हूँ, है ना। वैसे आपकी ये और साड़ी वाकई गेम स्ट्रॉन्ग है शायद। मुझे तो आ जाना चाहिए टीवी में। वाह, ਤੁਸੀਂ ਜਿੱਤ ਗਏ ਵੈਸੇ। ਅੱਛਾ, ਤੁਸੀਂ ਹਰ ਇੱਕ ਨੂੰ ਗਾਣਾ ਸੁਣਾਉਂਦੇ ਹੋ? ਫਿਰ ਆਂਦੇ ਹੀ ਸ਼ੋਅ ਦਾ ਇਬਤਦਾ ਵੀ ਤੁਸੀਂ ਗਾਣੇ ਨਾਲ ਹੀ ਕੀਤਾ ਸੀ। ਕੋਈ ਚੰਗਾ ਜਿਹਾ ਗਾਣਾ ਤੇ ਸੁਣਾ ਦਿਓ। ਚੰਗਾ ਜਿਹਾ ਗਾਣਾ ਤੁਹਾਨੂੰ ਵੈਸੇ ਕੌਣ ਸੇ ਸਿੰਗਰ ਪਸੰਦ ਨੇ ਜ਼ਿਆਦਾ? ਮੈਨੂੰ ਤਾਂ ਰੋਖੜੀ ਪਸੰਦ ਹੈ। ਦਿਸ਼ਾਨ ਰੋਖੜੀ ਪਸੰਦ ਹਨ? ਜਿਹੜਾ ਵੱਡੇ ਵੱਡੇ ਬਾਲਾਂ ਵਾਲਾ ਹੈ ਮੁੰਡਾ, ਕੀ ਨਾਂ ਹੈ ਉਹਦਾ? ਰੋਖੜੀ। ਹਾਂ ਰੋਖੜੀ ਹੈ, ਹਾਂ ਜ਼ਿਸ਼ਾਨ ਰੋਖੜੀ। ਅੱਜ ਕੱਲ ਮਲਕੂ ਬੜਾ ਪਸੰਦ ਹੈ ਮੈਨੂੰ। ਅੱਛਾ, ਮਲਕੂ ਵੀ ਪਸੰਦ ਹੈ। ਵਾਹ ਵਾਹ ਵਾਹ। ਬਈ ਜਿਹੜੇ ਮਸ਼ਹੂਰ ਗਾਣੇ ਨੇ ਨਾ ਮੈਨੂੰ ਉਹ ਪਸੰਦ ਨੇ। ਜੇ ਤੁਸੀਂ ਭਾਵੇਂ ਜਿਹੜੇ ਵੀ ਹੋਣ, ਪਤਾ ਕੀ ਹੈ, ਮੈਨੂੰ ਹਕੀਕਤ 'ਚ ਦੱਸੋ, ਮੈਂ ਕੋਈ ਅੱਜ ਤੱਕ ਪੂਰੀ ਫਿਲਮ ਨਹੀਂ ਵੇਖੀ ਜ਼ਿੰਦਗੀ 'ਚ। ਹਾਂ, ਕਦੀ ਕੋਈ ਗਾਣਾ ਪੂਰਾ ਨਹੀਂ ਵੇਖਿਆ ਸੁਣਿਆ। ਇੰਡੀਆ ਦੇ ਗਾਣੇ ਹੈ ਕੋਈ ਜਿਹੜੇ ਕੋਈ ਪਸੰਦ ਨੇ, ਤੇ ਬਸ ਇਹ ਹੈ ਜਾਂ ਮਲਕੂ ਨੂੰ ਸੁਣ ਲੈਂਦੇ ਜਿਹੜਾ ਅੱਜ ਕੱਲ੍ਹ ਉਹਦਾ ਟਰੈਂਡਿੰਗ ਚੱਲਿਆ ਹੋਇਆ, ਜਾਂ ਰੋਖੜੀ ਦਾ ਟਰੈਂਡਿੰਗ ਚੱਲਿਆ, ਮੈਂ ਉਹੀ ਸੁਣਨੀ ਆ। ਅੱਛਾ, ਸੁਣਾ ਦੇ। ਮੈਂ ਜ਼ਰਾ ਪੁਰਾਣੇ ਗਾਣੇ ਜ਼ਰਾ ਗਾਨੀ ਹੁੰਦੀ। ਪੁਰਾਣੇ ਗਾਣੇ ਪਸੰਦ ਨੇ। ओल्ड इज गोल्ड है ना, तो ਤੁਸੀਂ ਆਪ ਕਹਿੰਦੇ ओल्ड इज गोल्ड ਤੇ ओल्ड इज गोल्ड। ਇੱਕ ਬੜਾ ਪਿਆਰਾ ਗਾਣਾ ਸੀ। ਹਾਂ, ਆਸ਼ਕਾਂ ਤੋਂ ਸੋਹਣਾ ਮੁਖੜਾ ਇਨਾਇਤ ਹੁਸੈਨ ਭੱਟੀ। ਸੱਜਣਾ ਨੇ ਬੂਹੇ ਅੱਗੇ ਚਿੱਕ ਤਾਣ ਲਈ ਹੋ, ਆਸ਼ਕਾਂ ਤੋਂ ਸੋਹਣਾ ਮੁਖੜਾ ਲੁਕਾਣ ਲਈ, ਸੱਜਣਾ ਨੇ ਬੂਹੇ ਅੱਗੇ ਚਿੱਕ ਤਾਣ ਲਈ, ਚਿੱਕ ਤਾਣ ਲਈ ਹੋ ਚਿੱਕ ਤਾਣ ਲਈ, ਸੱਜਣਾ ਨੇ ਬੂਹੇ ਅੱਗੇ ਚਿੱਕ ਤਾਣ ਲਈ। ਤੇਰੇ ਘਰ ਨਿੰਮ ਨਿੰਮ ਬੱਤੀ ਬਲਦੀ, ਠੰਡੀ ਠੰਡੀ ਅੱਗ ਸਾਡੀ ਜਾਣ ਜਲਦੀ, ਹਾਂ ਜਾਣ ਜਲਦੀ, ਸਾਡੀ ਇਸ ਅੱਗ ਉੱਤੇ ਤੇਲ ਪਾਉਣ ਲਈ, ਸੱਜਣਾ ਨੇ ਬੂਹੇ ਅੱਗੇ ਚਿੱਕ ਤਾਣ ਲਈ ਹੋ, ਆਸ਼ਕਾਂ ਤੋਂ ਸੋਹਣਾ ਮੁਖੜਾ ਲੁਕਾਣ ਲਈ, ਸੱਜਣਾ ਨੇ ਬੂਹੇ ਅੱਗੇ ਚਿੱਕ ਤਾਣ ਲਈ। ਵਾਹ 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 ਵਾਹ, ਕਮਾਲ ਹੋ ਗਿਆ, ਬਹੁਤ ਚੰਗਾ, ਬੜੀ ਸੁਰੀਲੀ ਆਵਾਜ਼ ਤੇ 올ਡ ਇਜ਼ 골ਡ। ਮੈਂ ਇਹੀ ਗੱਲ ਦੱਸਣੀ ਆ, ਤੁਹਾਡੇ ਨਾਲ ਪੋਡਕਾਸਟ ਬਹੁਤ ਚੰਗਾ ਲੱਗਿਆ, ਮਾਸ਼ਾਅੱਲਾ, ਬੜਾ ਮਜ਼ਾ ਆਇਆ। ਤੇ ਤੁਸੀਂ ਇੱਕ ਥੋੜਾ ਜਿਹਾ ਟਵਿਸਟ ਦੇ ਦਿੱਤਾ, ਇਹ ਸਭ ਨੂੰ ਚਾਹੀਦਾ। ਹਾਂ, ਸਭ ਨੂੰ ਚਾਹੀਦਾ। ਪਤਾ ਕੀ ਹੈ, ਟੋਟਕੇ ਬਹੁਤ ਨੇ ਮੇਰੇ ਕੋਲ, ਗੱਲਾਂ ਬਹੁਤ ਨੇ। 4 ਸਾਲ ਹੋ ਗਏ ਇੱਕ ਸਾਂਸ ਵਿੱਚ, ਤੁਸੀਂ ਇੱਕ ਗੱਲ ਆਖਦੇ ਹੋ ਤੇ ਮੈਂ ਕੋਈ 10 ਹੱਲ ਦੱਸਣੇ ਆ। ਲੇਕਿਨ ਆਪਾਂ ਕੋਲ ਫਨ ਵੀ ਬਹੁਤ ਹੈ। ਇਹ ਫਨ ਤਾਂ ਤੁਸੀਂ ਮੇਰਾ ਜਗਾ ਦਿੱਤਾ ਹੈ ਪੰਜਾਬੀ ਵਿੱਚ। ਜਿਹੜੇ ਪੰਜਾਬੀ ਟੋਟਕੇ ਤੇ ਜਿਹੜੇ ਸਾਰੇ ਸੁਣਨੇ ਮੇਰੀ ਪੰਜਾਬੀ ਬਹੁਤੀ ਲੋਕ ਸੁਣਦੇ ਨੇ ਕਿ ਕਿਵੇਂ ਅੱਡੀ ਟੇਡੀ ਟਿੰਗੀ ਪਲਿੰਗੀ ਪੰਜਾਬੀ। ਮਜ਼ਾ ਆਉਂਦਾ ਹੈ ਤੇ ਮਾਸ਼ਾਅੱਲਾ ਬਹੁਤ ਚੰਗਾ ਲੱਗਿਆ। ਸਾਨੂੰ ਵੀ ਬਹੁਤ ਅੱਛਾ ਲੱਗਾ। ਬਹੁਤ ਬਹੁਤ ਸ਼ੁਕਰੀਆ, ਇੱਕ ਵਾਰੀ ਫੇਰ ਤੁਸੀਂ ਆਏ। ਐਨ ਜੀ ਤੁਸੀਂ ਇੱਕ ਵਾਰੀ ਫੇਰ ਆਣਾ, ਬੜੀਆਂ ਗੱਲਾਂ ਰਹਿੰਦੀਆਂ ਨੇ, ਫੇਰ ਕਰਾਂਗੇ। ਤੇ ਅਸੀਂ ਸੈਸ਼ਨ 2 ਕਰਨਾ ਹੈ ਤੇਰੇ। ਹਾਂਜੀ, 2 ਵੀ ਕੰਟੀਨਿਊ। ਤੁਹਾਡੇ ਨਾਲ ਮੈਨੂੰ ਮਜ਼ਾ ਆਇਆ, ਇਨਸ਼ਾਅੱਲਾ ਮੈਂ ਆਪੇ ਆ ਕੇ ਆਵਾਂਗੇ। ਹੁਣ ਤੇ ਜ਼ਾਰਾ ਮੈਨੂੰ ਕਾਲ ਕਰਦੀ ਹੈ ਨਾ, ਕੋਈ 4 ਕਾਲ ਕਰਦੇ ਤੇ ਮੈਂ ਟਾਈਮ ਕੱਢਣੀ ਆ, ਪਰ ਇਹ ਹੈ ਕਿ ਇਹ ਟਾਈਮ ਫਿਕਸ ਨੇ। ਨਹੀਂ, ਇਨਸ਼ਾਅੱਲਾ ਹੁਣ ਅਸੀਂ ਇਹਦਾ ਪਾਰਟ 2 ਵੀ ਕਰਾਂਗੇ, ਕਿਉਂਕਿ ਬਹੁਤ ਸੇ ਐਸੀ ਗੱਲਾਂ ਨੇ, ਬਹੁਤ ਸੇ ਐਸੇ ਪ੍ਰੋਬਲਮਸ ਨੇ ਜਿਹੜੇ ਬੱਚੀਆਂ ਤੇ ਬੱਚੇ, ਵੱਡੇ ਬਜ਼ੁਰਗ, ਸਾਰਿਆਂ ਦੇ ਵਾਸਤੇ ਬਹੁਤ ਜ਼ਰੂਰੀ ਨੇ। ਉਹਨਾਂ ਨੂੰ ਵੀ ਡਿਸਕਸ ਕਰਾਂਗੇ ਤੇ ਤੁਹਾਡੇ ਨਾਲ ਵੀ ਇਨਸ਼ਾਅੱਲਾ ਮੁਲਾਕਾਤ ਹੋਏਗੀ ਸਾਡੇ ਅਗਲੇ ਐਪੀਸੋਡ ਦੇ ਵਿੱਚ। ਸਾਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।